ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਸੱਜਣੋ ਤੇ ਬੇਲੀਓ ਅਸਲਾਮ ਅਲੈਕਮ। ਤੁਸੀਂ ਵੇਖ ਰਹੇ ਹੋ ਲੰਦਨ ਤੋਂ ਪੰਜਾਬੀ ਰਾਕਟ ਸਾਇੰਸ ਚੈਨਲ ਦੀ ਬਰਾਹ ਰਾਸਤ ਨਸ਼ਿਆਤ। ਦੋਸਤੋ, ਇੱਕ ਕਹਾਵਤ ਤੇ ਤੁਸੀਂ ਸਾਰਿਆਂ ਨੇ ਸੁਣੀ ਹੋਵੇ ਦੀ, ਜਿਨ੍ਹਾਂ ਦੇ ਘਰ ਦਾਣੇ ਉਹਨਾਂ ਦੇ ਕਮਲੇ ਵੀ ਸਿਆਣੇ। ਤੇ ਜਿਨ੍ਹਾਂ ਦਾ ਘਰ ਹੀ ਕਰਜ਼ਿਆਂ ਤੇ ਮਾਲ ਲੈ ਕੇ ਚੱਲਦਾ ਹੈ, ਜਿਨ੍ਹਾਂ ਦਾ ਚੁੱਲ੍ਹਾ ਹੀ ਕਰਜ਼ਿਆਂ ਤੇ ਗਰਮ ਹੁੰਦਾ ਹੈ, ਉਹਨਾਂ ਨੇ ਕੀ ਸਿਆਣਿਆ ਹੋਣਾ ਹੈ। ਅੱਜ ਅਸੀਂ ਗੱਲ ਕਰਨੀ ਸਾਡੇ ਮੁਲਕ ਦੇ ਬਾਰੇ 'ਚ। ਤੇਲ ਦੀਆਂ ਕੀਮਤਾਂ ਵੱਧ ਰਹੀਆਂ ਨੇ, IMF ਦਾ ਕੀ ਕਿਰਦਾਰ ਹੈ, ਮਹਿੰਗਾਈ ਦੇ ਬਾਰੇ 'ਚ ਗੱਲ ਕਰਨੀ ਹੈ। ਸਾਡੇ ਨਾਲ ਅੱਜ ਹਾਈਲੀ ਐਜੂਕੇਟਿਡ ਪੈਨਲ ਇਸ ਪ੍ਰੋਗਰਾਮ ਦੇ ਵਿੱਚ ਮੌਜੂਦ ਨੇ। ਆਪਣਾ ਤਾਰਫ ਤੇ ਆਪਣੀ ਕੁਆਲੀਫਿਕੇਸ਼ਨਸ ਉਹ ਆਪਣੀ ਜ਼ੁਬਾਨੀ ਹੀ ਦੱਸਣ ਦੇ। ਐਨੀਵੇ ਡਾਕਟਰ ਮੁਹੰਮਦ ਅਲੀ ਸਾਹਿਬ ਨੇ ਲੀਡਸ ਤੋਂ ਜੁਆਇਨ ਕੀਤਾ, PhD ਕੀਤੀ ਨੇ ਤੇ ਪਤਾ ਨਹੀਂ ਹੋਰ ਕੀ ਕੀ ਕੀਤੇ ਨੇ। ਤੇ ਪ੍ਰੋਫੈਸਰ ਮੁਹੰਮਦ ਸ਼ਹਿਬਾਜ਼ ਸਾਹਿਬ ਵੀ PhD ਦੇ ਨਾਲ ਹੋਰ ਵੀ ਬਹੁਤ ਕੁਝ ਕੀਤੇ ਆ। ਦੋਵਾਂ ਪ੍ਰੋਣਿਆਂ ਨੂੰ ਅਸਲਾਮ ਅਲੈਕਮ ਤੇ ਬਹੁਤ ਸ਼ੁਕਰੀਆ ਤੁਸੀਂ ਟਾਈਮ ਕੱਢਿਆ। ਜੀ ਵਾਲੇਕੁਮ ਸਲਾਮ ਵਰਹਿਮਤੁਲਾਹ। ਡਾਕਟਰ ਮੁਹੰਮਦ ਅਲੀ ਸਾਹਿਬ, ਤੁਹਾਡੇ ਤੋਂ ਪ੍ਰੋਗਰਾਮ ਸ਼ੁਰੂ ਕਰਨੇ ਆ। ਤੁਸੀਂ ਪਲੀਜ਼ ਆਪਣਾ ਤਾਰਫ ਕਰਾਓ ਤੇ ਆਪਣੀ ਕੁਆਲੀਫਿਕੇਸ਼ਨ ਦੇ ਬਾਰੇ ਚ ਵੀ ਦੱਸੋ ਵੀਵਰਸ ਨੂੰ ਪਲੀਜ਼। ਜੀ ਇਮਰਾਨ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਇਨਵਾਈਟ ਕੀਤਾ ਮੈਨੂੰ ਪ੍ਰੋਗਰਾਮ ਵਿੱਚ। ਤੇ ਮੇਰਾ ਨਾਮ ਮੁਹੰਮਦ ਅਲੀ ਨਾਸਿਰ ਹੈ ਤੇ ਮੈਂ PhD ਕੀਤੀ ਲੀਡਸ ਯੂਨੀਵਰਸਿਟੀ ਚੋਂ। ਕਾਫੀ ਸਾਲ ਪਹਿਲੇ 15 ਸਾਲ ਹੋ ਗਏ ਮੈਨੂੰ UK ਆਇਆ। ਤੇ ਇੱਥੇ ਮੈਂ ਆਇਆ ਸਾਂ, ਇੱਥੇ ਹੀ ਮੈਂ ਸਟੱਡੀ ਕੀਤੀ, ਮਾਸਟਰ ਕੀਤਾ, PhD ਕੀਤੀ ਇਕਨੋਮਿਕਸ ਵਿੱਚ। ਫਿਰ ਇੱਥੇ ਹੀ ਮੁਖਤਲਿਫ ਯੂਨੀਵਰਸਿਟੀ ਵਿੱਚ ਪੜ੍ਹਾਉਂਦਾ ਰਿਹਾ। ਤੇ ਇਸ ਟਾਈਮ ਮੈਂ ਲੀਡਸ ਯੂਨੀਵਰਸਿਟੀ ਦੇ ਵਿੱਚ ਐਸੋਸੀਏਟ ਪ੍ਰੋਫੈਸਰ ਹਾਂ ਇਕਨੋਮਿਕਸ ਦੇ ਸ਼ੋਬੇ 'ਚ। ਤੇ ਇਹ ਮੇਰਾ ਬਸ ਛੋਟਾ ਜਿਹਾ ਤਾਰਫ ਹੈ। ਤੇ ਜ਼ਿਆਦਾਤਰ ਮੇਰਾ ਫੋਕਸ, ਮੇਰੀ ਤਹਿਕੀਕ, ਮੇਰੀ ਰਿਸਰਚ ਦਾ ਉਹ ਇਕਨੋਮਿਕਸ ਹੀ ਹੈ। ਅਤੇ ਜਿਹੜੇ ਮਸਾਇਲ ਨੇ, ਜਿਸ ਤਰ੍ਹਾਂ ਮਹਿੰਗਾਈ ਦੇ, ਇਨਫਲੇਸ਼ਨ ਜਿਹਨੂੰ ਅਸੀਂ ਕਹਿੰਦੇ ਹਾਂ, ਜਾਂ ਫਿਰ ਅਨਇੰਪਲਾਇਮੈਂਟ, ਬੇਰੁਜ਼ਗਾਰੀ ਹੋ ਗਈ, ਤੇ ਮਾਸ਼ੀ ਤਰੱਕੀ ਜਾਂ ਡਿਵੈਲਪਮੈਂਟ, ਇਸ ਤਰ੍ਹਾਂ ਦੇ ਮੌਜ਼ੂਆਂ 'ਤੇ ਮੈਂ ਜ਼ਿਆਦਾਤਰ ਤਹਿਕੀਕ ਕੀਤੀ। ਤੇ ਇਹ ਹੀ ਮੇਰੇ ਮਜ਼ਮੂਨ ਨੇ ਜੋ ਮੈਂ ਪੜ੍ਹਾਉਂਦਾ ਯੂਨੀਵਰਸਿਟੀ 'ਤੇ। ਤਕਰੀਬਨ ਮੈਂ 10 ਸਾਲ ਤੋਂ ਮੁਖਤਲਿਫ ਯੂਨੀਵਰਸਿਟੀਆਂ 'ਚ ਪੜ੍ਹਾ ਰਿਹਾ UK ਦੀਆਂ, ਤੇ ਰਿਸਰਚ ਵਗੈਰਾ ਵੀ ਕਰਦਾ ਰਹਿੰਦਾ। ਪਾਕਿਸਤਾਨ ਦੇ ਮਸਾਇਲ ਵੀ ਉਹਨਾਂ 'ਤੇ ਵੀ ਨਜ਼ਰ ਰਹਿੰਦੀ, ਕਿਉਂਕਿ ਉਹ ਸਾਡਾ ਫਿਰ ਵੀ ਮੁਲਕ ਹੈ। ਹਾਲਾਂਕਿ ਅਸੀਂ ਪਰਦੇਸ 'ਚ ਰਹਿ ਰਹੇ ਹਾਂ, ਲੇਕਿਨ ਫਿਰ ਵੀ ਪਰੇਸ਼ਾਨੀ ਵੀ ਰਹਿੰਦੀ ਹੈ ਤੇ ਸੋਚਦੇ ਵੀ ਰਹਿੰਦੇ ਹਾਂ ਜੀ। ਸੋਚੀ ਪਿਆ ਤੇ ਬੰਦਾ ਗਿਆ। ਆਪਣੀ ਮੁਲਕ ਦੀ ਇਕਨੋਮੀ ਨੂੰ ਵੇਖ ਕੇ ਥੋੜਾ ਥੋੜਾ ਦਿਲ ਡੁੱਬਦਾ ਤੇ ਹੋਣਾ ਹੀ ਹੈ ਤੁਹਾਡਾ, ਕਿਉਂਕਿ ਤੁਸੀਂ ਇਕਨੋਮਿਕਸ ਦੇ ਮਾਹਿਰ ਹੋ। ਜੀ ਬਿਲਕੁਲ, ਵੇਖਦੇ ਹਾਂ ਪਾਕਿਸਤਾਨ ਦੇ ਹਾਲਾਤ, ਵੇਖਦੇ ਹਾਂ ਤੇ ਬਾਕੀ ਮੁਲਕਾਂ ਦੇ ਹਾਲਾਤ ਵੇਖਦੇ ਹਾਂ, ਤੇ ਸੋਚਦੇ ਹਾਂ ਕਿ ਯਾਰ ਇਹ ਕਿ ਪਾਕਿਸਤਾਨ ਨੂੰ ਹੋ ਗਿਆ ਨਾ, ਤੇ ਇਹ ਹੀ ਚੰਗਾ ਹੁੰਦਾ ਕਿ ਪਾਕਿਸਤਾਨ ਵੀ ਤਰੱਕੀ ਕਰਦਾ, ਬਾਕੀ ਹੋਰ ਮੁਲਕ ਪਾਕਿਸਤਾਨ ਤੋਂ ਦੇ ਨਾਲ ਦੇ ਤੇ ਉਹ ਮੁਲਕ ਜਿਹੜੇ ਪਾਕਿਸਤਾਨ ਤੋਂ ਪਿੱਛੇ ਸਨ, ਵੀਅਤਨਾਮ ਵੇਖ ਲਓ, ਹੋਰ ਇੱਦਾਂ ਦੀਆਂ ਕਈ ਮਿਸਾਲਾਂ ਨੇ, ਕੋਰੀਆ ਵੀ, ਤੇ ਉਹ ਹੁਣ ਕਿੱਥੇ ਨਿਕਲ ਗਏ। ਤੇ ਅਸੀਂ ਉੱਥੇ ਦੇ ਉੱਥੇ 75 ਸਾਲ ਹੋ ਗਏ ਸਾਨੂੰ ਆਜ਼ਾਦ ਹੋਇਆ ਬਣਿਆ, ਤੇ ਕਾਫੀ ਜਿਹੜੀ ਨਾ ਸਾਡੀ ਮੁਆਸ਼ੀ ਤਰੱਕੀ ਉਹ ਬਹੁਤ ਪਸਮਾਨਦਾ ਹੈ। ਤੇ ਉਹਦੇ ਲਈ ਜ਼ਾਰੀ ਗੱਲ ਹੈ, ਫਿਰ ਉਹ ਸਾਰਾ ਕੁਝ ਵੇਖ ਕੇ ਜਿਹੜੇ ਸਮੁੰਦਰ ਪਾਰ ਪਾਕਿਸਤਾਨੀ ਨੇ, ਸਾਨੂੰ ਕੋਈ ਅੱਛਾ ਤਾਂ ਨਹੀਂ ਫੀਲ ਹੁੰਦਾ ਜੀ। ਜੀ ਬਿਹਤਰੀਨ ਹੋ ਗਿਆ। ਸ਼ਹਿਬਾਜ਼ ਸਾਹਿਬ, ਤੁਸੀਂ ਵੀ ਆਪਣਾ ਤਾਰਫ ਤੇ ਆਪਣੀ ਕੁਆਲੀਫਿਕੇਸ਼ਨ ਦੇ ਬਾਰੇ ਦੱਸੋਗੇ। ਜੀ ਤਾਰਫ ਮੇਰੇ ਖਿਆਲ 'ਚ ਮੈਂ ਪਿਛਲੇ ਪ੍ਰੋਗਰਾਮ 'ਚ ਅੱਛਾ ਖਾਸਾ ਤੁਹਾਨੂੰ ਦੇ ਚੁੱਕਿਆ ਸਾਂ। ਮੇਰਾ ਸਭ ਤੋਂ ਵੱਡਾ ਤਾਰਫ ਇਹ ਹੀ ਅੱਲਾਹ ਤਾਲਾ ਦੀ ਜ਼ਾਤ ਨੇ ਜਿਹੜੀਆਂ ਚੀਜ਼ਾਂ ਮਾਸ਼ਾਅੱਲਾ ਮੈਨੂੰ ਨਵਾਜ਼ੀਆਂ ਨੇ, ਉਹ ਮੈਂ ਤੁਹਾਨੂੰ ਦੱਸਿਆ ਸੀ ਕਿ ਮੈਂ ਮੈਟ੍ਰਿਕ ਤੋਂ ਬਾਅਦ ਮੇਰਾ FA ਪ੍ਰਾਈਵੇਟ, ਮੇਰਾ BA ਪ੍ਰਾਈਵੇਟ, ਮੇਰਾ B.Ed ਪ੍ਰਾਈਵੇਟ, ਮੇਰਾ MA ਇਕਨੋਮਿਕਸ ਪ੍ਰਾਈਵੇਟ, ਮੇਰਾ MPhil ਪ੍ਰਾਈਵੇਟ, ਮੇਰੀ PhD ਪ੍ਰਾਈਵੇਟ। ਕਿਉਂਕਿ MPhil ਤੇ PhD ਮੈਂ ਪ੍ਰਾਈਵੇਟ ਇੰਸਟੀਚਿਊਟ ਨੈਸ਼ਨਲ ਕਾਲਜ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਐਂਡ ਇਕਨੋਮਿਕਸ ਲਾਹੌਰ ਤੋਂ ਹਾਸਲ ਕੀਤੀ। ਉਸ ਤੋਂ ਬਾਅਦ ਅੱਲਾਹ ਤਾਲਾ ਦੀ ਜ਼ਾਤ ਨੇ ਮੈਨੂੰ ਜੰਪ ਲਗਵਾਇਆ ਤੇ ਫਿਰ ਮੈਂ ਕੈਂਬਰਿਜ ਯੂਨੀਵਰਸਿਟੀ ਤੋਂ ਪੋਸਟ ਡਾਕ ਕੀਤਾ, ਤੇ ਹੁਣ ਮੈਂ ਕੈਂਬਰਿਜ ਯੂਨੀਵਰਸਿਟੀ ਨਾਲ ਅਫੀਲੀਏਟਡ ਹਾਂ। ਮੁਹੰਮਦ ਅਲੀ ਨਾਸਿਰ ਸਾਹਿਬ ਵੀ ਮੇਰੇ ਮਾਸ਼ਾਅੱਲਾ ਕੁਲੀਗ ਨੇ। ਤੇ ਬਾਕੀ ਰਿਸਰਚ ਮੇਰੀ ਐਨਰਜੀ, ਤਵਾਨਾਈ, ਜ਼ਿਆਦਾਤਰ ਤੁਸੀਂ ਵੇਖੋਗੇ TV ਚੈਨਲ 'ਤੇ ਮੈਨੂੰ ਗੱਲ ਕਰਦੇ, ਮਹਿੰਗਾਈ ਦੀ ਗੱਲ ਕਰ ਰਿਹਾ, ਆਇਲ ਪ੍ਰਾਈਸਿਸ ਦੀ ਗੱਲ ਕਰ ਰਿਹਾ, ਬੇਰੁਜ਼ਗਾਰੀ ਦੀ ਗੱਲ ਕਰ ਰਿਹਾ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿੰਨੇ ਮਸਾਇਲ ਨੇ ਇਕਨੋਮਿਕ ਤੇ ਪਾਕਿਸਤਾਨ ਦੇ ਖਾਸ ਕਰ, ਉਹਦੇ 'ਚ ਬਹੁਤ ਸਾਰੇ ਸੈਂਸਿਟਿਵ ਇਸ਼ੂ, ਕਲਾਈਮੈਟਿਕ ਚੇਂਜ ਆ ਰਿਹਾ ਹੈ, ਉਸ ਤੋਂ ਬਾਅਦ ਜਨਾਬ ਵਾਲਾ ਇਨਵਾਇਰਮੈਂਟ ਆ ਰਿਹਾ ਹੈ। ਇਕੱਲਾ ਬੰਦਾ ਮੈਂ ਹੀ ਹਾਂ, ਬਸ ਗੱਪਾਂ ਛੱਪਾਂ ਲੋਕੀ ਤੋਂ ਗੱਪਾਂ ਛੱਪਾਂ ਸਮਝਦੇ, ਲੇਕਿਨ ਮੈਂ ਬੜਾ ਸੀਰੀਅਸ ਹੋ ਗੱਲ ਕਰਨਾ ਕਿ ਇਹ ਉਹ ਮਸਾਇਲ ਨੇ ਜਿਹੜੇ ਆਉਣ ਵਾਲੇ ਵਕਤ 'ਚ ਬਹੁਤ ਵੱਡੇ ਸਾਰੇ ਜਾਇੰਟ ਬਣ ਜਾਂਦੇ। ਸਾਨੂੰ ਟਾਈਮ ਨਾਲ ਇਸ ਚੀਜ਼ ਤੋਂ ਸੋਚਣਾ ਚਾਹੀਦਾ। ਲੇਕਿਨ ਪਤਾ ਨਹੀਂ, ਸ਼ਾਇਦ ਅਸੀਂ ਇਸ ਚੀਜ਼ ਨੂੰ ਫਾਰ ਗ੍ਰਾਂਟਡ ਲੈ ਲੈਂਦੇ ਹਾਂ, ਬਟ ਠੀਕ ਹੈ, ਜਿਸ ਤਰ੍ਹਾਂ ਚੀਜ਼ਾਂ ਚੱਲਦੀਆਂ ਵੀ ਸਿਸਟਮ ਨੂੰ ਚੱਲਣ ਦੇਣਾ ਚਾਹੀਦਾ ਹੈ। ਉਹ ਜਿਵੇਂ ਮੁਹੰਮਦ ਅਲੀ ਨਾਸਿਰ ਸਾਹਿਬ ਕਹਿ ਰਹੇ ਜੀ, ਕੋਰੀਆ ਅੱਗੇ ਨਿਕਲ ਗਿਆ ਸਾਡੇ ਨਾਲੋਂ, ਵੀਅਤਨਾਮ ਅੱਗੇ ਨਿਕਲ ਗਿਆ ਸਾਡੇ ਨਾਲ, ਥਾਈਲੈਂਡ ਅੱਗੇ ਨਿਕਲ ਗਿਆ, ਫਿਲੀਪੀਨ, ਇੰਡੋਨੇਸ਼ੀਆ, ਮਲੇਸ਼ੀਆ ਸਾਡੇ ਅੱਗੇ ਨਿਕਲ ਗਿਆ, ਜਿਹਨੂੰ ਅਸੀਂ ਸਕਾਤ ਦਿੰਦੇ ਹੁੰਦੇ ਹਾਂ। ਤਾਂ ਮੇਰੇ ਖਿਆਲ ਕਿ ਸ਼ਾਇਦ ਅਸੀਂ ਉਹ ਪੁਰਾਣੀਆਂ ਗੱਲਾਂ ਯਾਦ ਕਰਕੇ ਆਪਣੇ ਤਸੱਲੀ ਦੇ ਰਹੇ ਨੇ। ਠੀਕ ਹੈ ਜੀ, ਇੱਕ ਵਕਤ ਸੀ ਜਦੋਂ
ਜਰਮਨੀ ਨੂੰ ਕਰਜ਼ਾ ਦਿੱਤਾ ਸੀ, ਤੇ ਹੁਣ ਅਸੀਂ ਕਿੱਥੇ ਖੜੇ ਆ ਇਹਦੇ ਬਾਰੇ ਕੋਈ ਬੰਦਾ ਐਡਾ ਮੇਰੇ ਖਿਆਲ ਕੋਈ ਫਿਕਰਮੰਦ ਨਹੀਂ ਹੈਗਾ। ਫਿਕਰਮੰਦ ਹੋਣਾ ਚਾਹੀਦਾ ਸਾਨੂੰ। सही है। चौधरी एहसान दिलावरपुर साहब कह रहे हैं माशाल्लाह, और सलाम कह रहे हैं अबरार हुसैन वड़ैच साहब सऊदी अरब तो अस्सलाम वालेकुम रहमतुल्लाहि व बरकातहू। नासिर वान साहब इस्लामाबाद तो कह रहे हैं माशाल्लाह। अमजद अली साहब न्यूज़ ਦੇ ਨਾਲ ਤਲਕ ਕੇ ਉਹ ਵੀ ਮੁਹੱਬਤਾਂ ਨਿਸ਼ਾਵਰ ਕਰ ਰਹੇ ਨੇ। ਡਾਕਟਰ ਮੁਹੰਮਦ ਅਲੀ ਸਾਹਿਬ, IMF ਦਾ ਕੀ ਕਿਰਦਾਰ ਹੈ ਪਾਕਿਸਤਾਨੀ ਇਕਨੋਮੀ ਨੂੰ ਸਟੇਬਲ ਕਰ ਰਹੀ ਹੈ, ਬਿਹਤਰ ਕਰ ਰਹੀ ਹੈ ਜਾਂ ਡਾਊਨ ਕਰ ਰਹੀ ਹੈ? ਇਹ ਕਿੰਜ ਦੀ ਮਦਦ ਕੀ ਇਹਨਾਂ ਦੀ ਕਿਹੜਾ ਕਿਰਦਾਰ ਅਦਾ ਕਰ ਰਹੀ? ਜੀ IMS ਦੇ ਮੌਜੂ ਤੇ ਜਿਵੇਂ ਪਿਛਲੀ ਵਾਰੀ PTI ਦੀ ਗਵਰਨਮੈਂਟ ਜਦੋਂ ਆਈ ਸੀ ਪਾਵਰ ਦੇ ਵਿੱਚ ਤੇ ਉਹ IMF ਦੇ ਪ੍ਰੋਗਰਾਮ ਵਿੱਚ ਗਏ, ਤੇ ਉਸ ਟਾਈਮ ਵੀ ਮੈਂ ਤੇ ਡਾਕਟਰ ਸ਼ਹਬਾਜ਼ ਸਾਹਿਬ ਅਸਾਂ ਮਿਲ ਕੇ ਹੀ ਇੱਕ ਮਜ਼ਮੂਨ ਵੀ ਲਿਖਾ ਸੀ, ਉਹ ਇੱਥੇ UK ਦੇ ਵਿੱਚ ਹੀ ਛਪਿਆ ਸੀ ਕਿ ਇਹ ਤਰੀ ਵਾਰੀ ਜਿਹੜਾ ਨਾ ਪਾਕਿਸਤਾਨ ਦੇ ਪ੍ਰੋਗਰਾਮ ਵਿੱਚ 23rd ਟਾਈਮ ਨਾ ਉਹ ਜਾ ਰਿਹਾ ਸੀ ਪਾਕਿਸਤਾਨ IMF ਦੇ ਪ੍ਰੋਗਰਾਮ ਵਿੱਚ। ਤੇ ਜੇ ਇੰਨਾ ਚੰਗਾ ਹੁੰਦਾ ਤੇ ਕਦੋਂ ਦੇ ਸਾਡੇ ਹਾਲਾਤ ਸਵਰ ਗਏ ਹੋਣੇ। ਅਗਰ IMF ਜਾਣਾ ਚੰਗਾ ਹੁੰਦਾ ਤਾਂ ਫਿਰ ਫਸਟ ਜਾਂ ਸੈਕੰਡ ਪ੍ਰੋਗਰਾਮ ਵਿੱਚ ਹੀ ਸਾਰਾ ਕੁਝ ਹੱਲ ਹੋ ਜਾਣਾ ਸੀ। ਲੇਕਿਨ ਉਹਦੇ ਬਾਵਜੂਦ ਵੀ ਵੇਖ ਲਓ ਸਿਚੁਏਸ਼ਨ ਦੀ ਤੁਹਾਡੇ ਸਾਹਮਣੇ। IMF ਦੀ ਸਪੋਰਟ ਸਾਨੂੰ ਇਹਦੇ ਲਈ ਚਾਹੀਦੀ ਹੁੰਦੀ ਹੈ ਕਿਉਂਕਿ ਸਾਡੀਆਂ ਜਿਹੜੀਆਂ ਐਕਸਪੋਰਟ ਨੇ ਉਹ ਬਹੁਤ ਘੱਟ ਨੇ ਇੰਪੋਰਟ ਨਾਲੋਂ। ਜਿਹੜੇ ਅਸੀਂ ਬਰਾਮਦਾਤ ਕਰਦੇ ਹਾਂ ਉਹਨਾਂ ਦਾ ਹੁਜਮ ਉਹ ਕਾਫੀ ਘੱਟ ਹੈ ਜਿਹੜੀਆਂ ਅੱਜ ਕੱਲ ਅਸੀਂ ਜਿਹੜੀ ਬਰਾਮਦਾਤ ਕਰਦੇ ਹਾਂ। ਹਕੂਮਤ ਨੇ ਜਿਹੜੀ ਇੰਪੋਰਟ ਤੇ ਪਾਬੰਦੀਆਂ ਲਾਈਆਂ ਨੇ, ਕੀ ਸਮੇਂ ਦੀ ਉਹਨਾਂ ਦੇ ਨਾਲ ਫਰਕ ਪਵੇਗਾ? ਇਹਨਾਂ ਨੂੰ ਬੈਲੈਂਸ ਆਵੇਗਾ ਇੰਪੋਰਟ ਐਕਸਪੋਰਟ 'ਚ ਜਾਂ ਨਹੀਂ? ਸਰ ਉਹਦੇ ਨਾਲ ਮੁਸ਼ਕਲ ਹੈ ਪਾਬੰਦੀਆਂ ਸਿਰਫ ਲਾਉਣ ਦੇ ਨਾਲ, ਕਿਉਂਕਿ ਉਹਦੀ ਵਜ੍ਹਾ ਇਹ ਕਿ ਕਾਫੀ ਸਾਰੀਆਂ ਚੀਜ਼ਾਂ ਇੱਦਾਂ ਦੀਆਂ ਨੇ ਨਾ ਕਿ ਤੁਸੀਂ ਉਹਨਾਂ ਤੇ ਪਾਬੰਦੀਆਂ ਲਾ ਨਾ ਹੋ ਸਕਦੇ। ਮਿਸਾਲ ਦੇ ਤੌਰ ਤੇ ਜਿਹੜਾ 25% ਦੇ ਕਰੀਬ ਤੁਹਾਡੀਆਂ ਇੰਪੋਰਟ ਹੁੰਦੀਆਂ ਨੇ ਨਾ ਉਹ ਆਇਲ ਹੁੰਦਾ। ਹੁਣ ਤੁਸੀਂ ਅਗਰ ਆਇਲ ਐਨਰਜੀ ਪ੍ਰੋਡਕਟਸ ਇੰਪੋਰਟ ਨਾ ਕਰੋ ਤੇ ਫਿਰ ਤੁਹਾਨੂੰ ਮੁਲਕ ਬੰਦ ਕਰਨਾ ਪਏਗਾ। ਉਹਦਾ ਵੀ ਮੁਲਕ ਤੇ ਉਤੇ ਇਕਨੋਮਿਕ ਐਕਟੀਵਿਟੀ ਤੇ ਇੱਕ ਨੈਗੇਟਿਵ ਇਫੈਕਟ ਹੁੰਦਾ, ਮੰਨਫੀ ਉਹਦਾ ਅਸਰ ਪੈਂਦਾ ਹੈ। ਕਿਉਂਕਿ ਤੁਸੀਂ ਚਲਾਣੀਆਂ ਫੈਕਟਰੀਆਂ ਚਲਾਣੀਆਂ, ਗੱਡੀਆਂ ਚਲਾਣੀਆਂ, ਸਾਰੀ ਇਕਾਨਮੀ ਚਲਾਣੀ ਤੇ ਤੁਹਾਨੂੰ ਐਨਰਜੀ ਤਾਂ ਚਾਹੀਦੀ ਨਾ ਉਹਦੇ ਲਈ। ਇਹਦੇ ਲਈ ਬਾਕੀ ਵੀ ਜਿਹੜੀਆਂ ਚੀਜ਼ਾਂ ਨੇ ਸਟੀਲ ਹੋ ਗਈ ਜਾਂ ਫਿਰ ਕੁਝ ਆਇਲ ਹੋ ਗਿਆ, ਕੁਕਿੰਗ ਆਇਲ ਹੋ ਗਿਆ, ਫਾਰਮਾਸਿਊਟੀਕਲ ਜਾਂ ਮੈਡੀਸਨ ਤੁਹਾਡੀਆਂ ਹੋ ਗਈਆਂ, ਇਹ ਚੀਜ਼ਾਂ ਇੱਦਾਂ ਦੀਆਂ ਨੇ ਕਿ ਤੁਹਾਨੂੰ ਜ਼ਰੂਰੀ ਇੰਪੋਰਟ ਕਰਨੀਆਂ, ਇਹਨਾਂ ਦੇ ਬਗੈਰ ਗੁਜ਼ਾਰਾ ਨਹੀਂ ਹੈ। ਤੇ ਕੁਝ ਹੋ ਸਕਦਾ ਲਗਜ਼ਰੀ ਆਈਟਮ ਜਿਹੜੇ ਨੇ ਤੁਸੀਂ ਕਰ ਲਓ, ਉਹਨਾਂ ਤੇ ਪਾਬੰਦੀ ਲਾ ਲਓ, ਲੇਕਿਨ ਉਹਦੇ ਨਾਲ ਇੰਨਾ ਫਰਕ ਨਹੀਂ ਪੈਣਾ, ਠੀਕ ਹੈ ਨਾ। ਤੇ ਇਹਦੇ ਲਈ ਇਦਾਂ ਦੀ ਚੀਜ਼ਾਂ ਕਰਨ ਦੇ ਨਾਲ ਕੋਈ ਇੰਪੈਕਟ ਨਹੀਂ ਪੈਣਾ ਪਾਕਿਸਤਾਨ ਦੀ ਇਕਾਨਮੀ ਤੇ। ਜਿਹੜੀ ਇਸ ਤਰ੍ਹਾਂ ਦੇ ਜਿਹੜੇ ਹੁੰਦੇ ਨੇ ਨਾ, ਜਿਸ ਤਰ੍ਹਾਂ ਆਇਲ ਦੀ ਪ੍ਰਾਈਸਾਂ ਹੁਣ ਬਹੁਤ ਜ਼ਿਆਦਾ ਵੱਧ ਗਈਆਂ ਨੇ, ਠੀਕ ਹੈ। ਇਸ ਮੌਜੂ ਦੇ ਉੱਤੇ ਮੈਂ ਵੀ ਤੇ ਡਾਕਟਰ ਆਪਣਾ ਸ਼ਹਬਾਜ਼ ਸਾਹਿਬ ਕਾਫੀ ਤਹਿਕੀਕ ਕੀਤੀ ਅਸਾਂ ਨੇ ਨਾ, ਤੇ ਅਸਾਂ ਮਵਾਜ਼ਨਾ ਕੀਤਾ ਮੁਖਤਲਿਫ ਮੁਲਕਾਂ ਦਾ ਨਾ। ਤੇ ਇੱਕ ਜਿਹੜਾ ਅਸਾਂ ਲਿਖਿਆ ਸੀ ਮਜ਼ਮੂਨ ਤੇ ਕਾਫੀ ਅਸਾਂ ਤਹਿਕੀਕ ਕੀਤੀ ਉਹਦੇ ਤੇ, ਉਹ ਅਸਾਂ ਮਵਾਜ਼ਨਾ ਕੀਤਾ ਇੰਡੀਆ ਦਾ ਤੇ ਚਾਈਨਾ ਦਾ। ਹੁਣ ਚਾਈਨਾ ਕਾਫੀ ਚੀਜ਼ਾਂ ਐਕਸਪੋਰਟ ਕਰਦਾ, ਅੱਜ ਕੱਲ ਹਰ ਚੀਜ਼ ਹੀ ਚਾਈਨਾ ਦੀ ਬਣੀ ਹੋਈ ਹੈ, ਤੁਹਾਨੂੰ ਪਤਾ ਹੈ। ਤੇ ਚਾਈਨਾ ਵੀ ਇੰਪੋਰਟ ਕਰਦਾ ਨਾ એનર્ਜੀ ਤੇ ਆਇਲ ਵਗੈਰਾ ਤੇ ਇਦਾਂ ਦੀਆਂ ਚੀਜ਼ਾਂ, ਤੇ ਇੰਡੀਆ ਵੀ ਇੰਪੋਰਟ ਕਰਦਾ, ਲੇਕਿਨ ਇੰਡੀਆ ਦੀ ਐਕਸਪੋਰਟ ਚਾਈਨਾ ਦੇ ਮੁਕਾਬਲੇ ਦੀ ਨਹੀਂ ਨੇ। ਲੇਕਿਨ ਹੁਣ ਕੀ ਹੁੰਦਾ, ਜਦੋਂ ਆਇਲ ਪ੍ਰਾਈਸ ਜਾਂ ਕਿਸੇ ਚੀਜ਼ ਪ੍ਰਾਈਸ ਵੱਧ ਵੀ ਜਾਏ ਨਾ ਤੇ ਚਾਈਨਾ ਦੀ ਇਕਾਨਮੀ ਨੂੰ ਉਹਦਾ ਇਤਨਾ ਨੁਕਸਾਨ ਨਹੀਂ ਹੁੰਦਾ। ਮੇਰਾ ਇੱਕ ਦੋਸਤ ਇੱਕ ਦਿਨ ਕਹਿ ਰਿਹਾ ਸੀ ਕਿ ਵਜ਼ੀਰ ਆਜ਼ਮ ਪਾਕਿਸਤਾਨ 'ਚ ਜਿਹੜਾ ਵੀ ਆ ਜੇ ਉਹ ਮੁਲਕ ਨੂੰ ਬੁਹਰਾਨ 'ਚੋਂ ਨਹੀਂ ਕੱਢ ਸਕਦਾ, ਇਕਨੋਮਿਕ ਬੁਹਰਾਨ 'ਚੋਂ। ਤੇ ਕਹਿ ਰਿਹਾ ਸੀ ਇੱਕ ਹੀ ਸੂਰਤ ਹੈ ਕਿ ਚਾਈਨਾ ਦਾ ਵਜ਼ੀਰ ਆਜ਼ਮ ਹੀ ਆਵੇਦਾ ਇਸ ਮੁਲਕ 'ਚ ਤੇ ਤਾਂ ਹੀ ਕੰਮ। ਨਹੀਂ, ਇਹ ਮੈਂ ਕਿਸੇ ਨਾਲ ਗੱਲ ਕਰ ਰਿਹਾ ਸੀ ਕਿ ਯਾਰ ਇਹ ਇੱਥੇ ਇਕਨੋਮਿਸਟ ਹੁੰਦੇ ਨਾ UK ਵਿੱਚ, ਅਮਰੀਕਾ ਦੇ ਵਿੱਚ, ਉਹ ਬੜੀਆਂ ਗੱਲਾਂ ਕਰਦੇ ਨੇ ਜੀ, ਏਦਾਂ ਕਰ ਲਓ ਏਦਾਂ ਕਰ ਲਓ। ਮੈਂ ਕਿਹਾ ਇਹਨਾਂ ਨੂੰ ਜਿਹੜੀ ਇਕਾਨਮੀ ਮਿਲੀ ਹੋਈ ਹੈ ਨਾ, ਤੇ ਇਹਦੇ ਮਸਾਇਲ ਇੰਨੇ ਪੇਚੀਦਾ ਨਹੀਂ ਹਨ। ਇਹਨਾਂ ਨੂੰ ਕਹੋ ਨਾ ਕਿ ਤੁਸੀਂ ਪਾਕਿਸਤਾਨ ਦੀ ਇਕਾਨਮੀ ਤੁਹਾਨੂੰ ਦਈਏ ਤੇ ਫਿਰ ਕਹੀਏ ਕਿ ਹਾਂ ਹੁਣ ਸੁਣਾਓ, ਠੀਕ ਹੈ, ਤੁਸੀਂ ਕਿੱਦਾਂ ਮਹਿੰਗਾਈ ਘੱਟ ਕਰ ਸਕਦੇ ਹੋ, ਜਾਂ ਵੈਸੇ ਇਕਾਨਮੀ ਦੀ ਜਿਹੜੀ ਗਰੋਥ ਹੈ ਜਾਂ ਜਿਹੜੀ ਮਾਇਸ਼ੀ ਨਮੂ ਹੈ ਉਹਨੂੰ ਕਿਸ ਤਰ੍ਹਾਂ ਤੁਸੀਂ ਤੇਜ਼ ਕਰ ਸਕਦੇ ਹੋ। ਤੇ ਫਿਰ ਇਹਨਾਂ ਕੋਲ ਪੁੱਛੀਏ ਕਿ ਕਰਦੇ, ਕਿਉਂਕਿ ਇੱਥੇ ਤਾਂ ਇਹਨਾਂ ਮੁਲਕਾਂ ਦੇ ਵਿੱਚ ਤਾਂ ਇੱਕ ਆਲਰੇਡੀ ਡਿਵੈਲਪ ਇਕਾਨਮੀਆਂ ਨੇ ਤੇ ਇੰਨੇ ਮਸਾਇਲ ਨਹੀਂ ਹਨ ਜਿੰਨੇ ਪਾਕਿਸਤਾਨ ਦੀ ਇਕਾਨਮੀ ਦੇ ਨੇ। ਤੇ ਇਹਦੇ ਲਈ ਇਹਨੂੰ ਮੈਨੇਜ ਕਰਨਾ ਜ਼ਿਆਦਾ
ਆਸਾਨ ਹੈ ਐਜ਼ ਕੰਪੇਅਰ ਟੂ ਪਾਕਿਸਤਾਨੀ ਇਕਾਨਮੀ। ਤੇ ਠੀਕ ਹੈ, ਪਾਕਿਸਤਾਨ ਦੀ ਇਕਾਨਮੀ ਕੋਈ ਵੀ ਆ ਜਾਏ, ਕੋਈ ਵੀ ਹਕੂਮਤ ਆ ਜਾਏ, ਇਹ ਅਗਰ ਉਮੀਦ ਰੱਖਣੀ ਕਿ ਉਹ ਫੌਰਨ ਚੀਜ਼ਾਂ ਚੇਂਜ ਕਰ ਦੇਣਗੇ ਤੇ ਸਭ ਕੁਝ ਬਿਹਤਰੀਨ ਹੋ ਜਾਏਗਾ, ਤੇ ਬੜਾ ਮੁਸ਼ਕਲ ਹੈ। ਕਈ ਸਾਲ ਲੱਗਦੇ ਨੇ, 20 ਸਾਲ, 30 ਸਾਲ, 40 ਸਾਲ, ਇੰਨਾ ਲੰਬਾ ਤੁਹਾਡਾ ਸਫ਼ਰ ਹੁੰਦਾ ਹੈ। ਸਰ ਹੁਣ ਪੌਣੀ ਸਦੀ ਤੇ ਡਾਕਟਰ ਸਾਹਿਬ ਹੋ ਗਏ ਜੇ ਪਾਕਿਸਤਾਨ ਨੂੰ ਬਣਿਆ, ਇਹ ਹੀ ਸੁਣਦੇ ਆ ਰਹੇ ਹਾਂ ਕਿ ਹੋ ਜਾਏਗਾ ਹਾਂ ਠੀਕ। ਜੀ, ਨਹੀਂ, ਉਹ ਸਫ਼ਰ ਉਦੋਂ ਹੁੰਦਾ ਜਦੋਂ ਤੁਹਾਡੀ ਜਿਹੜੀ ਸਿਮਤ ਹੈ ਨਾ ਉਹ ਠੀਕ ਹੋਏ। ਠੀਕ ਸਿਮਤ ਉਸ ਪਟੜੀ ਤੇ ਚੜ ਜਾਓ ਤੇ ਫਿਰ ਵੀ ਤੁਹਾਨੂੰ ਜਿਹੜਾ ਹੈ ਨਾ 30-40 ਸਾਲ ਲੱਗਦੇ ਨੇ। ਤੁਸੀਂ ਵੇਖ ਲਓ, ਚਾਈਨਾ ਨੂੰ ਵੇਖ ਲਓ, 1979 ਵਿੱਚ 1979 ਚ ਨਾ ਉਹਨਾਂ ਓਪਨ ਕੀਤੀ ਇਕਾਨਮੀ, ਰੀਸਟਰਕਚਰਿੰਗ ਕੀਤੀ, ਲਿਬਰਲਾਈਜ਼ ਕੀਤੀ, ਕਾਫੀ ਸਾਰੀਆਂ ਚੇਂਜਸ ਲੈ ਕੇ ਆਏ ਉਹ ਆਪਣੀ ਇਕਾਨਮੀ ਦੇ ਵਿੱਚ, ਡੈਂਗ ਸ਼ਾਓਪਿੰਗ ਦੇ ਦੌਰ ਵਿੱਚ ਨਾ। ਤੇ ਹੁਣ ਉਹਨੂੰ ਤਕਰੀਬਨ 40, 45, 50 ਸਾਲ ਤੋਂ ਬਾਅਦ ਫਿਰ ਤੁਸੀਂ ਵੇਖ ਰਹੇ ਹੋ ਕਿ ਉਹ ਕਿੱਥੇ ਪਹੁੰਚ ਗਿਆ ਨਾ। ਤੇ ਕਾਫੀ ਟਾਈਮ ਲੱਗਦਾ ਹੈ ਡਿਵੈਲਪਮੈਂਟ ਲਈ। ਸਿਮਤ ਤੁਹਾਡੀ ਠੀਕ ਹੋਵੇ ਫਿਰ ਵੀ, ਤੇ ਇਹਦੇ ਲਈ ਪਾਕਿਸਤਾਨ ਫਟਾਫਟ ਪਾਕਿਸਤਾਨ ਦੇ ਮਸਾਇਲ ਜਾਂ ਕੋਈ ਬਹੁਤ ਜ਼ਿਆਦਾ ਤਰੱਕੀ ਕਰ ਜਾਏ, ਇਸ ਤਰ੍ਹਾਂ ਨਹੀਂ ਹੋਣ ਲੱਗਾ ਨਾ। ਕੁਇਕ ਫਿਕਸ ਜਿਹਨੂੰ ਕਹਿੰਦੇ ਨੇ ਨਾ ਇੰਗਲਿਸ਼ 'ਚ, ਤੇ ਉਹ ਮੁਸ਼ਕਿਲ ਨੇ, ਉਹ ਮੁਸ਼ਕਿਲ ਨੇ। ਮਤਲਬ ਪਾਕਿਸਤਾਨ ਕਲੀ ਤੇ ਸਰਿਉਂ ਨਹੀਂ ਜੰਮਣੀ, ਸਹੀ ਹੈ ਨਾ ਕੰਮ ਹੋ। ਜੀ ਜੀ ਬਿਲकुल, ਤਲੀਆਂ ਤੇ ਸਰੋਂ ਨਹੀਂ ਜੰਮਦੀ। ਜੀ ਡਾਕਟਰ ਪ੍ਰੋਫੈਸਰ ਮੁਹੰਮਦ ਸ਼ਹਬਾਜ਼ ਸਾਹਿਬ, ਕੀ ਕਹੋਗੇ? ਤੇਲ ਦੀਆਂ ਕੀਮਤਾਂ ਉੱਤੇ ਗਈਆਂ ਨੇ ਤੇ ਆਵਾਮ ਨੇ ਇਹ ਸਮਝਿਆ ਸੀ ਕਿ ਮੇ ਵੀ ਬਿਜਲੀ ਦੀ ਲੋਡ ਸ਼ੈਡਿੰਗ ਖਤਮ ਹੋ ਜਾਏਗੀ, ਉਹੀ ਰਾਤ ਤੇ ਉਹੀ ਪੈਂਤਰੇ। ਨਹੀਂ, ਉਹਦੇ 'ਚ ਇਹ ਨਾ, ਜਿਸ ਤਰ੍ਹਾਂ ਅਲੀ ਨਾਸਰ ਸਾਹਿਬ ਕਹਿ ਰਹੇ ਨੇ, ਕੁਇਕ ਫਿਕਸ ਕਰਨ ਤੋਂ ਪਹਿਲਾਂ ਹੋਰ ਬਹੁਤ ਸਾਰੇ ਕੰਮ ਨੇ ਸਾਨੂੰ ਕਰਨ ਦੀ ਲੋੜ ਹੈ। ਮਤਲਬ ਕਿ ਅਸੀਂ ਅਜੇ ਤੱਕ ਇਹ ਨਹੀਂ ਫੈਸਲਾ ਕਰ ਸਕੇ 75 ਸਾਲ 'ਚ। ਉਹ ਜਿਹੜਾ ਅਲੀ ਨਾਸਰ ਸਾਹਿਬ ਕਹਿ ਰਹੇ ਨੇ, ਉਹ ਤੇ ਜਦੋਂ ਅਸੀਂ ਸੋਚਾਂਗੇ ਜਾਂ ਸੋਚਣਾ ਸ਼ੁਰੂ ਕਰਾਂਗੇ, ਉਹ ਟਾਈਮ ਸਾਡਾ ਉੱਥੋਂ ਸ਼ੁਰੂ ਹੋਏਗਾ ਨਾ। ਤਾਂ ਹਜੇ ਤੇ ਦੇਖੋ ਨਾ, 75 ਸਾਲ 'ਚ ਅਸੀਂ ਇਹ ਡਿਸਾਈਡ ਨਹੀਂ ਕਰ ਪਾਏ ਕਿ ਛੁੱਟੀ ਜੁਮੇ ਦੀ ਕਰਨੀ ਹੈ, ਇਤਵਾਰ ਦੀ ਕਰਨੀ ਹੈ, ਇਤਵਾਰ ਦੀ ਛੁੱਟੀ ਕਰਨੀ ਹੈ, ਹਫਤੇ ਦੀ ਨਾਲ ਕਰਨੀ ਹੈ, ਕਿ ਜਾਂ ਜੁਮਾ ਹਫਤਾ ਕਰਨੀ ਹੈ, ਜਾਂ ਜੁਮਾ ਹਫਤਾ ਇਤਵਾਰ ਇਕੱਠੀ ਕਰਨੀ ਹੈ। ਅਸੀਂ 75 ਸਾਲ 'ਚ ਤੇ ਇਹ ਡਿਸਾਈਡ ਨਹੀਂ ਕਰ ਸਕੇ, ਠੀਕ ਹੈ। ਉਸ ਤੋਂ ਬਾਅਦ ਡਾਕਟਰ ਸਾਹਿਬ ਇੱਥੇ ਇੱਕ ਚੀਜ਼ ਮੈਂ ਐਡ ਕਰਨਾ ਚਾਹਾਂਗਾ, ਇਹ ਚੀਜ਼ ਡਿਸਾਈਡ ਕਰਦੀ ਹੈ ਹਰ ਨਵੀਂ ਆਉਣ ਵਾਲੀ ਹੁਕੂਮਤ, ਇੱਕ ਆਪਣੀ ਪਾਲਿਸੀ ਬਣਾਉਂਦੀ, ਅਗਲੀ ਆ ਕੇ ਉਹਦੀ ਨੂੰ ਰਿਵਰਸ ਕਰਕੇ ਤੇ ਆਪਣੀ ਬਣਾਉਂਦੀ। ਅਗਰ ਇੱਕ ਹੁਕੂਮਤ ਆਖੇ ਦੀ ਜੁਮੇ ਵਾਲੇ ਦਿਨ ਛੁੱਟੀ ਕਰਨੀ, 5 ਸਾਲ ਹੋ ਸਕਦਾ ਉਹੀ ਸਿਸਟਮ ਚੱਲੇ, ਨੈਕਸਟ 3, 4, 5 ਸਾਲ ਬਾਅਦ ਜਿਵੇਂ ਨੈਕਸਟ ਆਵੇ ਦੀ ਉਹ ਰਿਵਰਸ ਹੋ ਜਾਂਦੇ ਨੇ ਫੈਸਲੇ। ਕੋਈ ਵੀ ਪ੍ਰੋਜੈਕਟ, ਕੋਈ ਵੀ ਪਾਲਿਸੀ ਵੇਖ ਕੇ ਤੁਸੀਂ ਚੁੱਕ ਕੇ ਵੇਖ ਲਓ ਹੁਕੂਮਤ ਦੀ। ਜਿਸ ਤਰ੍ਹਾਂ ਮੈਂ ਮਿਸਾਲ ਦੇਣਾ ਆ, ਖਾਨ ਸਾਹਿਬ ਨੇ ਇਮਰਾਨ ਅਹਿਸਾਸ ਪ੍ਰੋਗਰਾਮ ਦੇ ਥਰੂ ਪਤਾ ਨਹੀਂ 10-12 ਹਜ਼ਾਰ ਰੁਪਇਆ ਗਰੀਬਾਂ ਦੀ ਮਦਦ ਕਰਨੀ ਸ਼ੁਰੂ ਕੀਤੀ ਸੀ। ਹੁਣ ਮੌਜੂਦਾ ਹੁਕੂਮਤ ਨੇ 2000 ਰੁਪਇਆ ਕੀਤਾ, ਔਰ ਖਾਨ ਸਾਹਿਬ ਨੇ ਵੀ ਬੇਨਜ਼ੀਰ ਨੂੰ ਰਿਪਲੇਸ ਕੀਤਾ ਸੀ ਇਨਕਮ ਸਪੋਰਟ ਫੰਡ ਨੂੰ। ਪਿਛਲੀਆਂ ਹੁਕੂਮਤਾਂ ਕੀ ਕਹੋਗੇ ਡਾਕਟਰ ਸ਼ਹਬਾਜ਼ ਸਾਹਿਬ? ਨਹੀਂ, ਉਹਦੇ 'ਚ ਮੇਰੇ ਖਿਆਲ ਕਿ ਪਿਛਲੀ ਗਵਰਨਮੈਂਟ ਦਾ ਜਿਹੜਾ ਅੱਛਾ ਕੰਮ ਸੀ, ਉਹ ਜਿਹੜਾ ਅਹਿਸਾਸ ਨੌਜਵਾਨ ਪ੍ਰੋਗਰਾਮ ਸੀ, ਉਹ ਅੱਛਾ ਪ੍ਰੋਗਰਾਮ ਸੀ ਉਹਨਾਂ ਦਾ। ਫਿਰ ਡਾਕਟਰ ਸਾਨੀਆ ਨਸ਼ਤਰ ਨੇ ਜਿਹੜਾ ਕੰਮ ਅੱਛਾ ਕੀਤਾ ਸੀ, ਉਹ ਕੰਮ ਅੱਛਾ ਸੀ। ਇਸ ਗਵਰਨਮੈਂਟ ਨੇ ਅਹਿਸਾਸ ਨੌਜਵਾਨ ਪ੍ਰੋਗਰਾਮ ਮੇਰੇ ਖਿਆਲ ਅਡਾਪਟ ਕੀਤਾ ਹੈ। ਬਾਕੀ ਉਹ ਤੋਂ ਬੇਨਜ਼ੀਰ ਇਨਕਮ ਸਪੋਰਟ ਪ੍ਰੋਗਰਾਮ ਹੀ ਹੈ, ਜਿਹਦੇ 'ਚੋਂ 2000 ਰੁਪਇਆ ਉਸ ਮਾਦੇ ਦਿੱਤਾ ਜਾ ਰਿਹਾ। ਲੇਕਿਨ ਇਸ਼ੂ ਇਹ ਨਹੀਂ ਹੈਗਾ ਕਿ ਕਦੇ ਤੁਸੀਂ ਪੈਸੇ ਲੈਪਟਾਪ ਸਕੀਮ ਵਿੱਚ ਤੁਸੀਂ ਪਾ ਦਿਓ, ਕਦੇ ਪੈਸੇ ਤੁਸੀਂ ਜਾਂ ਤਨੂਰ 'ਚ ਪਾ ਦਿਓ, ਜਾਂ ਕਦੇ ਤੁਸੀਂ ਆਪਣਾ ਟੈਕਸੀ 'ਚ ਪਾ ਦਿਓ, ਜਾਂ ਕਦੇ ਤੁਸੀਂ ਪੈਸੇ ਅਹਿਸਾਸ ਨੌਜਵਾਨ ਪ੍ਰੋਗਰਾਮ 'ਚ ਪਾ ਦਿਓ। ਇਸ਼ੂ ਇਹ ਵੇ ਕਿ ਸਾਨੂੰ ਪਰਮਾਨੈਂਟ ਬੇਸਿਸ ਤੇ ਉਹ ਕੰਮ ਕਰਨੇ ਚਾਹੀਦੇ ਨੇ, ਜਿਹਦੇ ਵਾਸਤੇ ਮੈਂ ਪਿਛਲੇ ਪ੍ਰੋਗਰਾਮ 'ਚ ਜ਼ਿਕਰ ਕਰ ਚੁੱਕਿਆ ਕਿ ਕਮ ਸੇ ਕਮ ਜਿਤਨੇ ਸਟੇਕ ਹੋਲਡਰਸ ਨੇ, ਇਹਨਾਂ ਨੂੰ ਇਕੱਠੇ ਹੋ ਕੇ ਬੈਠਣਾ ਚਾਹੀਦਾ ਹੈ ਔਰ ਬੈਠ ਕੇ ਸੋਚਣਾ ਚਾਹੀਦਾ ਕਿ ਅਗਲੇ 25 ਜਾਂ 30 ਸਾਲ ਸਾਡੀ ਇਹ ਡੈਸਟੀਨੇਸ਼ਨ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਇਹ ਸਾਡੇ ਆਬਜੈਕਟਿਵਸ ਨੇ। ਇਹਨਾਂ 25 ਜਾਂ 30 ਸਾਲ ਜਿਹੜਾ ਮਰਜ਼ੀ ਗਵਰਨਮੈਂਟ ਜਾਂ ਰਜੀਮ ਚੇਂਜ ਹੋਏ, ਤੇ ਅਸਾਂ ਜਿਹੜੀ ਪਾਲਿਸੀ ਜਾਂ ਪਲਾਨ ਦਾ 25-30 ਸਾਲ ਦਾ ਉਹਨੂੰ ਅਸਾਂ ਚੇਂਜ ਨਹੀਂ ਕਰਨਾ। ਹਾਂ, ਅਸੀਂ ਐਨੂਅਲ ਬੇਸਿਸ ਤੇ ਮੋਨੀਟਰਿੰਗ ਕਰਾਂਗੇ, ਠੀਕ ਹੈ। ਕੋਈ ਵੀ ਗਵਰਨਮੈਂਟ ਆਏ 5 ਸਾਲ ਪੂਰੇ ਕਰੇ, ਨਵੀਂ ਗਵਰਨਮੈਂਟ ਆਏ ਪਿਛਲੀ ਗਵਰਨਮੈਂਟ ਦੇ ਜਿਹੜੇ ਪ੍ਰੋਜੈਕਟਸ ਨੇ ਜਾਂ ਉਹਨਾਂ ਨੂੰ ਬਜਾਏ ਕੈਂਸਲ ਕਰਨ ਦੇ ਉਹਨਾਂ ਨੂੰ ਸਸਟੇਨ ਕਰੋ ਜਾਂ ਉਹਨਾਂ ਨੂੰ ਨਾਲ ਲੈ ਕੇ ਚਲੋ, ਤਾਂ ਕਿ ਸਾਨੂੰ ਪਤਾ ਚੱਲੇ ਕਿ 25-30 ਸਾਲ ਬਾਅਦ ਅਸਾਂ ਕੀ ਕਰਨਾ ਹੈ। ਤੇ ਇਹ ਨਾ ਹੋਵੇ ਕਿ 25-30 ਸਾਲ ਤੁਸੀਂ ਪਲਾਨ ਬਣਾ ਲਓ, ਠੀਕ ਹੈ, ਉਸ ਤੋਂ ਬਾਅਦ 5 ਸਾਲ ਗਵਰਨਮੈਂਟ ਪੂਰਾ ਕਰਦੀ ਹੈ, ਅਗਲੀ ਗਵਰਨਮੈਂਟ ਵਿੱਚ ਹੋਰ ਕੁਝ ਚੀਜ਼ਾਂ ਵਿੱਚ ਆਪਣਾ ਲਾਂਝ ਆ ਜਾਏ, ਤਾਂ ਉਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਪ੍ਰੋਪਰ ਤਰੀਕੇ ਨਾਲ ਕੰਮ ਕਰਨ ਦਿਓ। ਤੇ ਇਹ ਜਦੋਂ ਸੂਰਤ ਹੋਏਗੀ, ਤੇ ਮੇਰੇ ਖਿਆਲ 'ਚ ਬੀਇੰਗ ਐਨ ਇਕਨੋਮਿਸਟ, ਤੁਸੀਂ ਚਾਈਨਾ ਨੂੰ ਦੇਖੋ ਜਾਂ ਤੁਸੀਂ ਆਪਣਾ ਬੰਗਲਾਦੇਸ਼ ਨੂੰ ਦੇਖੋ, ਤੁਸੀਂ ਇੰਡੀਆ ਨੂੰ ਦੇਖੋ, ਤੇ ਮਲੇਸ਼ੀਆ ਨੂੰ ਤੁਸੀਂ ਦੇਖੋ, 20-25 ਸਾਲ ਦੇ ਪਲਾਨ ਸਨ ਸਰ, ਤੋਂ ਰਿਜ਼ਲਟ ਜਿਹੜਾ ਉਸ ਡਿਊਰੇਸ਼ਨ ਤੋਂ ਪਹਿਲੇ ਉਹਨਾਂ ਨੂੰ ਮਿਲਣਾ ਸ਼ੁਰੂ ਹੋ ਗਏ ਸਨ। ਇਹਨਾਂ ਚੀਜ਼ਾਂ ਨੂੰ ਦੇਖਿਆ ਜਾਏ ਤਾਂ ਮੇਰਾ ਕਿ ਹੁਣ ਵੀ ਅਗਰ ਇਹ ਸੋਚਣਾ ਸ਼ੁਰੂ ਕਰਨ, ਕਿਉਂਕਿ ਜਦੋਂ ਕੌਮਾਂ ਬਣਦੀਆਂ ਨਾ ਸਰ, ਤਾਂ ਉਹਨਾਂ ਨੂੰ 75 ਸਾਲ ਕੀ ਸਦੀਆਂ ਲੱਗ ਜਾਂਦੀਆਂ ਨੇ। ਅਸੀਂ ਬੜੇ ਅੱਛੇ ਤਰੀਕੇ ਨਾਲ ਜਾਂ ਬੜੀ ਖੁਸ਼ੀ ਨਾਲ ਕੰਪੇਅਰ ਕਰਨੇ ਆ ਪਾਕਿਸਤਾਨ ਯੂਕੇ ਦੇ ਨਾਲ। ਯੂਕੇ ਤੋਂ ਤੁਸੀਂ ਬੈਠੇ ਹੋਏ ਦੋਸਤ ਦੱਸੋ ਦੀ ਕਿਤਨੇ 100 ਸਾਲ ਪੁਰਾਣੀ ਹਿਸਟਰੀ ਹੈ। ਅਸੀਂ ਪਾਕਿਸਤਾਨ ਨੂੰ ਅਮਰੀਕਾ ਦੇ ਨਾਲ ਕੰਪੇਅਰ ਕਰਨਾ ਸ਼ੁਰੂ ਕਰ ਦਿੰਦੇ। ਤੁਸੀਂ ਦੇਖੋ ਅਮਰੀਕਾ ਦੀ ਕਿੰਨੇ 100 ਸਾਲ ਹਿਸਟਰੀ ਹੈ।
ਅਸੀਂ ਬਹਿ ਕੇ ਪਾਕਿਸਤਾਨ ਨੂੰ ਚਾਈਨਾ ਨਾਲ ਕੰਪੇਅਰ ਕਰਨਾ ਸ਼ੁਰੂ ਕਰ ਦਿੰਦੇ। ਚਾਈਨਾ ਦੀ 2000 ਸਾਲ ਪੁਰਾਣੀ ਹਿਸਟਰੀ ਹੈ, ਪਾਕਿਸਤਾਨ ਦੀ 75 ਸਾਲ ਹੋਏ ਨੇ। ਤੇ ਇਹਦਾ ਮਤਲਬ ਇਹ ਨਹੀਂ ਕਿ ਮਾਯੂਸੀ ਫੈਲ ਜਾਣੀ ਚਾਹੀਦੀ ਹੈ, ਚੀਜ਼ਾਂ ਹੋ ਸਕਦੀਆਂ, ਲੇਕਿਨ ਉਹੀ ਗੱਲ ਮੈਂ ਕਰ ਰਿਹਾ ਕਿ ਅਸੀਂ ਸੋਚਣਾ ਤੇ ਸ਼ੁਰੂ ਕਰੀਏ। ਅਸੀਂ ਤੇ ਅਜੇ ਜੁਮਾ ਇਤਵਾਰ ਦੀ ਛੁੱਟੀ ਤੋਂ ਬਾਹਰ ਨਿਕਲੇ, ਠੀਕ ਹੈ ਜੀ। ਅਸੀਂ ਅਜੇ ਤੱਕ ਇਹ ਫੈਸਲਾ ਨਹੀਂ ਕਰ ਪਾਏ ਕਿ ਪਿਛਲੀ ਕੌਮ ਦੇ ਜਿਹੜੇ ਚੰਗੇ ਕੰਮ ਨੇ, ਠੀਕ ਹੈ, ਸਾਨੂੰ ਉਹਨਾਂ ਦੇ ਚਿਹਰੇ ਨਾਲ ਕੋਈ ਪਰੇਸ਼ਾਨੀ ਸੀ ਜਾਂ ਸਾਨੂੰ ਉਹਨਾਂ ਨਾਲ ਦੁਸ਼ਮਣੀ ਸੀ, ਜਿਹੜੇ ਕੋਈ ਅੱਛੇ ਕੰਮ ਨੇ ਉਹਨਾਂ ਨੂੰ ਇਸ ਨਾਲ ਲੈ ਕੇ ਚੱਲੀਏ। ਔਰ ਸਾਨੂੰ ਇਹਦੇ 'ਚ ਮੈਂ ਕੋਈ ਸ਼ਰਮ ਨਹੀਂ ਹੋਣੀ ਚਾਹੀਦੀ। ਔਰ ਦੋਨਾਂ ਸਾਈਡਾਂ ਨੂੰ ਇਮਰਾਨ ਖਾਨ ਸਾਹਿਬ ਨੂੰ ਚਾਹੀਦਾ ਹੈ ਕਿ ਉਹਨਾਂ ਨੂੰ ਬਹਿਣਾ ਚਾਹੀਦਾ ਇਹਨਾਂ ਨਾਲ, ਇਸ ਗਵਰਨਮੈਂਟ ਨੂੰ ਇਨਵਾਈਟ ਕਰਨਾ ਚਾਹੀਦਾ, ਆਓ ਵੀ ਬੈਠੀਏ ਮੁਲਕ ਦੀ ਖਾਤਰ। ਮੁਲਕ ਬਿਲਕੁਲ ਉਸ ਵਾਰੀ ਤੇ ਖੜਾ ਹੈ, ਦੀਵਾਲੀਆ ਮਤਲਬ ਕਿ ਪਨ ਸਾਡੇ ਬੜੇ ਨਜ਼ਦੀਕ ਹੈ। ਆਓ ਮੁਲਕ ਦੀ ਖਾਤਰ ਸਾਰੇ ਇਕੱਠੇ ਹੋ ਕੇ ਬੈਠੀਏ। ਜਿਹੜੇ ਕੋਈ ਤੁਹਾਡੀ ਤਰਫੋਂ ਸੁਜੈਸ਼ਨ ਨੇ ਉਹ ਸਾਨੂੰ ਦਿਓ, ਜਿਹੜੇ ਸਾਡੇ ਤਰਫੋਂ ਸੁਜੈਸ਼ਨ ਨੇ ਅਸੀਂ ਤੁਹਾਨੂੰ ਦਿੰਦੇ ਹਾਂ, ਤੇ ਮਿਲ ਬੈਠ ਕੇ ਪਲਾਨ ਬਣਾ ਕੇ ਮੁਲਕ ਨੂੰ ਲੈ ਕੇ ਚੱਲੀਏ, ਕਿਉਂਕਿ ਮੁਲਕ ਹੈ ਤਾਂ ਸਾਰਾ ਕੁਝ ਹੈ ਨਾ। ਸਹੀ ਹੈ। ਡਾਕਟਰ ਸ਼ਹਿਬਾਜ਼ ਸਾਹਿਬ, ਇਹ ਵੀ ਦੱਸੋ ਕਿ ਜਿਹੜਾ ਬਜਟ ਆਇਆ ਮੌਜੂਦਾ, ਇਹਦੇ ਬਾਰੇ ਤੁਹਾਡੇ ਕੀ ਤਾਸਰ? ਹਾਂਜੀ, ਇਹਦੇ ਬਾਰੇ ਮੈਂ ਪਿਛਲੇ MM ਨਿਊਜ਼ TV ਅਖਬਾਰ 'ਚ ਇੱਕ ਬੜਾ ਅੱਛਾ ਆਰਟੀਕਲ ਪਬਲਿਸ਼ ਮੇਰਾ ਹੋਇਆ। ਇਹ ਤਾਂ ਟੋਟਲੀ IMF ਦਾ ਡਿਜ਼ਾਈਨ ਬਜਟ। ਇਹਦੀ ਮੇਰਾ ਨਹੀਂ ਖਿਆਲ ਗਵਰਨਮੈਂਟ ਦੇ ਕੋਲ ਕੋਈ ਇੰਡੀਪੈਂਡੈਂਸ ਹੈ ਜਿਹਨਾਂ ਕੋਲ ਆਪਣੀ ਮਰਜ਼ੀ ਦੇ ਨਾਲ ਫੈਸਲਾ ਕੀਤਾ ਹੋਏਗਾ। ਇਹ ਸਾਰਾ ਦਾ ਸਾਰਾ ਇਨਫਲੂਐਂਸ ਬਜਟ। ਇਹਦੇ ਮਤਲਬ ਕਿ ਬੜੇ ਆਸਾਨ ਲਫ਼ਜ਼ਾਂ ਤੁਸੀਂ IMF ਦਾ ਬਜਟ ਕਹਿ ਸਕਦੇ ਹੋ। ਔਰ ਦੇਖੋ IMF, ਜਿਸ ਤਰ੍ਹਾਂ ਤੁਹਾਡੀ ਗੱਲ ਅਲੀ ਨਾਸਰ ਸਾਹਿਬ ਨਾਲ ਹੋ ਰਹੀ ਸੀ ਕਿ IMF ਨੇ ਤੁਹਾਨੂੰ ਪੈਸੇ ਦਿੱਤੇ ਨਾ, ਜ਼ਾਹਿਰ ਉਹਨਾਂ ਤੋਂ ਇਹ ਕਹਿਣਾ ਕਿ ਆਪਣੇ ਅਨਪ੍ਰੋਡਕਟਿਵ ਐਕਸਪੈਂਡੀਚਰ ਤੁਸੀਂ ਘੱਟ ਕਰੋ ਤਾਂ ਕਿ ਤੁਹਾਡਾ ਜਿਹੜਾ ਤੁਹਾਡਾ ਬਜਟ ਸਾਰਾ ਉਹ ਤੁਹਾਡਾ ਘੱਟ ਹੋਵੇ। ਹੁਣ ਇਸ਼ੂ ਇਹ ਕਿ ਉਸ ਸੁਜੈਸ਼ਨ ਨੂੰ ਅਸੀਂ ਕਿੰਨਾ ਸੀਰੀਅਸਲੀ ਲੈਂਦੇ ਹਾਂ। ਮੁਲਕ ਵਿੱਚ ਤੇਲ ਦਾ ਬੁਹਰਾਨ, ਤੇਲ ਇਤਨਾ ਮਹਿੰਗਾ ਹੋ ਗਿਆ ਹੈ, ਠੀਕ ਹੈ ਜੀ। ਔਰ ਹੁਣ ਬਕਾਇਦਾ ਮਹਿੰਗਾਈ ਬੜੀ ਫੀਲ ਹੁੰਦੀ ਹੈ। ਮੇਰਾ ਜਿਹੜਾ ਮਿਡਲ ਕਲਾਸ ਤਬਕਾ ਉਸ ਨੂੰ ਜ਼ਿਆਦਾ ਫੀਲ ਹੁੰਦੀ ਹੈ। ਅਬ ਜ਼ਾਹਿਰ ਜਿਹੜਾ ਅਮੀਰ ਹੈ, ਜਿਹਦੇ ਕੋਲ ਪੈਸੇ ਇੰਨੇ ਜ਼ਿਆਦਾ ਨੇ ਬੇਹਿਸਾਬ, ਉਹਨੂੰ ਕੀ ਲੋੜ ਹੈ? ਗਰੀਬ ਬੰਦਾ ਹੈ, ਵੈਸੇ ਗਰੀਬ, ਉਹਨੂੰ ਇਹਨਾਂ ਚੀਜ਼ਾਂ ਨਾਲ ਕੋਈ ਪਰੇਸ਼ਾਨੀ ਨਹੀਂ ਹੈਗੀ ਕੋਈ। ਤਾਂ ਵਿੱਚ ਰਹਿ ਗਿਆ ਤੁਹਾਡਾ ਮਿਡਲ ਤਬਕਾ, ਠੀਕ ਹੈ ਜੀ। ਉਹਦੇ ਵਿੱਚ ਤੁਸੀਂ ਦੇਖੋ ਕਿ ਬੜਾ ਸੀ ਜਿਹਾ ਜਨਾਬ ਵਾਲਾ ਐਲਾਨ ਕੀਤਾ ਹੈ, ਕੈਬਨਿਟ ਜਿਹੜੀ ਉਹਦੇ ਵਜ਼ੀਰਾਂ ਨੂੰ 40% ਤੇਲ ਜਿਹੜਾ ਨਾ ਉਹ ਇਨਸੈਂਟਿਵ ਕਰ ਦਿੱਤਾ ਗਿਆ। ਔਰ ਬਈ ਉਹਨਾਂ ਦਾ 100% ਤੁਸੀਂ ਘੱਟ ਕਿਉਂ ਨਹੀਂ ਕਰਦੇ? ਮਤਲਬ ਕਿ ਜਿਤਨੇ ਤੁਹਾਡੇ ਪਬਲਿਕ ਹੋਲਡਰ ਆਫਿਸ ਨੇ, ਉਹਦੇ ਜਿੰਨੇ ਤੁਹਾਡੇ ਚੇਅਰਮੈਨ ਸਾਰੇ, ਇਹਨਾਂ ਦੀ ਅੱਛੀ ਖਾਸੀ ਤਨਖਾਹਾਂ ਹੁੰਦੀਆਂ ਨੇ, ਤੇਲ ਅਫੋਰਡ ਕਰ ਸਕਦੇ ਨੇ, ਤੇ ਇਹਨਾਂ ਸਾਰਿਆਂ ਨੂੰ ਇਨਸੈਂਟਿਵ ਦਾ ਤੁਸੀਂ ਤੇਲ ਦੇ ਰਹੇ ਹੋ, ਉਸਨੂੰ ਤੁਸੀਂ ਖਤਮ ਕਰੋ, ਠੀਕ ਹੈ। ਫਿਰ ਤੁਸੀਂ ਆਪਣਾ ਪਬਲਿਕ ਟਰਾਂਸਪੋਰਟ ਦੀ ਤਰਫ ਤਵੱਜੋ ਤੇ ਤੁਸੀਂ ਇੱਕੋ ਤਰ੍ਹਾਂ ਦੇ ਕੋੜਾ ਘੁੱਟ ਕਿਉਂ ਨਹੀਂ ਭਰਦੇ? ਤੁਸੀਂ 2-2 4-4 ਤੁਸੀਂ ਬੱਸਾਂ ਮੰਗਵਾਉਂਦੇ, ਮੈਟਰੋ ਕਦੇ ਲਾਹੌਰ ਤੋਂ ਚਲਾਈ ਦੀਆਂ, ਕਦੇ ਕਰਾਚੀ ਤੋਂ ਚਲਾਈ ਦੀਆਂ, ਤੇ ਬਿਲਕੁਲ ਇੱਕੋ ਦਫਾ ਕੜਵਾ ਘੁੱਟ ਭਰੋ ਨਾ, ਤੇ ਪੂਰੇ ਮੁਲਕ ਹੀ ਚਲਾਓ। ਤੁਸੀਂ ਅੱਜ ਤੁਸੀਂ ਨੀਦਰਲੈਂਡ ਤੁਸੀਂ ਦੇਖੋ, 1977 ਦਾ 71 ਦਾ ਤੁਸੀਂ ਨੀਦਰਲੈਂਡ ਦੇਖੋ, ਅੱਜ ਤੁਸੀਂ ਨੀਦਰਲੈਂਡ ਦੇਖੋ, ਉਹ ਜਿੱਥੇ 1977 ਜਾਂ 71 ਚ ਗੱਡੀਆਂ ਦੀ ਪਰ ਮਾਰਚ ਦੇ ਬਾਜ਼ਾਰਾਂ ਦੀ, ਅੱਜ ਨਾ ਉਹਦੇ ਬਾਜ਼ਾਰਾਂ 'ਚ ਲੋਕ ਸਾਈਕਲ ਚਲਾ ਰਹੇ ਨੇ। ਸਰ, ਇਹ ਕਲਚਰ ਤੁਹਾਨੂੰ ਮੁਤਾਰਫ ਕਰਾਉਣਾ ਚਾਹੀਦਾ, ਔਰ ਇਹ ਕਲਚਰ ਉਦੋਂ ਮੁਤਾਰਫ ਹੋਏਗਾ ਜਦੋਂ ਹੁਕਾਮੇ ਬਾਲਾ ਦੇ ਜੋ ਕੋਈ ਬੰਦਾ ਜਿਹੜਾ ਉਹ ਕੈਬਨਿਟ 'ਚ ਸਾਈਕਲ ਤੇ ਜਾਏਗਾ, ਠੀਕ ਹੈ ਜੀ। ਜਾਂ ਪ੍ਰੈਜ਼ੀਡੈਂਟ ਸਾਹਿਬ ਸਾਈਕਲ ਤੇ ਜਾਣਦੇ, ਪ੍ਰਾਈਮ ਮਿਨਿਸਟਰ ਸਾਹਿਬ ਸਾਈਕਲ ਤੇ ਜਾਣਦੇ, ਪੈਰਿਸ ਦੇ ਪ੍ਰੋਟੋਕੋਲ ਤੇ ਜਾਣਦੇ, ਤਾਂ ਫਿਰ ਆਸਟੈਰਿਟੀ ਔਰ ਚੀਜ਼ਾਂ ਨੂੰ ਬਜਟ ਉਹ ਸ਼ੁਰੂ ਹੋਣਗੀਆਂ। ਖਾਲੀ ਮੈਨੂੰ ਤੁਸੀਂ ਦੱਸੋ, ਉਹ 40% ਦੇ ਕਰਨ ਦੇ ਨਾਲ ਕਿੰਨਾ ਕੁ ਫਾਇਦਾ ਹੋਇਆ ਆਵਾਮ ਨੂੰ? ਔਰ ਫਿਰ ਤੁਸੀਂ ਕਹਿੰਦੇ ਜਨਾਬ ਵਾਲਾ ਕਿ ਬਜਟ ਤੁਸੀਂ ਪੇਸ਼ ਕੀਤਾ, ਉਸ ਤੋਂ ਪਹਿਲਾਂ ਤਾਂ ਕਹਿੰਦੇ ਜੀ ਹਾਂ ਕੋਈ ਸਖਤ ਫੈਸਲੇ, ਬਸ ਇੱਕ ਤਾਂ ਸਖਤ ਫੈਸਲੇ ਕਰ ਲੈ। ਜੋ ਹੀ ਬਜਟ ਪੇਸ਼ ਹੋਇਆ ਨਾਲ ਫਿਰ ਤਾਂ ਕਹਿਣਾ ਸ਼ੁਰੂ ਕਰ ਲਿਆ ਜੋ ਸਖਤ ਫੈਸਲੇ ਫਿਰ ਸਾਨੂੰ ਕਰਨੇ ਪੈਣਗੇ, ਵਰਨਾ IMF ਸਾਨੂੰ ਪਰੇਸ਼ਾਨ ਕਰੇਗਾ। ਅਜੇ ਪਰੇਸ਼ਾਨੀ ਤਾਂ ਹੋਏਗੀ, ਕਿਉਂਕਿ ਅੱਜ ਤੋਂ ਥੋੜਾ ਖਬਰ ਪੜ ਰਿਹਾ ਸੀ ਕਿ ਪਾਕਿਸਤਾਨ ਫਰਵਰੀ ਤੱਕ ਗ੍ਰੇ ਲਿਸਟ ਰਹੇਗਾ। ਇੱਕ ਨਵਾਂ ਆਪਣਾ ਤੁਸੀਂ ਕਹ ਲਓ ਕਿ ਪਰੇਸ਼ਾਨੀ ਦਾ ਨਾ ਇੰਸਟਰੂਮੈਂਟ ਸ਼ੁਰੂ ਹੋ ਗਿਆ। ਸਹੀ ਹੈ ਪ੍ਰੋਫੈਸਰ ਸਾਹਿਬ, ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਵਜ਼ੀਰ ਆਜ਼ਮ ਤਰੱਕੀ ਯਾਫਤਾ ਮੁਲਕਾਂ ਦੇ ਵਿੱਚ ਸਾਈਕਲ ਜਾਂ ਮੋਟਰਸਾਈਕਲ ਤੇ ਟਰੈਵਲ ਕਰਦੇ ਨੇ, ਇੱਥੇ ਸਿਕਿਉਰਿਟੀ ਉਹਨਾਂ ਨੂੰ ਤਹਫੁਜ਼ ਹੁੰਦਾ। ਪਾਕਿਸਤਾਨ ਦੇ ਵਿੱਚ ਤੇ ਬੁਲਟ ਪ੍ਰੂਫ ਗੱਡੀਆਂ ਦੇ ਵਿੱਚ ਵੀ ਵਜ਼ੀਰ ਆਜ਼ਮ ਸਫ਼ਰ ਕਰਨ ਤੇ ਇਨਸਿਕਿਉਰਿਟੀ ਫੀਲ ਕੀਤੀ ਜਾਂਦੀ ਹੈ, ਤੇ ਕਿਸ ਤਰ੍ਹਾਂ ਉਹ ਸਾਈਕਲ ਤੇ ਸਫ਼ਰ ਕਰਨ? ਉਹ ਦੇਖੋ ਜੀ, ਇਨਸਿਕਿਉਰਿਟੀ ਇਹਨਾਂ ਦਾ ਮੁਲਕ ਹੈ ਨਾ, ਮਤਲਬ ਕਿ ਮੇਰਾ ਤੁਹਾਡਾ ਮੁਲਕ ਨਹੀਂ ਹੈਗਾ, ਮੁਲਕ ਸਾਡੇ ਸਾਰਿਆਂ ਦਾ ਹੈ, ਠੀਕ ਹੈ। ਤੇ ਜਿੱਥੇ ਕੋਈ ਆਵਾਮ ਬਗੈਰ ਪ੍ਰੋਟੋਕੋਲ ਬਾਹਰ ਨਿਕਲਣਾ ਹੈ, ਆਵਾਮ ਦੇ ਕੋਲ ਕੋਈ ਸਿਕਿਉਰਿਟੀ ਵਾਲਾ ਨਹੀਂ ਹੈਗਾ ਕੋਈ, ਤੇ ਫਿਰ ਇਹਨਾਂ ਨੂੰ ਮੇਰੇ ਇਸ ਤਰ੍ਹਾਂ ਨਿਕਲਣਾ ਚਾਹੀਦਾ। ਉਹੀ ਮੈਂ ਤੁਹਾਡੇ ਨਾਲ ਗੱਲ ਕਰਨਾ ਕਿ ਜਿੰਦੇ ਤੱਕ ਤੁਸੀਂ ਆਪਣੇ ਆਵਾਮ ਨੂੰ ਬੜੀ ਅੱਛੀ ਐਗਜ਼ਾਮਪਲ ਹੈ, ਮਲੇਸ਼ੀਆ ਨੇ ਪਹਿਲੀ ਆਪਣੀ ਗੱਡੀ ਇੰਟਰੋਡਿਊਸ ਕਰਵਾਈ, ਠੀਕ ਹੈ। ਉਹ ਗੱਡੀ ਦੀ ਕੁਆਲਿਟੀ ਕੋਈ ਅੱਛੀ ਨਹੀਂ ਸੀ ਹੈਗੀ ਕੋਈ, ਉਸ ਆਪਣਾ ਕੰਪਨੀ ਨੂੰ ਬਾਕੀ ਜਿਹੜੀ ਕੰਪਨੀਆਂ ਇੰਟਰਨੈਸ਼ਨਲ ਦੇ ਨਾਲ ਕੰਪੀਟੀਸ਼ਨ ਫੇਸ ਕਰਨਾ ਪਿਆ ਸੀ। ਤੁਸੀਂ ਜਾਂ ਵੇਖੋ ਜਾਂ ਪਿਛਲੇ ਜਿਹੜੇ ਦੌਰ ਸੀ ਦਾ ਮਹਾਤਿਰ ਮੁਹੰਮਦ ਨੇ ਕੀ ਕੀਤਾ? ਮਹਾਤਿਰ ਮੁਹੰਮਦ ਨੇ ਆਪਣੀ ਲੋਕਲ ਮੈਨੂਫੈਕਚਰ ਗੱਡੀ ਸੀ, ਉਹ ਇਹਦੋਂ ਸਫ਼ਰ ਕਰਨਾ ਸ਼ੁਰੂ ਕਰਤਾ। ਹਰ ਵੀਕਐਂਡ ਜਨਾਬ ਲੰਬੀ ਡਰਾਈਵ ਕਰਦਾ, ਲੋਕਾਂ ਨੇ ਇੱਕ ਵੀਕਐਂਡ ਦੇਖਿਆ, 2 ਵੀਕਐਂਡ ਦੇਖਿਆ, 3 ਵੀਕਐਂਡ ਦੇਖਿਆ, 4 ਵੀਕਐਂਡ ਦੇਖੋ ਨਾ। ਸੋਚਿਆ ਕਿ ਸਾਡਾ ਪ੍ਰਾਈਮ ਮਿਨਿਸਟਰ ਸਾਡੀ ਲੋਕਲ ਮੈਨੂਫੈਕਚਰ ਗੱਡੀ ਤੇ ਸਫ਼ਰ ਕਰ ਸਕਦਾ ਹੈ, ਫਿਰ ਸਾਨੂੰ ਵੀ ਆਪਣਾ ਇਹ ਗੱਡੀ ਤੇ ਸਫ਼ਰ ਕਰਨਾ ਚਾਹੀਦਾ। ਜਨਾਬ ਵਿਦਨ ਈਅਰਸ ਉਹ ਲੋਕਲ ਮੈਨੂਫੈਕਚਰ ਕੰਪਨੀ ਸੀ, ਲੋਕਲ ਮੈਨੂਫੈਕਚਰ ਗੱਡੀ ਜਿਹੜੀ ਉਹ ਜਨਾਬ ਕੰਪੀਟੀਸ਼ਨ ਵਿੱਚ ਜਿਹੜੀ ਇੰਟਰਨੈਸ਼ਨਲ ਹਾਈਲੀ ਕੁਆਲਿਟੀ ਗੱਡੀਆਂ ਉਹਨਾਂ ਨਾਲ ਸਾਹਮਣੇ ਖੜੀ ਹੋ ਗਈ ਸੀ। ਤੇ ਤੁਹਾਨੂੰ ਆਪਣੇ ਤੋਂ ਸ਼ੁਰੂ ਕਰਨਾ ਪਏਗਾ। ਇਹ ਤੁਸੀਂ ਇਹ ਨਾ ਕਹੋ ਕਿ ਠੀਕ ਹੈ ਜੀ ਅਜਲਾਸ ਤੋਂ ਬੁਲਾ ਲਿਆ, ਠੀਕ ਹੈ, ਜਿੱਥੇ ਕੁਝ ਜਿਹੜੇ ਕੋਈ ਮੁਖੱਯਰ ਹਜ਼ਰਾਤ ਹੈ ਨੇ ਉਹ ਰੋਟੀ ਦੇ ਪੈਸੇ ਦੇ ਛੱਡਣ, ਬਈ ਉਹ ਤਾਂ ਠੀਕ ਹੈ। ਦੇਸ਼ ਦਾ ਮਸਲਾ ਹੈ ਕਿ ਤੁਸੀਂ ਕੀ ਸ਼ੁਰੂ ਕੀਤਾ ਹੈ? ਜਿਹੜਾ ਤੁਸੀਂ 4-6 ਗੱਡੀਆਂ ਲੈ ਤੁਸੀਂ ਰੋਡ ਤੇ ਜਾਂਦੇ ਤੇ ਬਾਕੀ ਲੋਕਾਂ ਨੂੰ ਪਰੇਸ਼ਾਨ ਕੀਤਾ ਹੁੰਦਾ ਹੈ, ਤੇ ਬਿਹਤਰ ਤੁਸੀਂ ਸਾਈਕਲ, ਜਦੋਂ ਤੁਸੀਂ ਖੁਦ ਸਾਈਕਲ ਤੇ ਬਹੁਤ ਜਿਹੜਾ ਬੰਦਾ ਸਾਈਕਲ ਚਲਾ ਰਿਹਾ ਉਹਦੀ ਤਬੀਅਤ ਦਾ ਤੁਹਾਨੂੰ ਅੰਦਾਜ਼ਾ ਹੋਏਗਾ।
ਠੀਕ ਹੈ। ਜੋ ਤੁਹਾਡਾ ਚੈਨ ਟੁੱਟੇ, ਤੁਹਾਡਾ ਰਸਤੇ ਟਾਇਰ ਪੈਂਚਰ ਹੋਵੇ, ਤੁਹਾਨੂੰ ਕੋਈ ਟਾਇਰ ਵਾਲਾ ਬੰਦਾ ਲੱਭਣਾ ਪਿਆ, ਤਾਂ ਫਿਰ ਪਤਾ ਲੱਗਾ ਕਿ ਮੇਰੀ ਆਵਾਮ ਜਿਹੜੀ ਹੈ ਉਹ ਕਿਨ ਮਸਾਇਲ ਤੋਂ ਗੁਜ਼ਰਨ ਡਈ। ਖਾਲੀ ਤੁਸੀਂ ਇਹ ਕੱਲੇ ਜੀ 40% ਅਸਾਂ ਕੱਟ ਲਾਈ ਤਾਂ ਠੀਕ ਹੈ, ਜਿਤਨੇ ਮਿਨਿਸਟਰਸ ਹੈ ਉਹਨਾਂ ਦੇ, ਤੇ ਬਾਕੀ ਤਾਂ ਜਿਹੜਾ ਬਾਕੀ ਪ੍ਰੋਟੋਕੋਲ ਹੈ ਉਹਦਾ ਕਿਨੇ ਕੀ ਕਰਨਾ। IMF ਤੁਹਾਨੂੰ ਇਹ ਕਹਿੰਦਾ ਹੈ ਕਿ ਆਪਣੇ ਜਿਹੜੇ ਗੈਰ ਜ਼ਰੂਰੀ ਅਖਰਾਜਾਤ ਨੇ ਉਹ ਤੁਸੀਂ ਘੱਟ ਕਰੋ ਤਾਂ ਕਿ ਤੁਹਾਡਾ ਬਜਟ ਡੈਫਿਸਿਟ ਤੁਹਾਡਾ ਘੱਟ ਹੋਏ। ਤਾਂ ਖਾਲੀ 40% ਕਰਨਾ ਤੁਹਾਡੇ ਗੈਰ ਜ਼ਰੂਰੀ ਅਖਰਾਜਾਤ ਉਹ ਖਤਮ ਨਹੀਂ ਹੋ ਜਾਂਦੇ। ਉਹਦੇ ਹੀ ਤੁਹਾਡਾ ਮਤਲਬ ਕਿ ਤੁਸੀਂ ਐਡੇ ਵੱਡੇ ਵੱਡੇ ਤੋਂ ਮਹੱਲ ਨਵਾਜ਼ ਪ੍ਰਾਈਮ ਮਿਨਿਸਟਰ ਹਾਊਸ ਬਣਾਏ ਨੇ, ਠੀਕ ਹੈ ਜੀ, ਤੁਸੀਂ ਵੀ ਕੋਈ ਛੋਟਾ ਜਿਹਾ ਕਮਰਾ ਵਿੱਚ ਬੈਠੋ ਨਾ, ਠੀਕ ਹੈ। ਤੁਸੀਂ ਸਾਰੀ ਜਿਹੜੀ ਤੁਹਾਡੀ ਸਿਕਿਉਰਿਟੀ ਤੁਸੀਂ ਖਤਮ ਕਰੋ, ਸਾਰੇ ਅਨਪ੍ਰੋਡਕਟਿਵ ਤੁਹਾਡੇ EMPLOYE ਜਿਹੜੇ ਉਹਨਾਂ ਨੂੰ ਤੁਸੀਂ ਖਤਮ ਕਰੋ, ਠੀਕ ਹੈ। ਫਿਰ ਉਸ ਤੋਂ ਇਲਾਵਾ ਠੀਕ ਹੈ, ਅੱਜ ਜਿਸ ਤਰ੍ਹਾਂ ਦੌਰ ਡਿਜੀਟਲ ਚੱਲ ਰਿਹਾ, ਕੋਈ ਜ਼ਰੂਰੀ ਥੋੜਾ ਹੀ ਹੈ ਕਿ ਤੁਸੀਂ ਆਪਣਾ ਫਿਜ਼ੀਕਲ ਬੈਕ ਬੜਾ 40 ਬੰਦੇ ਤੁਸੀਂ ਮੀਟਿੰਗਾਂ ਕਰੋ, ਤੁਸੀਂ ਆਨਲਾਈਨ ਤੁਸੀਂ ਕਰ ਸਕਦੇ ਹੋ ਸਾਰਾ। ਕੋਵਿਡ ਨੇ ਤੁਹਾਨੂੰ ਬਹੁਤ ਕੁਝ ਸਿਖਾਇਆ ਹੋਇਆ। ਪਹੁੰਚ ਗਿਆ ਡਾਕਟਰ ਮੁਹੰਮਦ ਅਲੀ ਸਾਹਿਬ, ਮੁਹੰਮਦ ਅਫਜ਼ਲ ਬੱਟ ਸਾਹਿਬ ਨੇ ਜਰਮਨੀ ਤੋਂ ਕੁਐਸਚਨ ਭੇਜਿਆ। ਉਹ ਕਹਿ ਰਹੇ ਨੇ ਚਾਈਨਾ ਦੇ ਬੰਦੇ ਬਾਹਰਲੇ ਮੁਲਕਾਂ ਦੇ ਵਿੱਚੋਂ ਸਿੱਖ ਕੇ ਤੇ ਵਾਪਸ ਜਾ ਕੇ ਆਪਣੇ ਮੁਲਕ ਦੀ ਤਰੱਕੀ ਵਿੱਚ ਆਪਣਾ ਹਿੱਸਾ ਪਾਉਂਦੇ ਨੇ, ਲੇਕਿਨ ਪਾਕਿਸਤਾਨੀ ਵਾਪਸ ਨਹੀਂ ਜਾਂਦੇ। ਗੁੱਸਾ ਨਾ ਕਰਿਓ, ਤੁਸੀਂ ਵੀ ਬਾਹਰ ਦੇ ਮੁਲਕ ਨਹੀਂ ਉਹ ਗੱਲ ਇਹਦਾ ਬਿਲਕੁਲ ਜਵਾਬ ਮੇਰੇ ਠੀਕ ਕਹਿ ਰਹੇ ਖਿਆਲ ਨੇ। ਮੈਂ ਜਾ ਕੇ ਮੁਹੰਮਦ ਅਫਜ਼ਲ ਸਾਹਿਬ ਨੂੰ ਐਸੀ ਗੱਲ ਨਹੀਂ ਹੈ ਕਿ ਕੋਈ ਵੀ ਮੈਂ ਚਾਈਨਾ ਜੌਬ ਕਰਾਂ, ਮੈਂ 3 ਸਾਲ ਫਰਾਂਸ ਜੌਬ ਕੀਤੀ ਹੈ, ਮੈਂ ਪਾਕਿਸਤਾਨ ਵਿੱਚੋਂ ਮਤਲਬ ਕਿ ਮੈਂ ਥੋੜਾ ਚੀਜ਼ਾਂ ਨੂੰ ਡਿਸਕਲੋਜ਼ ਨਹੀਂ ਕਰਨਾ ਚਾਹ ਰਿਹਾ। ਜਿਹੜੀ ਮੈਂ ਸੈਲਰੀ ਮੰਗ ਰਿਹਾ ਸਾਂ ਉਹ ਸੈਲਰੀ ਇਹਨਾਂ ਨੇ ਦਿੱਤੀ, ਉਸ ਤੋਂ ਮੈਨੂੰ 4 ਗੁਣਾ ਸੈਲਰੀ ਬਾਹਰ ਮਿਲੀ। ਔਰ ਮੈਂ ਹਜੇ ਵੀ ਇਹ ਕਹਿਣਾ ਕਿ ਮੈਨੂੰ ਕਿ ਜਿਹੜੀ ਸੈਲਰੀ ਮੈਨੂੰ ਬਾਹਰ ਮਿਲਦੀ ਹੈ ਉਹਦਾ 20% ਮੈਨੂੰ ਦੇ ਦੇਣ, ਮੈਂ ਪਾਕਿਸਤਾਨ ਜਾ ਕੇ ਕੰਮ ਕਰਾਂ। ਬੇਸਿਕਲੀ ਗੱਲਾਂ ਇਸ ਤਰ੍ਹਾਂ ਜਿਹੜੀਆਂ ਇੱਥੇ ਕੁਫਤਾਂ ਬੈਠੀਆਂ ਹੋਈਆਂ ਨੇ, ਜਿਹੜੇ ਟੈਲੈਂਟਡ ਲੋਕ ਨੇ ਉਹਨਾਂ ਨੂੰ ਅਸੀਂ ਮਜਬੂਰ ਕਰ ਦਿੰਦੇ ਹਾਂ, ਮੁਲਕ ਛੱਡ ਜਾਂਦੇ, ਔਰ ਅਸੀਂ ਫਿਰ ਬੜੇ ਫਖਰ ਨਾਲ ਕਹਿੰਦੇ ਹਾਂ। ਤਾਂ ਮੈਂ ਪਿਛਲੇ ਪ੍ਰੋਗਰਾਮ ਨਾਲ ਗੱਲ ਕੀਤੀ ਸੀ, ਅਸੀਂ ਆਪਣਾ ਟੈਲੈਂਟ ਜ਼ਾਇਆ ਕਰਨ 'ਚ ਫਖਰ ਮਹਿਸੂਸ ਕਰਨੇ ਆ। ਤਾਂ ਅਫਜ਼ਲ ਸਾਹਿਬ ਤੁਸੀਂ ਮਤਲਬ ਕਿ ਐਸੀ ਗੱਲ ਨਹੀਂ, ਮੈਂ ਅੱਜ ਵੀ ਪਾਕਿਸਤਾਨ ਬੈਠਾ, ਮੈਂ ਫਰਾਂਸ ਬਹਿ ਕੇ ਪਾਕਿਸਤਾਨ ਵਾਸਤੇ ਕੰਮ ਕਰਦਾ ਸਾਂ, ਤੁਹਾਡੇ ਨਾਲ ਮੈਂ ਪੈਸੇ ਪਾਕਿਸਤਾਨ ਵਾਪਸ ਭੇਜਦਾ ਸਾਂ। ਤੇ ਮੈਂ ਚਾਈਨਾ ਬੈਠਾ, ਚਾਈਨਾ ਬਹਿ ਕੇ ਮੈਂ ਕੰਮ ਪਾਕਿਸਤਾਨ ਵਾਸਤੇ ਕਰਨਾ, ਔਰ ਮੈਂ ਪਾਕਿਸਤਾਨ ਪੈਸੇ ਭੇਜਣਾ ਵਾ। ਔਰ ਵੈਸੇ ਉਹ ਵੱਖਰੀ ਗੱਲ ਹੈ, ਕੰਮ ਮੇਰਾ ਚਾਈਨਾ ਨਾਲ, ਲੇਕਿਨ ਪਿਛਲੇ 3 ਸਾਲ ਤੋਂ ਪਾਕਿਸਤਾਨ ਵਿੱਚ ਬਹਿ ਕੇ ਕੰਮ ਕਰ ਰਿਹਾ। ਮੈਂ ਥੋੜਾ ਸ਼ੌਰ ਦਿਲਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਯਾਰ ਤੁਹਾਡੀ ਬੜੀ ਮਿਹਰਬਾਨੀ, ਕੋਈ ਛੋਟੀ ਜਿਹੀ ਨੌਕਰੀ ਸਾਨੂੰ ਵੀ ਦੇ ਛੜੋ। ਮਤਲਬ ਕਿ ਤੁਸੀਂ ਬਾਕਰ ਹਜ਼ਾਰ ਤੁਸੀਂ ਬਾਹਰੋਂ ਇੰਪੋਰਟ ਕਰਦੇ ਹੋ, ਤੁਸੀਂ ਪ੍ਰਾਈਮ ਮਿਨਿਸਟਰ ਬਾਹਰੋਂ ਇੰਪੋਰਟ ਕਰਦੇ ਹੋ, ਕੋਈ ਇੱਕ ਪ੍ਰੋਫੈਸਰ ਹੀ ਬਾਹਰੋਂ ਇੰਪੋਰਟ ਕਰ ਲਓ ਯਾਰ, ਕੋਈ 4 ਗੱਲਾਂ ਤੁਹਾਨੂੰ ਚੰਗੀਆਂ ਸਿਖਾ ਜੇ। ਮਾਸ਼ਾਅੱਲਾ, ਬਿਹਤਰੀਨ ਤੁਸੀਂ ਲੌਜੀਕਲ ਸਵਾਲ ਦਾ ਲੌਜੀਕਲ ਜਵਾਬ ਦਿੱਤਾ ਹੈ। ਤੁਹਾਡਾ ਸਵਾਲ ਜਵਾਬ ਸੁਣ ਕੇ ਜ਼ਿਆਉਲ ਹਕ ਸਾਹਿਬ ਕਹਿ ਰਹੇ ਨੇ ਸ਼ਹਿਜ਼ਾਦੇ, ਔਰ ਕਹਿ ਰਹੇ ਨੇ ਉਹ ਖੈਰ ਪ੍ਰੋਫੈਸਰ ਸਾਹਿਬ ਨਾਲ, ਡਾਕਟਰ ਸਾਹਿਬ ਨਾਲ, ਰਾਜਾ ਸਾਹਿਬ ਅੱਜ ਤੇ ਪਾਕਿਸਤਾਨ ਨੂੰ ਤਰੱਕੀ ਵਾਲੇ ਰੋਡ ਤੇ ਲਿਆ ਕੇ ਛੱਡਣ ਦੇ ਮਾਸ਼ਾਅੱਲਾ ਬਿਹਤਰੀਨ ਗੁਫ਼ਤਗੂ ਕਰ ਰਹੇ ਨੇ ਦੋਵੇਂ ਪ੍ਰਾਹੁਣੇ ਸਾਡੇ। मोहम्मद अली साहब, अबरार हुसैन राय साहब कह रहे हैं यूरोप ममालिक में अवाम से टैक्स लेकर अवाम को रिलीफ दिया जाता है, पाकिस्तान में गरीब अवाम से टैक्स निचोड़ कर अमीर तबके को रिलीफ दिया जाता है। नाल गुस्से का इजहार भी किया ने बडावा पा। हाँ जी, वो ठीक कह रहे ने, मैं ਉਹਨਾਂ ਦੀ ਗੱਲ ਦਾ ਜਵਾਬ ਦੇਣਾ ਤੇ ਲੇਕਿਨ ਮੈਂ ਪਹਿਲੋਂ ਮੁਹੰਮਦ ਅਫਜ਼ਾਲ ਸਾਹਿਬ ਠੀਕ ਕਿਹਾ, ਉਹਨਾਂ ਦੀ ਗੱਲ ਜਿਹੜਾ ਹੈ ਨਾ ਉਹ ਵੀ ਉਸ ਵਿੱਚ ਕਾਫੀ ਵਜ਼ਨ ਹੈ ਕਿ ਇਹ ਗੱਲ ਸੱਚ ਹੈ। ਜਿਹੜੇ ਚਾਈਨਾ ਚ ਚਾਈਨੀਜ਼ ਹੁੰਦੇ ਨੇ, ਮੇਰੇ ਤਾਂ ਕਾਫੀ ਦੋਸਤ ਨੇ ਚਾਈਨੀ, ਇੱਥੇ ਕੋਲੀਗ ਵੀ ਨੇ ਨਾਲ ਕੰਮ ਕਰਦੇ ਨੇ, ਤੇ ਚਾਈਨਾ ਮੈਂ ਗਿਆ ਵੀ ਹਾਂ 1-2 ਵਾਰੀ। ਤੇ ਉਹਨਾਂ ਨੂੰ ਕਹਿੰਦੇ ਨੇ ਉਹ ਸਮੁੰਦਰੀ ਕਛਵੇ, ਉਹਨਾਂ ਦਾ ਚਾਈਨਾ ਚ ਇੱਕ ਨਾਂ ਹੈ। ਜਿਹੜੇ ਲੋਕ ਉਹਨਾਂ ਦੇ ਬਾਹਰ ਜਾਂਦੇ ਨੇ ਨਾ ਤੇ ਬਾਹਰੋਂ ਐਕਸਪੀਰੀਅੰਸ ਲੈ ਕੇ ਪੜ੍ਹ ਕੇ ਤੇ ਫਿਰ ਆਪਣੇ ਮੁਲਕ 'ਚ ਵਾਪਸ ਆਉਂਦੇ ਨੇ, ਉਹਨਾਂ ਨੂੰ ਕਹਿੰਦੇ ਨੇ ਸਮੁੰਦਰੀ ਕਛਵੇ। ਉਹ ਆਪਣੀ ਚਾਈਨੀ ਜ਼ਬਾਨ ਵਿੱਚ ਨਾ, ਉਹਦਾ ਇਹ ਮਤਲਬ ਹੁੰਦਾ ਹੈ ਕਿ ਇਹ ਦਰਿਆ ਤੱਕ ਨਹੀਂ ਰਹੇ, ਇਹ ਸਮੁੰਦਰ 'ਚ ਹੋ ਕੇ ਫਿਰ ਵਾਪਸ ਆਏ ਨੇ ਤੇ ਇਹਨਾਂ ਕੋਲੋਂ ਕਾਫੀ ਐਕਸਪੀਰੀਅੰਸ ਹੈ ਤੇ ਉਹ ਫਿਰ ਉਹਨਾਂ ਨੂੰ ਵੈਲਿਊ ਵੀ ਕਰਦੇ ਨੇ। ਜਦੋਂ 1979 ਵਿੱਚ ਚਾਈਨਾ ਡੈਂਗ ਜ਼ਿਆਓਪਿੰਗ ਦੇ ਟਾਈਮ ਆਪਣੀ ਇਕਾਨਮੀ ਓਪਨ ਕਰਨ ਦਾ ਫੈਸਲਾ ਕੀਤਾ ਨਾ, ਮਾਓ ਮਰ ਗਿਆ ਤੇ ਮਾਓ ਥੋੜਾ ਜਿਹਾ ਸੀ, ਉਹ ਨਹੀਂ ਚਾਹੁੰਦਾ ਸੀ ਕੋਈ ਚੇਂਜ ਆਵੇ ਨਾ, ਉਹ ਆਪਣੀ ਉਹਦੀ ਮੈਂਟੈਲਿਟੀ ਸੀ। ਲੇਕਿਨ ਉਸ ਤੋਂ ਬਾਅਦ ਫਿਰ ਉਸਦੇ ਜਾਣ ਤੋਂ ਬਾਅਦ ਫਿਰ ਚਾਈਨਾ ਦੀ ਪਾਲਿਸੀ ਚੇਂਜ ਹੋਈ, ਚਾਈਨਾ ਓਪਨ ਹੋਇਆ। ਚਾਈਨੀਜ਼ ਨੇ ਨਾ ਆਪਣੇ ਕੁਝ ਸਟੂਡੈਂਟ ਭੇਜੇ US ਤੇ ਦੂਜਿਆਂ ਮੁਲਕਾਂ 'ਚ ਨਾ, ਉੱਥੋਂ ਜਾ ਕੇ ਉਹਨਾਂ ਪੜ੍ਹਾਈ ਕੀਤੀ, ਉੱਥੋਂ ਇਲਮ ਹਾਸਿਲ ਕੀਤਾ ਤੇ ਫਿਰ ਉਹ ਵਾਪਸ ਆਏ ਤੇ ਆ ਕੇ ਉਹਨਾਂ ਚਾਈਨਾ ਦੀ ਡਿਵੈਲਪਮੈਂਟ ਵਿੱਚ ਕਾਫੀ ਕੰਮ ਕੀਤਾ। ਤੇ ਇਹ ਠੀਕ ਕਹਿ ਰਹੇ ਨੇ, ਗੱਲ ਇਹਨਾਂ ਦੀ ਸੱਚੀ ਹੈ। ਮੈਨੂੰ ਵੀ 15 ਸਾਲ ਹੋ ਗਏ UK ਬੈਠੇ ਹੋਏ ਆ, ਇੱਥੇ ਹੀ ਕੰਮ ਕਰ ਰਹੇ ਆ, ਪੈਸੇ ਭੇਜਦੇ ਰਹਿੰਦੇ ਆ ਪਾਕਿਸਤਾਨ, ਉਹ ਠੀਕ ਹੈ। ਲੇਕਿਨ ਉਹ ਅਗਰ ਪੈਸੇ ਭੇਜਦੇ ਰਹੇ ਤਾਂ ਹੁਣ ਤਕਰੀਬਨ ਕੋਈ 26 ਬਿਲੀਅਨ ਪਾਉਂਡ ਦਾ ਡਾਲਰ ਸਾਲਾਨਾ ਭੇਜਦੇ ਆ, ਜਿੰਨੇ ਵੀ ਓਵਰਸੀਜ਼ ਪਾਕਿਸਤਾਨੀ ਨੇ, UK 'ਚ ਹੋ ਗਿਆ, यूरोप अमेरिका ਜਾਂ ਮਿਡਲ ਈਸਟ 'ਚ ਹੋ ਗਏ, ਤੇ ਕੋਈ ਟੋਟਲ ਕੋ 25-26 ਬਿਲੀਅਨ ਉਹ ਸਾਲ ਦੇ 30 ਬਿਲੀਅਨ ਸਰ, 30 ਬਿਲੀਅਨ। ਅੱਛਾ 30 ਹੋ ਗਿਆ ਸਰ, ਥੈਂਕ ਯੂ। ਉਹ ਹੁਣ ਵੱਧ ਗਿਆ, 30 ਤੱਕ ਪਹੁੰਚ ਗਿਆ ਜੀ। ਤੇ ਟੋਟਲ ਜਿਹੜੇ ਤੁਸੀਂ IMF ਕੋਲ ਲੈਂਦੇ ਹੋ ਉਹ ਕਿਧਰੇ ਕੋਲ 2 ਬਿਲੀਅਨ, ਕਿਸੇ ਕੋਲੋਂ 1.5 ਬਿਲੀਅਨ, ਹੁਣ 1.5 ਕਿੱਥੇ ਤੇ 30 ਕਿੱਥੇ, ਠੀਕ ਹੈ।
ਤੇ ਉਹਦੇ ਬਾਵਜੂਦ ਅਗਰ ਤੁਸੀਂ ਵੇਖੋ ਤਾਂ ਹੁਣ ਸਾਨੂੰ ਵੋਟ ਦਾ ਹੱਕ ਵੀ ਨਹੀਂ ਹੈ ਪਾਕਿਸਤਾਨ ਵਿੱਚ ਨਾ। ਮੈਨੂੰ ਯੂਕੇ ਆਏ 15 ਸਾਲ ਹੋ ਗਏ। ਪਹਿਲਾ ਸਾਲ ਮੈਂ ਆਇਆ ਨਾ ਤੇ ਮੇਰੀ ਸਿਟੀਜ਼ਨਸ਼ਿਪ ਵਗੈਰਾ ਕੁਝ ਵੀ ਨਹੀਂ ਸੀ, ਫਿਰ ਵੀ ਮੈਂ ਇੱਥੇ ਵੋਟ ਪਾਉਂਦਾ ਰਿਹਾ, ਠੀਕ ਹੈ, 15 ਸਾਲ ਤੋਂ। ਲੇਕਿਨ ਹੁਣ ਪਾਕਿਸਤਾਨ ਦਾ ਪਾਸਪੋਰਟ, ਨੈਸ਼ਨੈਲਿਟੀ, ਸਾਰਾ ਕੁਝ ਕਹਿੰਦੇ ਵੀ ਅਸੀਂ ਆਪਣੇ ਆਪ ਨੂੰ ਪਾਕਿਸਤਾਨੀ ਹਾਂ, ਲੇਕਿਨ ਪਾਕਿਸਤਾਨ ਵਿੱਚ ਵੋਟ ਪਾਉਣ ਦਾ ਹੱਕ ਨਹੀਂ ਹੈ। ਤੇ ਇਹ ਵੀ ਚੀਜ਼ਾਂ ਹੁੰਦੀਆਂ ਨੇ। ਮੈਂ ਇਸ ਬਾਰੇ ਸੋਚਿਆ ਕਾਫੀ ਨਾ ਕਿ ਇਹ ਜਿਹੜੇ ਜਿਸ ਤਰ੍ਹਾਂ ਪ੍ਰੋਫੈਸਰ ਸ਼ਹਬਾਜ਼ ਸਾਹਿਬ ਕਹਿ ਰਹੇ ਸਨ ਕਿ ਸਾਡੇ ਨਾਲ ਸਲੂਕ ਚੰਗਾ ਨਹੀਂ ਹੁੰਦਾ, ਉਹਦਾ ਸਾਰਾ ਕੁਝ ਠੀਕ ਹੈ। ਫਿਰ ਮੈਂ ਸੋਚਿਆ ਜਿਹੜੇ ਲੋਕ ਸਨ, ਜਿਸ ਤਰ੍ਹਾਂ ਡਾਕਟਰ ਕਦੀਰ ਸਾਹਿਬ ਸਨ, ਠੀਕ ਹੈ, ਉਹਨਾਂ ਨੂੰ ਇੱਥੇ ਜ਼ਿਆਦਾ ਸੈਲਰੀ ਮਿਲਦੀ ਸੀ ਨਾ, ਤੇ ਉਹ ਸ਼ਾਦੀ ਵੀ ਕੀਤੀ ਹੋਈ, ਬੱਚੇ ਵੀ ਉਹਨਾਂ ਦੇ ਇੱਥੇ, ਬੜੀ ਅੱਛੀ ਯੂਨੀਵਰਸਿਟੀ, ਸਭ ਕੁਝ। ਉਸ ਦੇ ਬਾਵਜੂਦ ਵੀ ਡਾਕਟਰ ਕਦੀਰ ਸਾਹਿਬ ਪਾਕਿਸਤਾਨ ਗਏ ਨਾ ਵਾਪਸ, ਤੇ ਉਹ ਆਪਣੀ ਸਟੋਰੀ ਸੁਣਾਉਂਦੇ ਰਹੇ। ਮੈਂ 1-2 ਵਾਰੀ ਉਹਨਾਂ ਦੀ ਗੱਲਾਂ ਸੁਣੀਆਂ, ਤੇ ਉਹ ਦੱਸਦੇ ਸਨ ਕਿਸ ਤਰ੍ਹਾਂ ਦੇ ਮਸਾਇਲ ਉਹਨੂੰ ਫੇਸ ਕਰਨੇ ਪਏ ਨਾ। ਉਹਨਾਂ ਨੂੰ ਕੋਈ 2 ਰੁਪਏ ਦੀ ਚੀਜ਼ ਵੀ ਲੈਣੀ ਹੁੰਦੀ ਸੀ ਤੇ ਉਹਨੂੰ ਫਾਰਮ ਫਿਲ ਕਰਨਾ ਪੈਂਦਾ ਸੀ, ਤੇ ਫਿਰ ਉਹ ਉਹਦਾ ਹੀ ਫਿਰ ਅਪਰੂਵਲ ਲਾਓ, ਤੇ ਫਿਰ ਉਹ ਸਾਰਾ ਕੁਝ ਜਿਹੜਾ ਨਾ, ਜਿਸ ਤਰ੍ਹਾਂ ਦੇ ਮਸਾਇਲ, ਬਿਊਰੋਕਰੇਸੀ ਉਹਨਾਂ ਫੇਸ ਕੀਤੀ, ਉਹਦੇ ਬਾਵਜੂਦ ਵੀ ਉਹਨਾਂ ਪਾਕਿਸਤਾਨ ਵਿੱਚ ਜਾ ਕੇ ਕੰਮ ਕੀਤਾ। ਤੇ ਪਾਕਿਸਤਾਨ ਕਿਉਂਕਿ ਇੱਕ ਮੁਲਕ ਹੈ ਜਿਹਦੇ ਮਾਸ਼ੀ ਨਹੀਂ, ਸਮਾਜੀ ਵੀ ਹਰ ਤਰ੍ਹਾਂ ਦੇ ਮਸਾਇਲ ਨੇ, ਠੀਕ ਹੈ। ਤੇ ਜਿਹੜੇ ਅਗਰ ਇੱਥੋਂ ਲੋਕ ਪਾਕਿਸਤਾਨ ਵਾਪਸ ਜਾਣਾ ਚਾਹੁੰਦੇ ਨੇ, ਉੱਥੇ ਜਾ ਕੇ ਕੰਮ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਇਹ ਚੀਜ਼ ਇਹ ਨਹੀਂ ਰੱਖਣੀ ਚਾਹੀਦੀ ਹੈ ਕਿ ਉੱਥੇ ਇਸ ਤਰ੍ਹਾਂ ਨਹੀਂ ਹੋ ਸੀ ਕਿ ਉਹ ਬੜਾ ਆਸਾਨ ਹੋਏਗਾ ਕਿ ਆ ਜਾਓ ਜੀ ਤੁਸੀਂ ਇੱਥੇ ਕੰਮ ਕਰੋ, ਤੇ ਜਿਸ ਤਰ੍ਹਾਂ ਚਾਈਨਾ ਚ ਹੁੰਦਾ ਹੈ ਉਹਨਾਂ ਨੂੰ ਬੜਾ ਸਟੇਟਸ ਮਿਲੇਗਾ ਤਾਂ ਸਭ ਕੁਝ ਹੋਗਾ। ਤੇ ਉਹ ਮਸਾਇਲ ਉਹ ਫਿਰ ਉਹਨਾਂ ਨੂੰ ਜ਼ੇਨ ਵਿੱਚ ਰੱਖ ਕੇ ਜਾਣਾ ਪਏਗਾ ਨਾ। ਮੇਰੀ ਆਪਣਾ ਇਹ ਕਿ ਮੈਨੂੰ ਹਲੇ ਤੱਕ ਹਿੰਮਤ ਨਹੀਂ ਹੋਈ, ਠੀਕ ਹੈ, ਕਿ ਉਹ ਮੈਂ ਪਾਕਿਸਤਾਨ ਚਲਾ ਜਾਵਾਂ ਤੇ ਉੱਥੇ ਰਹਿ ਕੇ ਕੰਮ ਕਰਾਂ। ਵੈਸੇ ਦਿਲ ਤੇ ਕਰਦਾ ਹੈ ਕਿ ਚਲਾ ਜੀ ਜਾ ਪਾਕਿਸਤਾਨ? ਮੈਂ ਸੋਚਿਆ ਜਿਹੜਾ ਹੈ ਨਾ, ਤੇ ਫਿਰ ਵੇਖਦੇ ਹਾਂ ਕਿ ਮੈਂ ਚਲਾ ਗਿਆ ਤੇ ਉਹ ਸਾਰੇ ਮਸਾਇਲ ਇਹ ਉਹ ਮੈਂ ਉਹਨਾਂ ਨੂੰ, ਤੇ ਸੱਚੀ ਗੱਲ ਇਹ ਦੇ ਕੇ ਮੈਨੂੰ ਇੰਨਾ ਹੌਸਲਾ ਨਹੀਂ ਹੋ ਸਕਿਆ, ਠੀਕ ਤੇ ਹੈ। ਜਿਹੜੀ ਠੰਡ ਤੁਹਾਡੀ ਸਕਿਨ ਨੂੰ ਆਦਤ ਪੈ ਗਈ, ਪਾਕਿਸਤਾਨ ਦੀ ਗਰਮੀ ਨਹੀਂ ਹਾਂ, ਮੇਰੇ ਹਾਲੇ ਤੁਸੀਂ ਬਰਦਾਸ਼ਤ? ਗਰਮੀ ਨਹੀਂ ਬਰਦਾਸ਼ਤ ਕਰ ਰਹੀ, ਤੇ ਉਹ ਇਹ ਹੈ ਕਿ ਫਿਰ ਚਲੋ ਫਿਰ ਕੋਈ ਥੋੜੀ ਰੈਮਿਟੈਂਸਿਸ, ਥੋੜਾ ਕੋਈ ਪੈਸਾ ਭੇਜ ਕੇ ਤੇ ਕਿਸੇ ਦੀ ਮਦਦ ਕਰਕੇ ਉਹਨੂੰ ਹੀ ਸਮਝ ਲਓ ਕਿ ਯਾਰ ਅਸੀਂ ਇਹ ਕੁਝ ਕਰ ਸਕਦੇ ਹਾਂ ਨਾ। ਲੇਕਿਨ ਇਹ ਠੀਕ ਕਹਿੰਦੇ ਨੇ ਕਿ ਪਾਕਿਸਤਾਨ ਨੂੰ ਜਿਹੜੇ ਬਾਹਰ ਵੀ ਰਹਿੰਦੇ ਉਹਨਾਂ ਨੂੰ ਥੋੜੀ ਓਨਰਸ਼ਿਪ ਲੈਣੀ ਚਾਹੀਦੀ ਤੇ ਉਹਦੇ ਚ ਹਿੱਸਾ ਪਾਉਣਾ ਚਾਹੀਦਾ। ਉਸ ਤੋਂ ਬਾਅਦ ਨਹੀਂ ਤੁਹਾਡਾ ਉਹਦੇ ਚ ਸਵਾਲ ਸੀ ਮਾਮੂਲੀ ਜਿਹੀ ਗੱਲ ਇਸ ਤਰ੍ਹਾਂ ਨਾ ਕਿ ਓਨਰਸ਼ਿਪ ਬਿਲਕੁਲ ਲੈਣੀ ਚਾਹੀਦੀ ਹੈ, ਠੀਕ ਹੈ। ਦੂਸਰਾ ਗੱਲ ਇਹ ਵੀ ਕਿ ਓਨਰਸ਼ਿਪ ਵੀ ਲੈਣੀ ਚਾਹੀਦੀ, ਫਿਰ ਸਾਨੂੰ ਇਸ ਓਨਰਸ਼ਿਪ ਨੂੰ ਸੈਲਰੀ ਕਰਨਾ ਚਾਹੀਦਾ। ਹੁਣ ਜਿੱਥੇ ਤੱਕ ਗੱਲ ਹੋ ਰਹੀ ਹੈ ਕਿ ਪਾਕਿਸਤਾਨ ਦੇ ਵਿੱਚ ਰਹਿਣ ਦੀ, ਦੇਖੋ ਪਿਛੇ 3 ਸਾਲ ਬੈਠਾ ਮੈਂ, ਹੁਣ ਪ੍ਰੋਗਰਾਮ ਕਰਨਾ ਸੀ, ਮੈਂ ਬਸ ਦੁਆ ਕਰਾਂਗੇ ਯਾ ਮਾਲਿਕ ਲਾਈਟ ਬੰਦ ਨਾ ਹੋਵੇ, ਵਰਨਾ ਯੂਕੇ ਵਾਲੇ ਮੈਨੂੰ ਕਹਿਣਾ ਕਿ ਬੜੇ ਵੱਡੇ ਮੁਲਕ ਹੈ ਤਾਂ ਲਾਈਟ ਨਹੀਂ ਹੈਗੀ ਕੋਈ। ਤਾਂ ਮੈਂ ਉਹ ਤੁਸੀਂ ਇਮਰਾਨ ਸਾਹਿਬ ਤੁਸੀਂ ਮੈਨੂੰ ਕਹਿੰਦੇ ਤੁਹਾਡੀ ਆਪਣਾ ਲਾਈਟ ਦੀ ਕੁਆਲਿਟੀ ਠੀਕ ਨਹੀਂ ਹੈਗੀ ਕੋਈ ਵੀ। ਉਹ ਸਰ ਦੇਖੋ ਨਾ, ਹੁਣ ਇਹਨਾਂ ਸਾਰੇ ਮਸਾਇਲ ਦੇ ਬਾਵਜੂਦ ਮੈਂ ਐਕਸਲ ਕਰ ਰਿਹਾ, ਇੱਥੇ ਰਹਿ ਰਿਹਾ, ਠੀਕ ਹੈ। ਉਹ ਇੱਕ ਲੱਗਦਾ ਗੱਲ ਕੋਵਿਡ ਦੀ ਵਜ੍ਹਾ ਮੈਂ ਇੱਥੇ ਬੈਠਾ ਹੋਇਆ, ਲੇਕਿਨ ਜਿਹੜੇ ਓਵਰਸੀਜ਼ ਪਾਕਿਸਤਾਨੀ, ਮੇਰਾ ਖਿਆਲ ਹੈ ਕਿ ਉਹਨਾਂ ਦਾ ਅਗਰ ਅਸੀਂ ਕੰਸੀਡਰ ਕਰੀਏ ਇਸ ਚੀਜ਼ ਨੂੰ, ਜਿਹੜੇ ਲੋਕਲ ਪਾਕਿਸਤਾਨੀ ਨੇ, ਮਤਲਬ ਕਿ ਜਿਹੜੇ ਪਾਕਿਸਤਾਨ 'ਚ ਰਹਿ ਰਹੇ ਨੇ, ਉਹਨਾਂ ਨਾਲ ਜ਼ਿਆਦਾ ਕੰਟਰੀਬਿਊਸ਼ਨ ਹੈ, ਕਿਉਂਕਿ ਇਹਨਾਂ ਤੇ ਸਿਰਫ ਇੱਥੇ ਆਪਣੇ ਇਰਦ ਗਿਰਦ ਕਮਿਊਨਿਟੀ ਦੇ ਲੋਕਾਂ ਨੂੰ ਫੇਸ ਕਰਨਾ ਹੁੰਦਾ ਹੈ। ਜਿਹੜੇ ਓਵਰਸੀਜ਼ ਪਾਕਿਸਤਾਨ ਨੇ, ਉਹਨਾਂ ਦੁਨੀਆ ਦੇ ਹਰ ਕਮਿਊਨਿਟੀ ਦੇ ਬੰਦੇ ਨੂੰ ਫੇਸ ਕਰਨਾ ਹੁੰਦਾ ਹੈ। ਤਾਂ ਅਸੀਂ ਉੱਥੇ ਜਨਾਬ ਰਹਿ ਕੇ ਹਰ ਤਰ੍ਹਾਂ ਦਾ ਮੁਲਕ ਦਾ ਇਮੇਜ ਅਸੀਂ ਬਿਹਤਰ ਤੋਂ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਨੇ ਆ। ਇੱਥੇ ਨੂੰ ਫਰਜ਼ ਕੋਈ ਪਾਕਿਸਤਾਨ ਦੇ ਵਿੱਚ ਮੈਂ, ਤੇ ਮੈਂ ਜਿਹੜੀ ਪ੍ਰੋਡਕਟਿਵਿਟੀ ਮੇਰੀ ਹੈ ਸੀ, ਉਸ ਤੋਂ ਦੁੱਗਣੀ ਤਿਗਣੀ ਪ੍ਰੋਡਕਟਿਵਿਟੀ ਮੈਂ ਜਾ ਕੇ ਬਾਹਰ ਸ਼ੋਅ ਕੀਤੀ, ਤਾਂ ਕਿ ਮੈਨੂੰ ਬੰਦਾ ਇਹ ਨਾ ਕਹੇ ਕਿ ਯਾਰ ਇਹ ਪਾਕਿਸਤਾਨ ਨਿਕੰਮੇ ਨੇ ਜਾਂ ਕੰਮ ਨਹੀਂ ਕਰਦੇ। ਅੱਲਾ ਦਾ ਸ਼ੁਕਰ ਹੈ ਕਿ ਹੁਣ ਤੱਕ ਜਿੱਥੇ ਜਿੱਥੇ ਕੰਮ ਕੀਤਾ ਹੈ, ਹਰ ਬੰਦੇ ਨੇ ਇਹ ਕਿਹਾ ਕਿ ਯਾਰ ਸਾਨੂੰ ਫਖਰ ਹੈ ਕਿ ਪਾਕਿਸਤਾਨ ਦੀ ਮਿੱਟੀ ਵਿੱਚ ਵੀ ਐਸੇ ਬੰਦੇ ਹੈਗੇ। ਜੀ ਮਾਸ਼ਾਅੱਲਾ, ਬਿਹਤਰੀਨ। ਮੁਹੰਮਦ ਅਲੀ ਸਾਹਿਬ ਤੁਸੀਂ ਕੋਈ ਗੱਲ ਕਰਨ ਲੱਗੇ ਸੋ? ਜੀ ਮੈਂ ਉਹ ਟੈਕਸ ਵਾਲੀ ਗੱਲ ਅਬਰਾਰ ਸਾਹਿਬ ਕੀਤੀ ਸੀ, ਤੇ ਉਹ ਠੀਕ ਕਹਿੰਦੇ ਨੇ, ਵਾਕਈ ਯੂਰਪ ਵਿੱਚ, ਅਮਰੀਕਾ 'ਚ, ਇਹਨਾਂ ਮੁਲਕਾਂ 'ਚ ਜਿਹੜਾ ਟੈਕਸ ਹੈ ਉਹ ਜ਼ਿਆਦਾ ਦਿੰਦੇ ਆ, ਪਾਕਿਸਤਾਨ ਨਾਲੋਂ ਕਈ ਗੁਣਾ ਇੱਥੇ ਜ਼ਿਆਦਾ ਟੈਕਸ ਦਿੰਦੇ ਆ, ਤੇ ਉਹ ਖਰਚ ਵੀ ਹੁੰਦਾ, ਉਹਦੇ 'ਚ ਕੋਈ ਸ਼ੱਕ ਨਹੀਂ ਹੈ। ਲੇਕਿਨ ਗੱਲ ਹੈ ਕਿ ਜਦੋਂ ਮੁਲਕ ਇੱਕ ਤਰੱਕੀ ਕਰਦਾ ਹੈ ਤੇ ਉਹ ਤਰੱਕੀ ਦੇ ਨਾਲ ਫਿਰ ਇਹ ਹੁੰਦਾ ਹੈ ਕਿ ਜਿਹੜਾ ਟੈਕਸ ਕਲੈਕਸ਼ਨ ਹੋਣੀ ਹੈ ਉਹ ਵੀ ਵੱਧ ਜਾਂਦੀ ਹੈ। ਪਾਕਿਸਤਾਨ ਵਿੱਚ ਕਿਉਂਕਿ ਮਸਲਾ ਹੈ, ਇੰਤਜ਼ਾਮੀ ਮਸਾਇਲ ਵੀ ਹੈ ਨੇ, ਤੇ ਉਹਦੇ ਲਈ ਟੈਕਸ ਦੀ ਚੋਰੀ ਵੀ ਕਾਫੀ ਹੁੰਦੀ ਹੈ। ਕੋਈ ਇੱਕ ਵਾਰੀ ਮੈਂ ਵੇਖਿਆ ਸੀ, ਕੋਈ ਪਤਾ ਨਹੀਂ 800 ਬਿਲੀਅਨ ਚ ਕਿੰਨਾ ਜਿਹੜਾ ਹੈ ਨਾ, 800 ਬਿਲੀਅਨ ਦੇ ਕਰੀਬ ਜਿਹੜਾ ਹੈ ਨਾ, ਉਹ ਕਹਿੰਦੇ ਸਨ, ਹੁਣ ਹੋ ਸਕਦਾ ਉਸ ਤੋਂ ਵੀ ਵੱਧ ਗਿਆ ਹੋਵੇ ਕੰਮ। ਤੇ ਉਹ ਕਾਫੀ ਸਾਰੀ ਉਹ ਟੈਕਸ ਦੀ ਚੋਰੀ ਵੀ ਹੁੰਦੀ ਹੈ, ਤੇ ਲੋਕੀ ਨਹੀਂ ਵੀ ਦਿੰਦੇ। ਉਹ ਸਾਰਾ ਕੁਝ ਹੈ, ਉਹ ਮਸਾਇਲ ਹੈ ਨੇ। ਲੇਕਿਨ ਅਗਰ ਤਵੱਜੋ ਹੁੰਦੀ ਇੰਡਸਟਰੀ ਦੀ, ਤੇ ਪਾਕਿਸਤਾਨ ਦੀ ਇੰਡਸਟਰੀ ਜਿਹੜਾ ਹੈ ਨਾ ਉਹ ਠੀਕ ਮਜ਼ਬੂਤ ਹੁੰਦੀ,
ਉਹਦੇ ਨਾਲ ਐਕਸਪੋਰਟ ਸਾਡੀਆਂ ਬਹੁਤ ਚੰਗੀਆਂ ਹੁੰਦੀਆਂ, ਇੰਪੋਰਟ ਤੋਂ ਜ਼ਿਆਦਾ ਹੁੰਦੀਆਂ। ਤੇ ਹੁਣ ਇਹ ਇੱਕ ਵੀ ਜਿਹੜੇ ਮਿਸਾਈਲ ਨੇ, ਬੇਰੁਜ਼ਗਾਰੀ ਦਾ ਮਸਲਾ ਹੈ ਜਾਂ ਮਸਲਾ ਹੈ ਮਹਿੰਗਾਈ ਦਾ ਜਾਂ ਤੇਲ ਦੀ ਕੀਮਤਾਂ ਵੱਧ ਜਾਣ ਦਾ, ਉਹ ਬਿਲਕੁਲ ਮਸਲਾ ਨਹੀਂ ਹੋਣਾ ਸੀ, ਕਿਉਂਕਿ ਜਦੋਂ ਤੁਹਾਡੀ ਐਕਸਪੋਰਟ ਜ਼ਿਆਦਾ ਹੋਣਾ ਇੰਪੋਰਟ ਤੋਂ, ਠੀਕ ਹੈ, ਤੇ ਤੁਸੀਂ ਤੇਲ ਇੰਪੋਰਟ ਵੀ ਕਰ ਰਹੇ ਹੋ ਤੇ ਫਿਰ ਕੋਈ ਮਸਲਾ ਨਹੀਂ ਹੁੰਦਾ, ਕਿਉਂਕਿ ਤੁਹਾਡੇ ਕੋਲ ਇੰਨਾ ਪੈਸਾ ਪਿਆ ਹੁੰਦਾ ਹੈ ਨਾ, ਠੀਕ ਹੈ। ਜੇ ਮੈਂ ਸਾਦੀ ਗੱਲ ਕਰਾਂ ਕਿ ਤੁਸੀਂ ਕਹਿੰਦੇ ਹੋ ਕੋਈ ਗੱਲ ਨਹੀਂ, ਇੰਪੋਰਟ ਜਿਹੜੀ ਕਰ ਰਹੇ ਆ ਉਹਦੀ ਕੀਮਤ ਵੱਧ ਗਈ ਤੇ ਇਹਦੀਆਂ ਜ਼ਿਆਦੀਆਂ ਸਾਡੀਆਂ ਐਕਸਪੋਰਟ ਨੇ ਤੇ ਇਹਦੇ ਨਾਲ ਸਾਨੂੰ ਫਰਕ ਨਹੀਂ ਪੈਣਾ। ਹੁਣ ਚਾਈਨਾ 'ਚ ਤੁਸੀਂ ਵੇਖ ਲਓ, ਇਨਫਲੇਸ਼ਨ ਮੇਰੇ ਖਿਆਲ ਹੈ ਜਿਹੜੀ ਮਹਿੰਗਾਈ ਹੈ ਉਹ ਕੋਈ 2% ਦੇ ਕਰੀਬ ਹੈ ਚਾਈਨਾ 'ਚ ਨਾ, ਇਸ ਟਾਈਮ ਵੀ ਸਾਰੀ ਦੁਨੀਆ 'ਚ ਮਹਿੰਗਾਈ ਹੋ ਰਹੀ ਹੈ। ਉਹਦੀ ਵਜ੍ਹਾ ਹੈ ਕਿ ਉਹਨਾਂ ਦੀ ਐਕਸਪੋਰਟ ਇੰਨੀਆਂ ਜ਼ਿਆਦੀਆਂ ਨੇ ਤੇ ਉਹ ਕਹਿਣਗੇ ਕੋਈ ਮਸਲਾ ਹੀ ਨਹੀਂ, ਤੇਲ ਜੇ 2 ਬਿਲੀਅਨ 4 ਬਿਲੀਅਨ 5 ਬਿਲੀਅਨ ਹੋਰ ਦੇਣਾ ਪੈ ਗਿਆ ਤੇ ਸਾਡੇ ਕੋਲ ਇੰਨੀ ਸਪੇਅਰ ਪੈਸਾ ਪਿਆ ਹੋਏ ਨੇ, ਡਾਲਰ ਪਏ ਹੋਏ ਨੇ ਕਿ ਹੋਰ ਖਰੀਦ ਲਾਂਗੇ, ਕੋਈ ਪ੍ਰੋਬਲਮ ਹੀ ਨਹੀਂ ਹੈਗਾ। ਤੇ ਇਹਦੇ ਲਈ ਕਿਉਂਕਿ ਪਾਕਿਸਤਾਨ ਕੁਝ ਚੀਜ਼ਾਂ ਇਦਾਂ ਦੀਆਂ ਹੁੰਦੀਆਂ ਨੇ ਕਿ ਤੁਹਾਡਾ ਉਹਦੇ ਕੰਟਰੋਲ ਨਹੀਂ ਹੁੰਦਾ। ਮਿਸਾਲ ਦੇ ਤੌਰ ਤੇ ਤੇਲ ਹੈ, ਠੀਕ ਹੈ, ਇਹ ਬਸ ਖੁਦਾ ਦੀ ਦੇਣ ਹੈ। ਸਊਦੀਆ 'ਚ ਹੋਰ ਮੁਲਕਾਂ 'ਚ ਨਿਕਲ ਰਿਹਾ, ਪਾਕਿਸਤਾਨ ਵਿੱਚ ਇੰਨਾ ਨਹੀਂ ਹੁੰਦਾ ਕਿ ਸਾਡੀ ਸਾਰੀ ਜ਼ਰੂਰਤ ਪੂਰੀ ਹੋ ਜਾਏ। ਲੇਕਿਨ ਬਾਕੀ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ, ਜਿਸ ਤਰ੍ਹਾਂ ਤੁਹਾਡੀ ਇੰਡਸਟਰੀ ਬਿਲਡ ਕਰਨੀ, ਉਹ ਤੁਹਾਡੇ ਆਪਣੀ ਮਿਹਨਤ ਆਪਣੇ ਹੱਥ 'ਚ ਆਉਂਦਾ ਹੈ, ਠੀਕ ਹੈ। ਜਿਨ੍ਹਾਂ ਮੁਲਕਾਂ ਕੀਤੀ, ਕੋਰੀਆ ਕੀਤੀ, ਚਾਈਨਾ ਕੀਤੀ, ਜਾਪਾਨ ਕੀਤੀ, ਮਲੇਸ਼ੀਆ ਕੀਤੀ, ਤੇ ਉਹਨਾਂ ਉਸ ਤਰਫ ਤਵੱਜੋ ਦਿੱਤੀ ਤੇ ਆਪਣੀ ਇੰਡਸਟਰੀ ਨੂੰ ਨਾ ਉਹ ਕਾਫੀ ਡਿਵੈਲਪ ਕੀਤਾ। ਤੇ ਜਦੋਂ ਤੱਕ ਪਾਕਿਸਤਾਨ ਉਹ ਨਹੀਂ ਕਰੇਗਾ, ਉਹ ਮਿਸਾਲ ਰਹਿਣਗੇ। ਤੇ ਉਹਦੇ ਲਈ ਫਿਰ ਇਹ ਹੈ ਕਿ ਪਾਲਿਸੀ ਹੋਵੇ, ਜਿਸ ਤਰ੍ਹਾਂ ਪ੍ਰੋਫੈਸਰ ਸਾਹਿਬ ਪਹਿਲੇ ਕਹਿ ਰਹੇ ਸਨ, ਆਪਣੀ ਤੁਹਾਡੀ ਇੰਡਸਟਰੀ ਤੇ ਸੰਤਾਂ ਦੀ ਉਹਨੂੰ ਸਪੋਰਟ ਕਰਨ ਦੀ, ਉਹਨੂੰ ਇਸ ਕਾਬਲ ਕਰਨੇ ਨੇ ਕਿ ਹੋਰ ਮੁਲਕਾਂ ਦੇ ਵਿੱਚ ਜਿਹੜਾ ਨਾ ਸੰਤ ਦਾ ਮੁਕਾਬਲਾ ਕਰ ਸਕੇ, ਕੰਪੀਟ ਕਰ ਸਕਣ, ਐਕਸਪੋਰਟ ਤੁਹਾਡੀਆਂ ਵੱਧ ਜਾਣ, ਇੰਪੋਰਟ ਤੋਂ ਜ਼ਿਆਦਾ ਹੋ ਜਾਣ, ਤੇ ਫਿਰ ਉਹ ਮਸਲੇ ਮਸਾਇਲ ਹੱਲ ਹੋਣਗੇ। ਉਹਦੇ ਲਈ ਤੁਹਾਨੂੰ ਹਕੂਮਤਾਂ ਦਾ ਨਾ ਤੇ ਪਾਲਿਸੀਆਂ ਦਾ ਤਸਲਸਲ ਜ਼ਰੂਰਤ ਪਵੇਗਾ ਨਾ, ਕਿਉਂਕਿ ਕੋਈ ਵੀ ਹਕੂਮਤ ਆਂਦੀ 2 ਸਾਲ 3 ਸਾਲ ਪੂਰੇ ਕਰਦੀ, ਫਿਰ ਇਹ ਸਾਰੇ ਜਿਹੜੇ ਡਰਾਮੇ ਹੁੰਦੇ ਰਹਿੰਦੇ ਨੇ ਚੈਨਲਾਂ ਤੇ, ਮੈਂ ਵੇਖਦਾ ਰਹਿੰਦਾ ਟਾਕ ਸ਼ੋਆਂ 'ਚ, ਇੱਕ ਹਕੂਮਤ ਜਾ ਰਹੀ, ਦੂਸਰੀ ਆ ਰਹੀ, ਉਹ ਇੱਕ ਦੂਜੇ ਦੇ ਉਹ ਲੈਗ ਪੁਲਿੰਗ ਕਰ ਰਹੇ ਨੇ, ਇੱਕ ਦੂਸਰੇ ਨੂੰ ਪਿੱਛੇ ਛਿੱਕ ਰਹੇ ਨੇ, ਤੇ ਕਦੇ ਕੋਈ ਧਰਨਾ ਦੇ ਰਿਹਾ ਤੇ ਕਿਤੇ ਕੋਈ ਧਰਨਾ ਦੇ ਰਿਹਾ। ਉਹ ਸਾਰੇ ਜਿੰਨੀ ਵੀ ਇਸਤਕਾਮ ਨਹੀਂ ਹੁੰਦਾ ਨਾ ਮੁਲਕ ਵਿੱਚ, ਸਿਆਸੀ ਇਸਤਕਾਮ, ਤੇ ਉਦੋਂ ਤੱਕ ਮੁਲਕ ਤਰੱਕੀ ਨਹੀਂ ਕਰਦਾ। ਹੁਣ ਇਹ ਸਾਰੇ ਇਹਦੇ ਵੈਸਟ 'ਚ ਬੈਠੇ ਹੋ ਨਾ ਤੁਸੀਂ, ਤੇ ਇਹ ਕਹਿੰਦੇ ਨੇ ਚਾਈਨਾ 'ਚ ਡੈਮੋਕ੍ਰੇਸੀ ਕੋਈ ਨਹੀਂ ਹੈ, ਡੈਮੋਕ੍ਰੇਸੀ ਕੋਈ ਨਹੀਂ। ਡੈਮੋਕ੍ਰੇਸੀ ਤੁਸੀਂ ਕੀ ਕਰਨਾ, ਲੇਕਿਨ ਤੁਸੀਂ ਵੇਖੋ ਉੱਥੇ ਕੋਈ ਇਦਾਂ ਦੇ ਜਲਸੇ ਜਲੂਸ ਹੜਤਾਲਾਂ ਇਹ ਲਾਂਗ ਮਾਰਚ ਕੁਝ ਵੀ ਨਹੀਂ ਹੁੰਦਾ ਉੱਥੇ, ਬਿਲਕੁਲ ਸਕੂਨ ਹੈ, ਹਰ ਬੰਦਾ ਆਪਣੇ ਕੰਮ ਵਿੱਚ ਲੱਗਾ ਹੋਇਆ ਹੈ। ਤੇ ਇਹ ਫਿਰ ਵੀ ਸਿਆਸੀ ਉਹਨਾਂ ਨੇ ਇਸਤਕਾਮ ਦੁਨੀਆ ਜਿਹੜਾ ਹੈ ਨੂੰ ਨਾ ਅੱਗੇ ਲਾਇਆ। ਜੀ, ਸਿਆਸੀ ਇਸਤਕਾਮ ਸਾਰਿਆਂ ਨਾਲੋਂ ਜ਼ਰੂਰੀ ਹੈ। ਸਾਰਿਆਂ ਨਾਲ ਜਿਹੜੀ ਜ਼ਰੂਰੀ ਚੀਜ਼ ਹੈ ਨਾ ਕਿਸੇ ਮੁਲਕ ਵਿੱਚ ਵੀ ਤਰੱਕੀ ਲਈ, ਕਿਸੇ ਮੁਲਕ ਤਰੱਕੀ ਨਹੀਂ ਕੀਤੀ ਜਿਹਦੇ ਵਿੱਚ ਇਸਤਕਾਮ ਨਹੀਂ ਹੈ। ਤੁਸੀਂ ਵੇਖ ਲਓ ਹੁਣ ਮੁਲਕ ਜਿਹੜਾ ਇਰਾਕ ਹੈ ਮਿਸਾਲ ਦੇ ਤੌਰ ਤੇ ਨਾ, ਹੁਣ ਇਰਾਕ ਕਿੰਨਾ ਜ਼ਿਆਦਾ ਤੇਲ ਹੈ, ਠੀਕ ਹੈ, ਲੇਕਿਨ ਉੱਥੇ ਜੰਗਾਂ ਹੁੰਦੀਆਂ ਰਹੇ ਨੇ, ਅਮਰੀਕਾ ਅਟੈਕ ਕੀਤਾ, ਹੋਰ ਮਸਲੇ ਮਸਾਇਲ, ਤੇ ਉਹਦੀ ਵਜ੍ਹਾ ਤੋਂ ਉਹਦੀ ਹਾਲਤ ਹੁਣ ਤੁਸੀਂ ਵੇਖ ਲਓ। ਤੇਲ ਹੋਣੇ ਦੇ ਬਾਵਜੂਦ ਵੀ ਸਿਆਸੀ ਇਸਤਕਾਮ ਨਹੀਂ ਹੈ। ਤੇ ਸਾਰਿਆਂ ਨਾਲ ਪਹਿਲੀ ਚੀਜ਼ ਹੈ ਸਟੇਬਿਲਿਟੀ, ਇਸਤਕਾਮ। ਉਹ ਪਾਕਿਸਤਾਨ ਵਿੱਚ ਉਹ ਵੀ ਨਹੀਂ ਆਇਆ, ਤੇ ਉਹ ਵੀ ਇੱਕ ਬਹੁਤ ਵੱਡਾ ਫੈਕਟਰ ਹੈ ਤੇ ਅਨਸਰ ਹੈ ਜਿਹਦੀ ਵਜ੍ਹਾ ਤੋਂ ਨਾ ਪਾਕਿਸਤਾਨ ਦੇ ਮਿਸਾਲ ਰਹੇ ਨੇ ਇਹ ਸਾਰੇ। ਤੇ ਬਿਲਕੁਲ ਉਹ ਠੀਕ ਕਹਿ ਰਹੇ ਨੇ, ਟੈਕਸ ਕਲੈਕਸ਼ਨ ਠੀਕ ਹੋਣੀ ਚਾਹੀਦੀ ਤੇ ਸਹੀ ਹੈ ਉਹ ਡਾਕਟਰ ਕਰਨਗੇ। ਮੁਹੰਮਦ ਤੇ ਜੀ ਜੀ, ਡਾਕਟਰ ਮੁਹੰਮਦ ਅਲੀ ਸਾਹਿਬ, ਤੁਹਾਨੂੰ ਕਾਫੀ ਸਾਰੇ ਪੂਰੀ ਦੁਨੀਆ ਤੋਂ ਚੂੰਕਿ ਪੰਜਾਬੀਆਂ ਦੀ ਡੇਰੇਦਾਰੀ ਅਮਰੀਕਾ, ਕੈਨੇਡਾ, UK, ਯੂਰਪ, ਅਰਬਾਂ ਮੁਲਕਾਂ 'ਚ ਪੰਜਾਬ ਦੇ ਸਾਰਿਆਂ ਜ਼ਿਲ੍ਹਿਆਂ 'ਚੋਂ ਬਹਿ ਕੇ ਆਵਾਮ ਤੁਹਾਡੀਆਂ ਗੱਲਾਂ ਸੁਣ ਰਹੀ ਹੈ। ਮਾਸਟਰ ਸਾਬਰ ਹੁਸੈਨ ਸਾਹਿਬ, ਸ਼ਹਿਬਾਜ਼ ਅਹਿਮਦ ਸਾਹਿਬ, ਮੈਂ ਅਜ਼ੀਮ ਅਖਤਰ ਸਾਹਿਬ ਕੜੀਆਂਵਾਲਾ ਤੋਂ, ਸ਼ਹਿਬਾਜ਼ ਅਹਿਮਦ ਸਾਹਿਬ, ਸ਼ਹਿਦਾਦ ਸ਼ੇਖ ਸਾਹਿਬ, ਅਹਿਮਦ ਰਜ਼ਾ ਚੌਧਰੀ ਸਾਹਿਬ, ਫੈਸਲ ਬੱਟ ਸਾਹਿਬ ਸਪੇਨ ਤੋਂ, ਅਦਨਾਨ ਨਿਆਜ਼ੀ, ਸ਼ਹਿਬਾਜ਼ ਅਹਿਮਦ, ਸੁਲਤਾਨ ਟਿਵਾਣਾ ਸਰਗੋਦਾ ਤੋਂ, ਅਬਦੁਰ ਰਹਿਮਾਨ ਲੰਡਨ ਤੋਂ, ਇੱਕ ਲੰਮੀ ਦੋਸਤਾਂ ਦੀ ਲਿਸਟ ਹੈ। ਡਾਕਟਰ ਮੁਹੰਮਦ ਅਲੀ ਸਾਹਿਬ, ਇਹ ਦੱਸੋ ਕਿ ਤੁਸੀਂ ਇੱਕ ਠੰਡੇ ਮੁਲਕ 'ਚ ਬੈਠੇ ਹੋ, ਇੰਗਲੈਂਡ ਦੇ ਵਿੱਚ, ਜਿੱਥੇ ਸਰਦੀਆਂ ਦੇ ਵਿੱਚ ਵੀ ਆਵਾਮ ਕੁਲਫੀਆਂ ਖਾਂਦੀ ਹੈ। ਪਾਕਿਸਤਾਨ ਦੇ ਵਿੱਚ ਤੇਲ ਦੀਆਂ ਕੀਮਤਾਂ ਵੱਧ ਜਾਣ ਦੇ ਬਾਵਜੂਦ ਬਿਜਲੀ ਨਹੀਂ ਆ ਰਹੀ, ਆਵਾਮ ਬਰਫ਼ ਜਮਾ ਕੇ ਤੇ ਦੁਹਾਣੇ ਠੰਡੇ ਕਰਕੇ ਨਹੀਂ ਖਾ ਸਕਦੀ, ਅੰਬ ਠੰਡੇ ਕਰਕੇ ਚੂਸ ਨਹੀਂ ਸਕਦੀ। ਕਿਦੋਂ ਤੱਕ ਉਮੀਦ ਹੈ ਕਿ ਕਿਦੋਂ ਆਵਾਮ ਹੈ ਜਿਹੜੀ ਗਰਮੀਆਂ ਦੇ ਵਿੱਚ ਵੀ ਠੰਡੇ ਦਵਾਣੇ ਖਾਏ ਦੀ ਜਾਂ ਅੰਬ ਚੂਪੇ ਦੀ ਠੰਡੇ? ਜਿਹੜਾ ਮੌਜੂਦਾ ਪੋਲੀਟੀਕਲ ਸਿਸਟਮ ਹੈ, ਮੌਜੂਦਾ ਜਿਹੜਾ IMF ਦਾ ਕਿਰਦਾਰ ਹੈ, ਵਰਲਡ ਬੈਂਕ ਦਾ ਕਿਰਦਾਰ ਹੈ, ਜਿਹੜੇ ਸਾਡੇ ਮਾਹਿਰ ਮੁਆਸ਼ੀਆਤ ਜਿਹੜੀਆਂ ਪਾਲਿਸੀਆਂ ਬਣਾਉਂਦੇ ਨੇ ਪਏ, ਇਹਨਾਂ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ
ਇਹ ਕਿੰਨੇ ਕੁ ਸਾਲ ਲੱਗ ਜਾਣ ਦੇ ਪਾਕਿਸਤਾਨੀ ਆਵਾਮ ਗਰਮੀਆਂ 'ਚ ਠੰਡੇ ਅੰਬ ਚੂਪ ਸਕੇ? ਹਾਂ ਜੀ, ਇਹ ਖੁਸ਼ਕਿਸਮਤ ਨੇ ਜੀ ਕਿ ਉਹ ਠੰਡੇ ਅੰਬ ਚੂਪ ਰਹੇ ਨੇ ਤੇ ਇੰਜੋਏ ਕਰ ਰਹੇ ਨੇ ਗਰਮੀ ਨੂੰ। ਸਾਡੇ ਤਾਂ ਗਰਮੀਆਂ 'ਚ ਵੀ ਠੰਡੀ ਹੁੰਦੀ ਤੇ ਸਰਦੀਆਂ 'ਚ ਤਾਂ ਹੁੰਦੀ ਹੈ। ਤੇ ਗੱਲ ਇਹ ਕਿ ਉਹਦੇ ਲਈ ਤੁਹਾਨੂੰ ਜਿਹੜਾ ਨਾ, ਜਿੱਦਾਂ ਪ੍ਰੋਫੈਸਰ ਸ਼ਹਿਬਾਜ਼ ਸਾਹਿਬ ਕਹਿ ਰਹੇ ਸਨ, ਜਿਹੜੀ એનર્ਜੀ ਜਾਂ ਤਵਾਨਾਈ ਦੀ ਨਾ ਪਾਲਿਸੀ ਬਣਾਉਣੀ ਪਵੇਗੀ। ਤੁਹਾਨੂੰ ਵੇਖਣਾ ਪਏਗਾ ਕਿ ਤੁਹਾਡੀ ਜ਼ਰੂਰਤ ਕਿੰਨੀ ਹੈ ਤੇ ਤੁਸੀਂ એનર્ਜੀ ਪੈਦਾ ਕਿੰਨੀ ਕਰਦੇ ਹੋ। ਠੀਕ ਹੈ। ਇੱਕ ਟਾਈਮ ਸੀ, ਕੁਝ ਦੌਰ ਇਹ ਨਹੀਂ ਕਿ ਉਹ ਉਸ ਟਾਈਮ ਕੁਝ ਬਹੁਤ ਜ਼ਿਆਦਾ ਕਮ ਹੋਇਆ ਸੀ એનર્ਜੀ ਤੇ, ਲੇਕਿਨ ਪ੍ਰਵੇਜ਼ ਮੁਸ਼ਰਫ ਦੇ ਕੁਝ ਸਾਲ ਸਨ ਜਦੋਂ એનર્ਜੀ ਜਾਂ ਜਿਹੜੀ ਇਲੈਕਟ੍ਰਿਸਿਟੀ ਹੁੰਦੀ ਸੀ ਸਾਡੀ ਜਾਂ ਬਿਜਲੀ, ਉਹ ਥੋੜੀ ਸੀ ਸਰਪਲਸ ਹੋ ਗਈ ਸੀ। ਤੇ ਉਸ ਟਾਈਮ ਇਹ ਗੱਲ ਹੋ ਰਹੀ ਸੀ ਕਿ ਇੰਡੀਆ ਨੂੰ ਐਕਸਪੋਰਟ ਕੀਤੀ ਜਾਏ ਕਿ ਨਾ ਕੀਤੀ ਜਾਏ ਨਾ। ਪਾਕਿਸਤਾਨ ਵਿੱਚ ਕੋਈ ਐਕਸਪੋਰਟ ਕੀ ਥੀ, ਐਕਸਪੋਰਟ ਕੀਤੀ ਹਾਂ, ਸੀ, ਐਕਸਪੋਰਟ ਕੀਤੀ ਸੀ। ਅੱਛਾ ਕੀਤੀ ਵੀ ਸੀ ਤੁਸੀਂ, ਠੀਕ ਹੈ। ਅੱਛਾ, ਲੇਕਿਨ ਪਾਕਿਸਤਾਨ ਇਹ ਹੈ ਕਿ ਉਸ ਤਰ੍ਹਾਂ ਨਾ ਕੋਈ ਲੌਂਗ ਟਰਮ ਕੋਈ ਤਵਾਨਾਈ ਦਾ ਕੋਈ ਮਸੂਬਾ ਬੰਦੀ ਨਹੀਂ ਹੋਈ। ਕਈ ਹੁਣ ਡੈਮ ਬਣ ਵੀ ਰਹੇ ਨੇ, ਲੇਕਿਨ ਉਹ ਸੋਚੋ ਕਿ ਹੁਣ ਕਿਉਂ ਬਣ ਰਹੇ ਨੇ। ਉਹ ਅੱਜ ਤੋਂ ਨਹਿਰਾਂ ਤੇ ਦਰਿਆ ਤਾਂ ਉੱਥੇ ਹੀ ਨੇ ਨਾ। ਤੁਸੀਂ ਅੱਜ ਤੋਂ 20-25 ਸਾਲ ਪਹਿਲਾਂ ਕਿਉਂ ਨਹੀਂ ਬਣਾਏ ਨਾ? ਉਹ ਉਦੋਂ ਬਣਾ ਲਏ ਹੁੰਦੇ ਤੇ ਉਹ ਹੁਣ ਤੁਹਾਡੇ ਨੈਸ਼ਨਲ ਗ੍ਰਿਡ ਦਾ ਉਹ ਪਾਰਟ ਬਣ ਗਏ ਹੁੰਦੇ। ਇਦਾਂ ਲਈ ਬਾਕੀ ਜਿਹੜੇ ਜਿਸ ਤਰ੍ਹਾਂ ਨਾ ਸੋਲਰ એનર્ਜੀ ਹੋ ਗਈ ਜਾਂ ਸੂਰਜ ਦੇ ਨਾਲ ਧੁੱਪ ਨਾਲ ਵਿੰਡ ਨਾਲ, ਇਹਨਾਂ ਸਾਰਿਆਂ ਮਸੂਬਿਆਂ ਤੇ ਕੰਮ ਨਹੀਂ ਹੋਇਆ। ਫਿਰ ਇਹ ਕਿ ਪਾਕਿਸਤਾਨ ਹੁਣ ਨਿਊਕਲੀਅਰ ਬੰਬ ਬਣਾ ਲਿਆ, ਬੜਾ ਠੀਕ ਹੈ, ਚਲੋ ਚੰਗਾ ਕੀਤਾ। ਲੇਕਿਨ ਉਹ ਨਿਊਕਲੀਅਰ એનર્ਜੀ ਤੁਸੀਂ ਉਹਨੂੰ ਕਿਉਂ ਨਹੀਂ ਤੁਸੀਂ ਡਿਵੈਲਪ ਕੀਤਾ ਕਿ ਤੁਸੀਂ ਉਹਦੇ ਨਾਲ ਬਿਜਲੀ ਬਣਾ ਲਓ, ਇੰਨੀ ਬਣਾ ਲਓ ਕਿ ਤੁਹਾਡੇ ਲਈ ਕਾਫੀ ਹੋ ਜਾਏ। ਹੁਣ ਇਹ ਯੂਕੇ ਦੇ ਵਿੱਚ ਚਾਈਨੀਜ਼ ਇਨਵੈਸਟਮੈਂਟ ਕਰ ਰਹੇ ਨੇ ਨਿਊਕਲੀਅਰ એનર્ਜੀ ਦੇ ਵਿੱਚ। ਠੀਕ ਹੈ। ਉਹ ਤੁਸੀਂ ਪਾਕਿਸਤਾਨ ਵਿੱਚ ਉਹ ਤੁਸੀਂ ਕਿਉਂ ਨਹੀਂ ਇਨਵਾਇਰਮੈਂਟ ਕੀਤਾ ਕਿ ਤੁਹਾਡੀ ਨਿਊਕਲੀਅਰ એનર્ਜੀ ਉੱਥੇ ਹੁੰਦੀ? ਪਾਕਿਸਤਾਨ ਨੂੰ ਤਾਂ એનર્ਜੀ ਦਾ ਕੋਈ ਮਸਲਾ ਨਹੀਂ ਹੋਣਾ ਚਾਹੀਦਾ ਸੀ ਨਾ, ਕਿਉਂਕਿ ਤੁਹਾਡੇ ਕੋਲ ਹਰ ਫਾਰਮ ਵਿੱਚ ਪ੍ਰੋਫੈਸਰ ਸਾਹਿਬ ਮੇਰੇ ਤੋਂ ਬਿਹਤਰ ਐਕਸਪਰਟ ਨੇ ਇਹਦੇ ਤੇ, ਪਾਕਿਸਤਾਨ ਵੀ ਜ਼ਿਆਦਾ ਰਹਿਣੇ ਤੇ ਜਾਣਦੇ ਨੇ ਕਿ ਹਰ ਕਿਸਮ ਦੀ ਤੁਹਾਨੂੰ ਜਿਹੜਾ ਨਾ ਬਿਜਲੀ ਤੁਸੀਂ ਬਣਾ ਸਕਦੇ ਹੋ। ਪਾਣੀ ਤੋਂ ਵੀ ਬਣਾ ਸਕਦੇ ਹੋ, ਤੁਸੀਂ ਕੋਲੇ ਤੋਂ ਵੀ ਬਣਾ ਸਕਦੇ ਹੋ, ਤੁਸੀਂ ਸੂਰਜ ਤੋਂ ਵੀ ਬਣਾ ਸਕਦੇ ਹੋ, ਤੁਸੀਂ ਹਵਾ ਤੋਂ ਵੀ ਬਣਾ ਸਕਦੇ ਹੋ, ਤੁਸੀਂ ਨਿਊਕਲੀਅਰ ਤੋਂ ਵੀ ਬਣਾ ਸਕਦੇ ਹੋ। ਹਰ ਕਿਸਮ ਦੀ ਪਾਕਿਸਤਾਨ ਵਿੱਚ ਕੁਦਰਤੀ ਤੌਰ ਤੇ ਸਾਰੀਆਂ ਚੀਜ਼ਾਂ ਨੇ। ਸਿਰਫ ਇੱਕ ਚੀਜ਼ ਨਹੀਂ ਸੀ, ਉਹ ਉਹਨਾਂ ਦੀ ਨੀਅਤ ਨਹੀਂ ਸੀ ਮੇਰੇ ਖਿਆਲ ਹੈ, ਜਿਹੜੇ ਪਹਿਲੇ ਗੁਜ਼ਰੇ ਨੇ ਇਹ ਉਹਨਾਂ ਦੀ ਪ੍ਰਾਇਰਟੀ ਨਹੀਂ ਸੀ, ਇਹਨੂੰ ਉਹਨਾਂ ਨੇ ਫੋਕੀਅਤ ਨਹੀਂ ਦਿੱਤੀ। ਉਹ ਇਸ ਤੇ ਫੋਕਸ ਕਰਦੇ ਰਹੇ ਕਿ ਬਸ ਸਾਡਾ ਇਕਤਦਾਰ ਚੱਲਦਾ ਰਹੇ। ਇਹ ਨਹੀਂ ਸੋਚਿਆ ਕਿ ਅੱਜ ਤੋਂ 20 ਸਾਲ 25 ਸਾਲ ਪਾਕਿਸਤਾਨ ਕਿੱਥੇ ਹੋਏਗਾ ਤੇ ਇਹਦੀ ਕਿੰਨੀ એનર્ਜੀ ਦੀ ਜ਼ਰੂਰਤ ਹੋਏਗੀ। ਹੁਣ ਅੱਜ ਤੋਂ ਤਕਰੀਬਨ 30 ਸਾਲ ਪਹਿਲੇ ਮੇਰੇ ਖਿਆਲ ਵਿੱਚ ਸਾਡੇ ਮਹੱਲੇ 'ਚ ਕੋਈ ਸ਼ਾਇਦ ਇੱਕ ਟੈਲੀਵਿਜ਼ਨ, 2 ਟੈਲੀਵਿਜ਼ਨ, ਕੋਈ ਇੱਕ ਅੱਧ ਫਰਿੱਜ ਕਿਸੇ ਦੇ ਘਰ ਹੁੰਦੀ ਸੀ, ਕਿਸੇ ਦੇ ਘਰ ਨਹੀਂ ਹੁੰਦੀ ਸੀ। ਟੈਲੀਵਿਜ਼ਨ ਵੀ ਇਦਾਂ ਹੀ। ਤੇ ਹੁਣ ਜਿਸ ਘਰ ਤੁਸੀਂ ਜਾਓ ਪਾਕਿਸਤਾਨ ਵਿੱਚ ਫਰਿੱਜ, ਫਰੀਜ਼ਰ, ਏਅਰ ਕੰਡੀਸ਼ਨਰ, ਇਹ ਸਾਰੀਆਂ ਚੀਜ਼ਾਂ ਨੇ। ਤੇ ਇਹਨਾਂ ਸਾਰੀਆਂ ਬਿਜਲੀ ਨਹੀਂ ਚੀਜ਼ਾਂ ਹੈ, ਲਈ ਹਾਂਜੀ ਬਿਜਲੀ ਡਿਮਾਂਡ ਨਹੀਂ ਚੱਲਿਆ। ਹੈ। ਸਰ ਹਰ ਜੀ ਕਮਰੇ ਟੀਵੀ ਵੱਖਰਾ, ਹਰ ਕਮਰੇ 'ਚ ਏਸੀ ਵੱਖਰਾ, ਹਰ ਜੀ ਕਮਰੇ 'ਚ ਫ੍ਰਿਜ ਵੱਖਰੀ ਆ। ਹਾਂ ਹੁਣ ਜੀ ਤੇ ਕਮਰੇ ਕਮਰੇ 'ਚ ਗੱਲਾਂ ਆ ਗਈਆਂ ਨਾ। ਜੀ ਬਿਲਕੁਲ। ਤੇ ਹਰ ਬੰਦੇ ਕੋਲ ਮੋਬਾਈਲ ਵੀ ਹੈ ਜਿਹੜਾ ਤੁਸੀਂ ਚਾਰਜ ਕਰਨਾ ਜੇ ਬਿਜਲੀ ਹੋਵੇ ਤਾਂ। ਨਾ ਜੀ, ਤੇ ਮੋਬਾਈਲ 2-2 3-3 ਸ਼ਾਮ ਦੀ ਸਿਮ ਵੱਖਰੀ, ਦੁਪਹਿਰ ਦੀ ਵੱਖਰੀ, ਰਾਤ ਦੀ ਜੀ ਵੱਖਰੀ। ਜੀ ਜੀ ਤੇ ਸਹੀ ਹੈ। ਇਹ ਸ਼ਹਿਬਾਜ਼ ਸਾਹਿਬ ਇਹ ਦੱਸੋ ਕਿ ਉਹਨਾਂ ਸਿਮਾਂ ਦਾ ਕੀ ਫਾਇਦਾ ਜਿਨ੍ਹਾਂ ਵਿੱਚ 100 ਰੁਪਏ ਦਾ ਕਾਰਡ ਪਵਾਉਣਾ ਤੇ 53 ਰੁਪਏ ਪਿੱਛੇ ਰਹਿ ਜਾਣੇ ਨੇ, ਜਾਂ ਉਹਨਾਂ ਫਰਿੱਜਾਂ ਦਾ ਕੀ ਫਾਇਦਾ ਜਿਨ੍ਹਾਂ ਦੇ ਵਿੱਚ ਬਿਜਲੀ ਦੀ ਤਾਰ ਹੈ ਜਿਹੜੀ ਉਹ ਠੰਡੀ ਪਈ ਹੈ ਤੇ ਅੰਬ ਨੇ ਜਿਹੜੇ ਉਹ ਗਰਮ ਪਏ ਨੇ ਫਰਿੱਜ ਦੇ ਵਿੱਚ। ਡਾਕਟਰ ਸਾਹਿਬ ਇਹ ਯਾਰ ਦੱਸੋ। ਉਹ ਗੱਲ ਸੁਣੋ, ਅੰਬ ਏਡੇ ਵੀ ਗਰਮ ਨਹੀਂ ਹੁੰਦੇ, ਕੋਈ ਅੰਬ ਥੋੜੇ ਬਹੁਤ ਠੰਡੇ ਹੁੰਦੇ, ਖਾਣ ਦੇ ਕਾਬਲ ਹੁੰਦੇ ਨੇ। ਚਲੋ ਠੀਕ ਹੈ, ਤੁਸੀਂ ਤੇ ਜ਼ਾਹਿਰ ਖਾਣੇ ਨੇ, ਤੁਸੀਂ ਤੇ ਕਹਿਣਾ ਹੀ ਕਹਿਣਾ ਨੇ ਜੀ ਅਸੀਂ ਠੰਡੇ ਹੀ ਚੂਪਨੇ ਆ, ਤੁਸੀਂ ਤੇ ਨਹੀਂ ਕਹਿਣਾ ਅਸੀਂ ਗਰਮ ਚੂਪਨੇ ਆ। ਅੱਛਾ ਡਾਕਟਰ ਸ਼ਹਿਬਾਜ਼ ਸਾਹਿਬ ਇਹ ਦੱਸੋ, ਹੁਕੂਮਤ ਕਹਿੰਦੀ ਹੈ ਕਿ ਚਾਹ ਦੀਆਂ ਪਿਆਲੀਆਂ ਘੱਟ ਕਰ ਦਿਓ, ਇਕਨੋਮੀ ਬਿਹਤਰ ਹੋ ਜਾਏਗੀ, ਤੁਹਾਡਾ ਕੀ ਸਟੈਂਡ ਹੈ ਇਹਨਾਂ ਦੀ ਇਸ ਗੱਲ? ਨਹੀਂ ਦੇਖੋ, ਮੈਂ ਪਹਿਲਾਂ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਫਰਜ਼ ਕਰੋ ਤੁਸੀਂ ਲੋਕਾਂ ਨੂੰ ਕਹੋ ਕਿ ਤੁਸੀਂ ਇਹ ਕੰਮ ਕਰੋ, ਬਿਹਤਰ ਹੈ ਕਿ ਤੁਸੀਂ ਐਗਜ਼ਾਮਪਲ ਆਪ ਬਣੋ ਨਾ। तो एहसन ਜੀ इकबाल साहब ने किया, तो एहसन इकबाल साहब पहले खुद फैसला करना चाहिए कि ਉਹਨੂੰ ਉਹ ਡੇਲੀ 3-3 ਕੱਪ ਚਾਹ ਦੇ ਪੀਣੇ, 4 ਪੀਣੇ, ਉਹਨਾਂ ਇੱਕ ਪੀਣਾ ਹੈ। ਜਦੋਂ ਇਹ ਆਸਟੈਰਿਟੀ ਜਾਂ ਇਹ ਸਾਰੀ ਚੀਜ਼ਾਂ ਆਪਣੇ ਆਪ ਤੋਂ ਲਾਗੂ ਕਰ ਲੈਂਦੇ, ਲੋਕ ਆਟੋਮੈਟਿਕ ਕਰ ਲੈਂਦੇ। ਠੀਕ ਹੈ। ਅਗਰ ਖਾਲੀ ਬਿਆਨਾਂ ਹੀ ਤੁਸੀਂ ਰਹੋਗੇ ਲੋਕੀ ਚਾਹ ਦੀ ਪਿਆਲੀ ਘੱਟ ਕਰਨ ਜਾਂ ਤਾਂ ਫਿਰ ਮੇਰਾ ਨਹੀਂ ਖਿਆਲ ਇਸ ਤਰ੍ਹਾਂ ਹੋਏਗਾ। ਹਮੇਸ਼ਾ ਪ੍ਰੈਕਟੀਕਲ ਜਿਹੜਾ ਹੁੰਦਾ ਹੈ ਉਹ ਹੁਕਾਮੇ ਬਾਲਾ ਤੋਂ ਸ਼ੁਰੂ ਹੁੰਦਾ ਹੈ। ਹੁਕਾਮੇ ਬਾਲਾ ਜਦੋਂ ਅਮਲੀ ਤੌਰ ਤੇ ਇਹਨਾਂ ਚੀਜ਼ਾਂ ਦਾ ਖੁਦ ਅਮਲ ਕਰਨ ਲੱਗ ਪੈਂਦੇ ਤਾਂ ਲੋਕ ਉਹਨਾਂ ਨੂੰ ਵੇਖਾ ਵੇਖੀ ਅਮਲ ਕਰਦੇ। ਮੈਂ ਤੁਹਾਨੂੰ ਬੜੀ ਅੱਛੀ ਐਗਜ਼ਾਮਪਲ ਦਿੱਤੀ ਮਹਾਦੀ ਮੁਹੰਮਦ ਸਾਹਿਬ ਦੀ ਗੱਡੀ ਦੇ ਬਾਰੇ। ਉਹ ਇਹ ਵੇ ਕਿ ਇਹ ਖਾਲੀ ਸਟੇਟਮੈਂਟ ਜਾਰੀ ਕਰਨ, ਜਿਸ ਤਰ੍ਹਾਂ ਮੁਹੰਮਦ ਅਲੀ ਨਾਸਰ ਸਾਹਿਬ ਕਹਿ ਰਹੇ ਨੇ ਕਿ
75 ਸਾਲ ਤੱਕ ਤਾਂ ਸੋਚਿਆ ਹੀ ਨਹੀਂ ਕੋਈ ਡੈਮ ਜਿਹੜੇ ਅੱਜ ਤੋਂ 30 ਸਾਲ ਪਹਿਲਾਂ ਬਣਨੇ ਚਾਹੀਦੇ ਉਹ ਬਣ ਜਾਣੇ ਚਾਹੀਦੇ ਸਨ। ਮਕਸਦ ਗੱਲ ਕਰਨ ਦਾ ਕਿ ਉਹ ਅਸੀਂ ਸੋਚੀਏ ਤਾਂ ਨਾ ਕਿ ਸਟੇਬਿਲਿਟੀ ਪਿਛਲੇ 75 ਸਾਲ 'ਚ ਬਿਲਕੁਲ ਨਹੀਂ ਆਈ। ਸਟੇਬਿਲਿਟੀ ਹੁੰਦੀ ਤੇ ਤੁਹਾਡੀ ਪਾਲਿਸੀਜ਼ ਤੁਹਾਡੀਆਂ ਲੌਂਗ ਟਰਮ ਚੱਲਦੀਆਂ ਪਾਲਿਸੀਜ਼ ਹੁੰਦੀਆਂ, ਤੁਹਾਡੀ ਮੁਆਸ਼ੀਅਤ ਮਜ਼ਬੂਤ ਹੁੰਦੀ, ਫਿਰ ਚਾਹੇ ਤੁਸੀਂ ਤੇਲ ਜ਼ਿਆਦਾ ਇੰਪੋਰਟ ਕਰਦੇ ਘੱਟ ਇੰਪੋਰਟ ਕਰਦੇ, ਕਿਉਂਕਿ ਤੁਹਾਨੂੰ ਪਤਾ ਹੈ ਕਿ ਸਾਡੇ ਕੋਲ ਸੋਰਸ ਆਫ ਇਨਕਮ ਬਹੁਤ ਜ਼ਿਆਦਾ ਨੇ ਤੇ ਸਰ ਪੈਸਾ ਆ ਰਿਹਾ, ਸਾਨੂੰ ਇਸ ਚੀਜ਼ ਦੀ ਪਰਵਾਹ ਨਹੀਂ ਹੈਗੀ ਕੋਈ। ਇਹ ਸਾਰਾ ਕੁਝ ਮੇਰਾ ਖਿਆਲ ਕਿ ਐਸਨ ਸਾਹਿਬ ਜਿਹੜੀ ਗੱਲ ਹੈਗੀ ਹੈ ਨਾ ਕਿ ਚਾਹ ਦੀਆਂ ਪਿਆਲੀਆਂ ਘੱਟ ਕਰੋ, ਉਹ ਚਾਹ ਦੀਆਂ ਪਿਆਲੀਆਂ ਉਦੋਂ ਹੀ ਘੱਟ ਕਰੋ ਹੋਣ ਦੀਆਂ ਜਦੋਂ ਤੁਸੀਂ ਲੋਕਾਂ ਨੂੰ ਕੰਮ ਤੇ ਲਾਓਗੇ। ਉਹ ਜਿਸ ਤਰ੍ਹਾਂ ਮੈਂ ਦੱਸਿਆ ਕਿ 2-2 3-3 ਮੋਬਾਈਲ ਨੇ ਸਾਡੇ ਕੋਲ, ਦਿਨ ਦੁਪਹਿਰ ਦਾ, ਸ਼ਾਮ ਦਾ, ਰਾਤ ਦਾ ਪੈਕੇਜ ਜਿਹੜਾ ਵੱਖਰਾ ਹੈ। ਇਹ ਬੜੀ ਅੱਛੀ ਇੱਕ ਸਟ੍ਰੈਟਜੀ ਹੈ ਕਿਸੇ ਕੌਮ ਨੂੰ ਤਬਾਹ ਕਰਨ ਵਾਸਤੇ ਕਿ ਉਹਨੂੰ ਤੁਸੀਂ ਅਨਪ੍ਰੋਡਕਟਿਵ ਡਿਸਕਸ਼ਨ ਚ ਲਾ ਦਿਓ। ਤਾਂ ਮੇਰਾ ਖਿਆਲ ਹੈ ਕਿ ਮੋਬਾਈਲ ਤੋਂ ਉਹਨਾਂ ਦੇ ਅੰਦਰ ਪੈਕੇजेस ਨੇ, ਉਹ ਇੱਕ ਬਿਹਤਰੀਨ ਐਗਜ਼ਾਮਪਲ ਲੈ ਕੇ ਜਦ ਹਰ ਬੰਦਾ 2-2 ਘੰਟੇ ਗੱਲਾਂ ਹੋ ਰਹੀਆਂ ਨੇ, ਉਹਦਾ ਪ੍ਰੋਡਕਟਿਵਿਟੀ ਨਹੀਂ ਹੈਗੀ ਕੋਈ, ਲੇਕਿਨ ਕੌਮ ਦਾ ਟਾਈਮ ਜ਼ਾਇਆ ਹੋ ਰਿਹਾ ਹੈ, ਕੌਮ ਤੇ ਜ਼ਾਇਆ ਹੋ ਰਹੀ ਹੈ। ਔਰ ਇਹ ਇੱਕ ਮੈਂ ਸਮਝਦਾ ਕਿ ਬਹੁਤ ਵੱਡਾ ਹਰਡਲ ਜਿਹੜੀ ਸਾਡਾ ਯੂਥ ਪਾਕਿਸਤਾਨ ਡਿਵੀਡੈਂਡ ਪਾਪੂਲੇਸ਼ਨ ਡਿਵੀਡੈਂਡ ਤੇ ਜਿਹੜੇ ਉਸ ਬਰਜ ਤੇ ਖੜਾ ਹੋਇਆ ਸੀ, ਜਿੱਥੇ ਲੋਕ ਅਸੀਂ ਕਹਿੰਦੇ ਕਿ ਜਦ ਪਾਕਿਸਤਾਨ ਵਾਸਤੇ ਇਹ ਫੇਜ਼ ਹੈ ਬੜੀ ਗੋਲਡਨ ਫੇਜ਼ ਹੈ। ਔਰ ਪਾਕਿਸਤਾਨ ਅਗਰ ਇਸ ਗੋਲਡਨ ਫੇਜ਼, ਮੈਂ ਯੂਥ ਪਾਪੂਲੇਸ਼ਨ ਦੀ ਗੱਲ ਕਰ ਰਿਹਾ, ਗੋਲਡਨ ਫੇਜ਼ ਤੋਂ ਅਗਰ ਪਾਕਿस्तान ने फायदा उठा लिया, ठीक है, ये स्टेबल भी होएगा, ये डेवलप भी होएगा। लेकिन अगर फायदा ना उठाया तो फिर सारी बात ये हुई पॉपुलेशन ग्रो जी है वैसे बम बनेगी। तो मेरा ख्याल है कि यूथ जी है, अगर मैं गल ठीक कर रहा, वो बम बन चुकी है। असा ओड़ा दुरानियां से वो असा जाया कर छड़िया। ਮਾਸ਼ਾਅੱਲਾ, ਬਿਹਤਰੀਨ ਔਰ ਬੜੀ ਵੱਡੀ ਗੱਲ ਕੀਤੀ ਹੈ ਤੁਸੀਂ ਕਿ ਜਿਵੇਂ ਆਵਾਮ ਇਹਨਾਂ ਕੰਮਾਂ ਦੇ ਵਿੱਚ ਇੰਨੇ ਘੰਟੇ ਪੈਕੇਜਾਂ ਦੇ ਉੱਤੇ ਗੱਪਾਂ ਲਾਉਂਦੀ ਰਵੇ ਦੀ ਤੇ ਅਸਲ ਜਿਹੜਾ ਮੁੱਦਾ ਹੈ ਉਹਦੇ ਤੋਂ ਆਵਾਮ ਦੀ ਸੋਚ ਨੂੰ ਦੂਰ ਕਰ ਦਿੱਤਾ ਗਿਆ। ਅੱਛਾ ਡਾਕਟਰ ਸਾਹਿਬ, ਇਹ ਦੱਸੋ ਕਿ ਪਾਕਿਸਤਾਨ ਦੇ ਵਿੱਚ ਲਾਅ ਐਂਡ ਆਰਡਰ ਦੀ ਇੰਪਲੀਮੈਂਟੇਸ਼ਨ ਕਿੰਨੀ ਕੁ ਹੁੰਦੀ ਹੈ ਔਰ ਕਿਦੋਂ ਜ਼ਿਆਦਾ ਹੋਵੇ ਦੀ, ਕਿਦੋਂ ਅਸੀਂ ਕਹਿ ਸਕਦੇ ਹਾਂ ਜੀ ਲਾਅ ਇੰਪਲੀਮੈਂਟਡ ਹੁੰਦਾ ਪਾਕਿਸਤਾਨ? देखो मेरी गल फिर परत के उत्थे आ जाती है कि जो सारे स्टेक होल्डर बैठ के सोचन दे और जो ये सोचन दे कि असां तरक्की करनी है, क्योंकि मैनू जो मेरा एनालिसिस हुंदा कि कह रहा है कि मेरा नहीं ख्याल कि पाकिस्तान कोई भी स्टेक होल्डर ईवन कि अवाम ये चाहते हैं कि तरक्की करिए, कोई बंदा तरक्की वाल सोच नहीं रहा। तो जिस दिन इन्हें बैठ के सोचना शुरू किया सारे स्टेक होल्डर इंक्लूडिंग पॉपुलेशन या अवाम, तो मेरा ख्याल है कि उस तो बाद चीज़ां ऑटोमेटिक सारियां ठीक होना शुरू हो जानियां। देखो ना, किसी माड़े बंदा केस होवे, वो साल जनाब वो बेचारा अदालत च खज्जल हो रहा है, वो पुलिस थाने च बेइज्जत हो रहा है, ठीक है, वो सोसाइटी च बेचारा बदनाम हो रहा है। लेकिन जो किसी ताकतवर बंदे का केस होंदा है वो सारे काम हो जाते हैं, जब जनाब लॉ भी इंप्लीमेंट हो जाता है, अदालत भी मुकम्मल तौर ते काम करना शुरू कर देंदियां ने। तो गल उत्थे परत के आउंदी है कि देखो ਜਿਹੜੀ ਤੁਸੀਂ ਗੱਲ ਪਹਿਲੇ ਪ੍ਰੋਗਰਾਮ ਦੇ ਸ਼ੁਰੂ ਕੀਤੇ ਜਿਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ, ਜਦੋਂ ਦਾਣੇ ਤੁਹਾਡੇ ਕੋਲ ਆ ਜਾਂਦੇ ਫਿਰ ਮੇਰਾ ਖਿਆਲ ਹੈ ਕਿ ਸਾਰੀਆਂ ਚੀਜ਼ਾਂ ਤੁਹਾਡੀਆਂ ਠੀਕ ਹੋਣਾ ਸ਼ੁਰੂ ਹੋ ਜਾਂਦੀਆਂ ਨੇ। ਲੇਕਿਨ ਉਸ ਤੋਂ ਪਿੱਛੇ ਸਾਨੂੰ ਇਹ ਸੋਚਣਾ ਕਿ ਸਾਨੂੰ ਦਾਣੇ ਕਿਸ ਤਰ੍ਹਾਂ ਇਕੱਠੇ ਕਰਨੇ। ਜੀ ਸਹੀ ਹੈ। ਤੁਹਾਨੂੰ ਚੌਧਰੀ ਫਲਕ ਸ਼ੇਰ ਫਾਮੜਾ ਸਾਹਿਬ ਅਮਰੀਕਾ ਤੋਂ, ਮੁਹੰਮਦ ਆਰਿਫ ਸਾਹਿਬ ਇੰਗਲੈਂਡ ਤੋਂ, ਸਾਬਰ ਹੁਸੈਨ ਸਾਹਿਬ ਪਾਕਿਸਤਾਨ ਚੋਂ ਔਰ ਹੋਰ ਵੀ ਕਾਫੀ ਜ਼ਿਆਦਾ ਦੋਸਤ ਪੂਰੀ ਦੁਨੀਆ 'ਚ ਵੇਖ ਰਹੇ ਨੇ। ਆਸਾ ਅਗਰ ਉਹਨਾਂ ਦਾ ਕੋਈ ਸਵਾਲ ਕੋਈ ਕੁਐਸਚਨ ਵੀ ਹੁੰਦਾ ਤੇ ਉਹ ਵੀ ਪੜ੍ਹਾਂ ਦੇ ਕੁਐਸਚਨ ਹੈ ਜ਼ਰਦਾਰੀ ਸਾਹਿਬ, ਨਵਾਜ਼ ਸਾਹਿਬ ਜਾਂ ਇਮਰਾਨ ਖਾਨ ਸਾਹਿਬ, ਹੂ ਨੋਜ਼ ਇਕੋਨਮੀ ਬੈਟਰ? ਜੀ ਡਾਕਟਰ ਮੁਹੰਮਦ ਅਲੀ ਸਾਹਿਬ, ਤੁਹਾਡੇ ਖਿਆਲ ਦੇ ਵਿੱਚ ਇਹਨਾਂ ਤਰ੍ਹਾਂ 'ਚ ਕਿਹੜਾ ਕੀੜਾ ਹੈ ਇਕੋਨਮੀ ਨੂੰ ਬਿਹਤਰ ਕਰਨ ਦਾ, ਕਿਹਦੀ ਸੋਚ ਸਮਝ ਜ਼ਿਆਦਾ ਕੰਮ ਕਰਦੀ? ਮੇਰਾ ਤਾਂ ਖਿਆਲ ਹੈ ਜਿਹੜੇ ਹੁੰਦੇ ਨੇ ਸਿਆਸੀ ਲੀਡਰ, ਇਹ ਉਹਨਾਂ ਦੀ ਸਿਰਫ ਨੀਅਤ ਹੋਣੀ ਚਾਹੀਦੀ ਹੈ ਨਾ। ਵੇਖੋ ਤੁਹਾਨੂੰ ਕੋਈ ਵੀ ਮਸਲਾ ਹੋਏ ਸਿਹਤ ਦਾ ਨਾ, ਤੁਸੀਂ ਡਾਕਟਰ ਕੋਲੋਂ ਜਾਂਦੇ ਹੋ ਤੇ ਡਾਕਟਰ ਤੁਹਾਨੂੰ ਕਹਿੰਦਾ ਕਿ ਯਾਰ ਇਦਾਂ ਕਰ ਲੈ ਨਾ, ਤੇ ਫਿਰ ਤੁਸੀਂ ਅਗਰ ਉਹਦੀ ਗੱਲ ਸੁਣ ਲਓ, ਦਵਾ ਵੀ ਲਓ ਤੇ ਪਰਹੇਜ਼ ਵੀ ਕਰੋ, ਠੀਕ ਹੈ, ਤੇ ਉਹ ਫਿਰ ਤੁਹਾਡਾ ਮਸਲਾ ਇਨਸ਼ਾਅੱਲਾ ਠੀਕ ਹੋ ਜਾਏਗਾ, ਠੀਕ ਹੈ ਨਾ। ਤੇ ਸਿਰਫ ਤੁਹਾਡੀ ਇਹ ਹੁੰਦੀ ਕਿ ਤੁਸੀਂ ਨੀਅਤ ਹੋਏ। ਜਿਹੜੇ ਸਿਆਸੀ ਲੀਡਰ ਹੁੰਦੇ ਨੇ ਉਹ ਕੋਈ ਮਾਹਿਰ ਮੁਆਸ਼ੀਆਤ ਨਹੀਂ ਹੁੰਦੇ। ਇਮਰਾਨ ਖਾਨ ਪੜ੍ਹਦਾ ਰਿਹਾ ਆਕਸਫੋਰਡ ਵਿੱਚ, ਤੇ ਉਹ ਥੇ ਉਹਦਾ ਥੋੜਾ ਹੋ ਸਕਦਾ ਹੈ ਹੋਵੇ, ਉਹਨੇ ਕੀਤੀ ਸੀ ਡਿਗਰੀ ਕਾਫੀ ਸਾਲ ਪਹਿਲੇ ਜਦੋਂ ਕ੍ਰਿਕਟ ਖੇਡਦਾ ਸੀ, ਨਾਲੇਜ ਉਹਦਾ। ਲੇਕਿਨ ਮੇਨ ਚੀਜ਼ ਇਹ ਹੁੰਦੀ ਕਿ ਉਹ ਜਿਹੜੇ ਹੁੰਦੇ ਨੇ ਮਾਹਿਰ ਮੁਆਸ਼ੀਆਤ, ਉਹਨਾਂ ਕੋਲੋਂ ਮਸ਼ਵਰਾ ਲੈਣ ਤੇ ਉਹ ਫਿਰ ਉਸ ਮਸ਼ਵਰੇ ਤੇ ਅਮਲ ਕਰਨ, ਦਵਾ ਵੀ ਲੈਣ ਤੇ ਪਰਹੇਜ਼ ਵੀ ਕਰਨ, ਠੀਕ ਹੈ, ਤੇ ਫਿਰ ਚੀਜ਼ਾਂ ਠੀਕ ਹੋ ਜਾਂਦੀਆਂ ਨੇ। ਲੇਕਿਨ ਉਹ ਮਸ਼ਵਰਾ ਲੈਣ ਵਿੱਚ ਆਪਣੇ ਸਿਆਸੀ ਮਫਾਜ਼ਾਤ ਉਹਨੂੰ ਜ਼ਿਹਨ ਵਿੱਚ ਨਾ ਰੱਖਣ, ਤੇ ਫਿਰ ਉਹ ਜਦੋਂ ਪਾਲਿਸੀ ਇੰਪਲੀਮੈਂਟ ਹੋਣੀ ਜਾਂ ਉਹ ਲਾਗੂ ਹੋਣੀ, ਜਿਹੜੀ ਵੀ ਪਾਲਿਸੀ ਪ੍ਰੋਗਰਾਮ ਇੰਪਲੀਮੈਂਟ ਹੋਣਾ, ਉਹਨੂੰ ਫਿਰ ਉਹ ਅਪਲਾਈ ਕਰਨ, ਉਹਦੀ
ਐਪਲੀਕੇਸ਼ਨ ਜਾਂ ਉਹਨੂੰ ਲਾਗੂ ਕਰਨ ਦੇ ਵੇਲੇ ਉਹ ਇਹ ਨਾ ਸੋਚਣ ਕਿ ਯਾਰ ਇਹਦੇ ਨਾਲ ਹੁਣ ਸਾਨੂੰ ਇਹ ਹੋ ਜਾਏਗਾ ਜਾਂ ਇਹ ਹੁਣ ਤੁਸੀਂ ਵੇਖ ਲਓ ਤੇਲ ਦੀਆਂ ਕੀਮਤਾਂ ਦੇ ਮਸਲੇ ਤੇ ਕਾਫੀ ਸਿਆਸਤ ਹੁੰਦੀ ਰਹੀ ਨਾ ਕਿ ਵਧਾਓ ਨਾ ਵਧਾਓ ਕਿ ਕਰੋ ਉਹ ਸਾਰਾ ਕੁਝ ਉਹ ਤੇ ਬਜਟ ਤੇ ਵੀ ਇਦਾਂ ਹੀ ਨਾ ਤੇ ਉਹ ਪੋਲੀਟੀਕਲ ਪਾਰਟੀ ਉਹ ਆਪਣੇ ਸਿਆਸੀ ਮਫਾਦਾਤ ਨੂੰ ਜ਼ਿਹਨ 'ਚ ਰੱਖ ਕੇ ਫੈਸਲੇ ਕਰਦੀਆਂ ਨੇ ਉਹ ਜਿਹੜੇ ਮੁਆਸ਼ੀ ਅਹਦਾਫ ਹੁੰਦੇ ਨੇ ਉਹਨਾਂ ਨੂੰ ਹਾਸਲ ਕਰਨ ਲਈ ਜਾਂ ਇਹ ਨਹੀਂ ਸੋਚਦੀਆਂ ਕਿ ਫੌਰੀ ਤੌਰ ਤੇ ਜਾਂ ਲੌਂਗ ਟਰਮ ਕੇ ਇਫੈਕਟ ਹੋਣਾ ਨਾ ਕਿਸੇ ਵੀ ਫੈਸਲੇ ਦਾ ਪਾਲਿਸੀ ਦਾ ਤੇ ਉਹਨਾਂ ਨੂੰ ਇੰਨਾ ਕੋਈ ਆਲਮ ਫਾਜ਼ਲ ਹੋਣ ਦੀ ਜ਼ਰੂਰਤ ਨਹੀਂ ਹੈ ਠੀਕ ਹੈ ਇਦਾਂ ਹੀ ਬਾਕੀ ਤੁਸੀਂ ਵੇਖ ਲਓ ਬਾਕੀ ਜਿੰਨੀ ਹੁਣ ਜਿਹੜਾ ਤੁਹਾਡਾ ਨਿਊਕਲੀਅਰ ਪ੍ਰੋਗਰਾਮ ਬਣਾਇਆ ਉਹ ਕਿਸੇ ਸਿਆਸੀ ਨੇ ਤਾਂ ਨਹੀਂ ਬਣਾਇਆ ਨਾ ਉਹ ਤਾਂ ਤੁਹਾਡੇ ਨਿਊਕਲੀਅਰ ਸਾਇੰਟਿਸਟ ਨੇ ਬਣਾਇਆ ਉਹਨਾਂ PhD ਕੀਤੀਆਂ 20 30 40 ਸਾਲ ਉਹਨਾਂ ਇਸ ਕੰਮ ਵਿੱਚ ਹੀ ਲਾਏ ਠੀਕ ਹੈ ਫਿਰ ਉਹਨਾਂ ਤੁਸੀਂ ਲੇਕਿਨ ਸਿਆਸੀ ਨੇ ਕਿਹਾ ਕਿ ਚਲੋ ਇਹ ਅਸਾਂ ਕੰਮ ਕਰਨਾ ਹੈ ਨਾ ਤੇ ਸਾਨੂੰ ਦੱਸੋ ਕਿੱਦਾਂ ਕਰਨਾ ਹੈ ਨਾ ਠੀਕ ਹੈ ਤੇ ਫਿਰ ਉਹ ਹੋ ਗਿਆ ਇਹ ਸਾਰੀਆਂ ਜਿੰਨੀ ਵੀ ਸ਼ੋਬੇ ਨੇ ਜ਼ਿੰਦਗੀ ਦੇ ਚਾਹੇ ਤੁਹਾਡੀ ਮਾਇਸ਼ਤ ਹੋਵੇ ਜਾਂ ਤੁਹਾਡੇ ਫਿਰ ਸਿਹਤ ਦਾ ਮਸਲਾ ਹੋਵੇ ਠੀਕ ਹੈ ਹੁਣ ਕਰੋਨਾ ਵੀ ਆਇਆ ਤਾਂ ਤੁਸੀਂ ਉਹ ਕਰੋਨਾ ਦੇ ਡਾਕਟਰ ਕੋਈ ਪੁੱਛੋਗੇ ਕਿ ਕੀ ਕਰਨਾ ਹੈ ਨਾ ਤੇ ਉਹ ਹੁੰਦੇ ਨੇ ਹਰ ਮੁਲਕ ਵਿੱਚ ਲੋਕ ਹੁੰਦੇ ਨੇ ਜਿਹੜੇ ਤੁਹਾਨੂੰ ਠੀਕ ਮਸ਼ਵਰਾ ਵੀ ਦੇ ਦੇਣਗੇ ਆਨੈਸਟਲੀ ਤੁਸੀਂ ਉਹਨੂੰ ਫਾਲੋ ਕਰਨਾ ਹੈ ਤੇ ਮਿਸਾਲ ਦੇ ਤੌਰ ਤੇ ਤੁਸੀਂ ਹੁਣ ਗੱਲ ਕਰ ਰਹੇ ਸੋ ਅੱਗੇ ਚਾਹ ਪੀਣ ਦੀ ਠੀਕ ਹੈ ਕਿ ਉਹ ਕਹਿ ਰਹੇ ਨੇ ਕਿ ਚਾਹ ਨਾ ਪੀਓ ਨਾ ਹੁਣ ਅਗਰ ਤੁਸੀਂ ਪਾਲਿਸੀ ਇੰਪਲੀਮੈਂਟ ਕਰਨੀ ਹੈ ਨਾ ਤੁਹਾਡੀ ਇੰਪੋਰਟ ਜ਼ਿਆਦਾ ਹੋਈ ਹੈ ਚਾਹ ਦੀ ਠੀਕ ਹੈ ਚਾਹ ਦੇ ਜ਼ਿਆਦਾ ਕੋਈ ਫਵਾਇਦ ਵੀ ਕੋਈ ਨਹੀਂ ਚਾਹ ਚੀਨੀ ਵੀ ਪੈਂਦੀ ਹੈ ਤੇ ਪਾਕਿਸਤਾਨ ਦੇ ਲੋਕੀ 2 3 ਚਮਚਾਂ ਵੀ ਪੈਂਦੀਆਂ ਨੇ ਮੇਰੇ ਆਪਣੇ ਕਈ ਫੈਮਿਲੀ ਮੈਂਬਰ ਪਾਣੀ ਦੀ ਜਗ੍ਹਾ ਤੇ ਚਾਹ ਪੀਂਦੀ ਹੈ ਵਾ ਜੀ ਸ਼ੂਗਰ ਵੀ ਤੁਸੀਂ ਇੰਪੋਰਟ ਕਰਦੇ ਹੋ ਠੀਕ ਹੈ ਚਾਹ ਵੀ ਇਹਦਾ ਇੰਨਾ ਕੋਈ ਸਿਹਤ ਲਈ ਫਾਇਦਾ ਵੀ ਕੋਈ ਨਹੀਂ ਤੇ ਮੈਂ ਸੁਣਿਆ ਕਿ ਪਹਿਲਾਂ ਕਾਫੀ ਅਰਸਾ ਪਹਿਲੇ ਨਾ 100-200 ਸਾਲ ਪਹਿਲੇ ਇੰਨੀ ਚਾਹ ਹੁੰਦੀ ਵੀ ਕੋਈ ਨਹੀਂ ਸੀ ਪੰਜਾਬ ਵਿੱਚ ਲੋਕ ਜ਼ਿਆਦਾਤਰ ਲੱਸੀ ਪੀਂਦੇ ਸਨ ਤਾਂ ਸਿੰਪਲ ਇਹ ਤੁਸੀਂ ਦਿਲ ਰੱਖੋ ਤੇ ਤੁਸੀਂ ਇੰਪੋਰਟ ਰਿਸਟ੍ਰਿਕਟ ਕਰ ਦਿਓ ਤੁਸੀਂ ਕਹੋ ਕਿ ਤੁਹਾਡੀ ਅਗਰ 500 ਮਿਲੀਅਨ ਦੀ ਚਾਹ ਇੰਪੋਰਟ ਹੋ ਰਹੀ ਨਾ ਤੇ ਉਹਨੂੰ ਰੋਕ ਦਿਓ ਉਹ 500 ਮਿਲੀਅਨ ਤੁਹਾਨੂੰ IMF ਕੋ ਘੱਟ ਮੰਗਣਾ ਪਏਗਾ ਠੀਕ ਹੈ ਉਹਦੇ ਨਾਲ ਕੀ ਹੋਏਗਾ ਕਿ ਠੀਕ ਹੈ ਪਾਕਿਸਤਾਨ ਵਿੱਚ ਚਾਹ ਘਟ ਜਾਏਗੀ ਠੀਕ ਹੈ ਨਹੀਂ ਮਿਲੇਗੀ ਲੇਕਿਨ ਪਾਕਿਸਤਾਨ ਵਿੱਚ ਵੀ ਕੁਝ ਜਿਹੇ ਏਰੀਆਜ਼ ਹਨ ਜਿੱਥੇ ਚਾਹ ਦੀ ਕਾਸ਼ਤ ਹੋ ਸਕਦੀ ਹੈ ਤੇ ਮੇਰੇ ਖਿਆਲ ਸ਼ਾਇਦ ਹੁੰਦੀ ਵੀ ਹੋਵੇ ਤੇ ਕੁਝ ਇਦਾਂ ਦੇ ਹਨ ਏਰੀਆਜ਼ ਨਾਰਦਰਨ ਏਰੀਆ ਖਾਸ ਕਰ ਮੇਰੇ ਖਿਆਲ ਸ਼ਾਇਦ ਉਹਦੇ ਹੋ ਸਕਦੀ ਚਾਹ ਦੀ ਕਾਸ਼ਤ ਤੇ ਤੁਸੀਂ ਚਾਹ ਕਾਸ਼ਤ ਕਰੋ ਹੁਣ ਤੁਸੀਂ ਮੁਲਕ ਵਿੱਚ ਜਹਾਜ਼ ਬਣਾ ਲਿਆ JF-16 ਠੀਕ ਹੈ ਟੈਂਕ ਤੁਸੀਂ ਬਣਾ ਲੈਂਦੇ ਹੋ ਐਟਮ ਬੰਬ ਬਣਾ ਲੈਂਦੇ ਹੋ ਠੀਕ ਹੈ ਤੁਹਾਡੇ ਲੋਕ ਜਾ ਕੇ ਦੂਸਰੇ ਮੁਲਕਾਂ 'ਚ ਠੀਕ ਠਾਕ ਕੰਮ ਕਰ ਲੈਂਦੇ ਨੇ ਹਰ ਸ਼ੋਬੇ ਦੇ ਵਿੱਚ UK ਤੁਸੀਂ ਵੇਖੋ ਕਿੰਨੇ ਡਾਕਟਰ ਨੇ ਇੱਥੇ ਕਿੰਨੇ ਇੰਜੀਨੀਅਰ ਸਾਰਾ ਕੁਝ ਹੈ ਤੇ ਤੁਸੀਂ ਚਾਹ ਨਾ ਉਹ ਉਗਾ ਸਕਦੇ ਪਾਕਿਸਤਾਨ ਵਿੱਚ ਇੰਨੀ ਵੱਡੀ ਚੀਜ਼ ਹੈ ਠੀਕ ਹੈ ਤੁਸੀਂ ਉਹਨੂੰ ਲੋਕਾਂ ਨੂੰ ਕਹਿ ਰਹੇ ਹੋ ਕਿ ਚਾਹ ਪੀਣਾ ਛੱਡੋ ਤਾਂ ਇੰਪੋਰਟ ਰਿਸਟ੍ਰਿਕਟ ਕਰ ਦਿਓ ਬੰਦ ਕਰ ਦਿਓ ਠੀਕ ਹੈ ਨਹੀਂ ਬਾਹਰੋਂ ਨਹੀਂ ਮੰਗਾਣੀ ਚਾਹ ਠੀਕ ਹੈ ਕੋਈ ਵੀ ਨਹੀਂ ਮਰੇਗਾ ਚਾਹ ਨਾ ਪੀਣ ਦੇ ਨਾਲ ਨਾ ਤੇ ਤੁਸੀਂ ਤੁਹਾਡਾ ਉਹ ਇੰਪੋਰਟ ਬਿੱਲ ਘੱਟ ਹੋ ਜਾਏਗਾ IMF ਕੋ ਤੁਹਾਨੂੰ 500 700 800 ਮਿਲੀਅਨ ਜਿੰਨਾ ਵੀ ਹੈ ਉਹ ਨਹੀਂ ਮੰਗਣਾ ਪਏਗਾ ਠੀਕ ਹੈ ਲੋਕਾਂ ਨੂੰ ਕਹੋ ਜੀ ਕਿ ਨਹੀਂ ਬਸ ਚਾਹ ਕੋਈ ਨਹੀਂ ਹੈ ਜੇ ਕਿ ਪੀਣੀ ਹੈ ਤੇ ਫਿਰ ਗੱਡੋ ਚਾਹ ਇੱਥੇ ਉਗਾਓ ਤੁਸੀਂ ਪਾਕਿਸਤਾਨ ਵਿੱਚ ਇੰਨੀ ਸਾਰੀ ਜ਼ਮੀਨ ਹੈ ਕਿਧਰੇ ਇੰਨੀ ਤਾਂ ਹੋ ਹੀ ਜਾਏਗੀ ਤੁਹਾਡੀ ਜਿੰਨੀ ਕਿ ਜਿਹਦੇ ਨਾਲ ਤੁਹਾਡਾ ਕੱਪ ਚਾਹ ਦਾ ਬਣ ਜਾਏਗਾ ਤੇ ਇਹ ਸੋਲੂਸ਼ਨ ਹੁੰਦੇ ਨੇ ਜੀ ਬਿਹਤਰੀਨ ਹੋ ਗਿਆ ਜਿੰਨੀ ਵਾਰੀ ਤੁਸੀਂ ਚਾਹ ਬੋਲਿਆ ਮੈਨੂੰ ਲੱਗਦਾ ਡਾਕਟਰ ਸ਼ਬਾਜ਼ ਸਾਹਿਬ ਨੂੰ ਚਾਹ ਦੀ ਤਲਬ ਵੀ ਹੋ ਰਹੀ ਹੈ ਚਲੋ ਇਹਨਾਂ ਕੋਲ ਸਵਾਲ ਪੁੱਛਦੇ ਆ ਅਗਲਾ ਕੁਰਬਾਨੀ ਦੇਣੀ ਪੈਗੀ ਫਿਰ ਨਹੀਂ ਤਾਂ ਜੀ ਡਾਕਟਰ ਸਾਹਿਬ ਇਹ ਨਵੀਂ ਜਿਹੜੀ ਹਕੂਮਤ ਆਈ ਹੈ ਤੇ ਮਿਫਤਾਹ ਇਸਮਾਈਲ ਸਾਹਿਬ ਜਿਹੜੇ ਵਜ਼ੀਰ ਖਜ਼ਾਨਾ ਬਣੇ ਨੇ ਪਹਿਲੇ ਉਹ ਲੰਦਨ ਆਏ ਨੇ ਉਸ ਤੋਂ ਬਾਅਦ ਫਿਰ ਉਹ ਅਮਰੀਕਾ ਗਏ ਨੇ ਉਸ ਤੋਂ ਬਾਅਦ ਪਤਾ ਨਹੀਂ ਦੋਹਾ ਦੁਬਈ ਕਿੱਥੇ ਜਾ ਕੇ ਉਹਨਾਂ IMF ਦੇ ਪੈਕੇਜਿਸ ਉਹਨਾਂ ਟੀਮਾਂ ਦੇ ਨਾਲ ਇਹ ਪਾਕਿਸਤਾਨੀ ਸਿਆਸਤਦਾਨਾਂ ਨੇ ਇਹਨਾਂ ਦੀ ਟੀਮ ਨੇ ਮੁਜ਼ਾਕਰਾਤ ਕੀਤੇ ਨੇ ਔਰ ਕਹਿੰਦੇ ਨੇ ਜਿਹੜੀ ਮਹਿੰਗਾਈ ਹੋ ਰਹੀ ਹੈ ਪਿਛਲੀ ਹਕੂਮਤ ਦੀ ਵਜ੍ਹਾ ਤੋਂ ਹੋ ਰਹੀ ਡਾਕਟਰ ਸਾਹਿਬ ਜਿਹੜਾ ਮੌਜੂਦਾ ਗਵਰਨਮੈਂਟ ਸਿਸਟਮ ਹੈ ਪਾਕਿਸਤਾਨ ਦੇ ਵਿੱਚ ਇਹਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਕਿਆ ਲੌਂਗ ਟਰਮ ਇਕਨੋਮਿਕ ਪਾਲਿਸੀਆਂ ਬਣ ਸਕਦੀਆਂ ਨੇ ਜਾਂ ਇਹ 3 4 5 ਸਾਲ ਵਾਸਤੇ ਬਣਨੀਆਂ ਨੇ ਜਿਵੇਂ ਨਵੀਂ ਹਕੂਮਤ ਆਈ ਤੇ ਫਿਰ ਨਵੀਂ ਪਾਲਿਸੀ ਆ ਜਾਏ नहीं मेरे ख्याल 3-4 साल 5 तो बहुत ज्यादा कहता है मतलब कि मेरे ख्याल जितने वो कोई पॉलिसी हार्डली 6 महीने या साल चलती है उस वाले खुद ही कर देते क्योंकि वजह है कि इन्हें अपना भी बनाना है ना मतलब कि हूँ पिछले दिन बयान आया सी जरदारी साहब जी मैं पाकिस्तान को गंदम में खुद कफील बनाऊंगा सॉरी मुझे बताएं जहाँ तेल इतना महंगा हो गया है ठीक है जिथे जनाब वक्त जो काश्त फसल की काश्त होंगी उत्थे खाद महंगी हो जाती है ਜਦੋਂ ਫਰਜ਼ ਕਰੋ ਫਸਲ ਦੀ ਕਾਸ਼ਤ ਸ਼ੁਰੂ ਹੁੰਦੀ ਉਹਦਾ ਮੁਤਲਕਾ ਬੀਜ ਮਹਿੰਗਾ ਹੋ ਜਾਂਦਾ ਹੈ ਜਾਂ ਹੋਰ ਬਹੁਤ ਸਾਰੇ ਫੈਕਟਰਸ ਨੇ ਪਾਣੀ ਦਾ ਮਸਲਾ ਸ਼ੁਰੂ ਹੋ ਗਿਆ
ਇਹਨਾਂ ਸਾਰੀਆਂ ਚੀਜ਼ਾਂ ਤੁਸੀਂ ਕਿਸ ਤਰ੍ਹਾਂ ਗੰਦਮ ਪਾਕਿਸਤਾਨ ਨੂੰ ਤੁਸੀਂ ਗੰਦਮ ਵਿੱਚ ਖੁਦ ਕਫੀਲ ਬਣਾਓਗੇ, ਉਹਦੇ 'ਚ ਮੇਰੇ ਖਿਆਲ ਕਿ ਤੁਹਾਨੂੰ ਪ੍ਰੈਕਟੀਕਲੀ ਕੰਮ ਕਰਨਾ ਪਏਗਾ। ਸਿਸਟਮ ਮੇਰੇ ਖਿਆਲ ਕਿ ਠੀਕ ਹੈ, ਸਿਸਟਮ 'ਚ ਮੇਰਾ ਨਹੀਂ ਖਿਆਲ ਕੋਈ ਚੀਜ਼ਾਂ ਖਰਾਬ ਨੇ, ਬਸ ਜਿਹੜੀ ਇੰਟਰਫੇਰੈਂਸ ਹੁੰਦੀ ਉਹ ਬੰਦ ਹੋਣੀ ਚਾਹੀਦੀ। ਜਦੋਂ ਇੰਟਰਫੇਰੈਂਸ ਬੰਦ ਹੋ ਜਾਏਗੀ ਤਾਂ ਜ਼ਾਰੀ ਬਾਤ ਹੈ ਲੀਡਰ ਨੂੰ ਪਤਾ ਲੱਗ ਜਾਏ ਕਿ ਜੋ ਚੁੱਕ ਬੰਦਾ ਇੰਟਰਫੇਅਰ ਨਹੀਂ ਕਰ ਰਿਹਾ ਤਾਂ ਅਸਾਂ ਚੀਜ਼ਾਂ ਨੂੰ ਲਾਂਗ ਟਰਮ ਲੈ ਕੇ ਚੱਲਣਾ ਹੈ। ਉਹ ਜਿਹਨੂੰ ਅਸੀਂ ਮੁਹੰਮਦ ਅਲੀ ਨਾਸਰ ਸਾਹਿਬ ਕਹਿ ਰਹੇ ਸਨ ਕਿ ਉਹ ਸਟੇਬਿਲਿਟੀ ਵਿੱਚ ਜਿਹੜੇ ਜੋ ਕਿ ਉਦੋਂ ਨਹੀਂ ਹੁੰਦੀ ਜਦੋਂ ਇੰਟਰਫੇਰੈਂਸ ਹੁੰਦੀ ਹੈ, ਇੰਟਰਫੇਰੈਂਸ ਵਾਲੀ ਬੰਦ ਹੋ ਗਈ ਤੇ ਤੁਹਾਡੀ ਸਟੇਬਿਲਿਟੀ ਆਟੋਮੈਟਿਕ। ਉਸ ਪਾਲਿਸੀ ਬਣਾਉਣ ਵਾਲਿਆਂ ਨੂੰ ਸਪੋਰਟ ਕਰਨ ਬਜਾਏ ਇਸ ਦੇ ਕਿ ਲੱਤਾਂ ਖਿੱਚਣ, ਲੈਗ ਪੁਲਿੰਗ ਕਰਨ ਕਿ ਤੁਸੀਂ ਹਾਂਜੀ ਉਹੀ ਗੱਲ ਮੈਂ ਕਰ ਰਿਹਾ, ਕੋਈ ਇੰਟਰਫੇਰੈਂਸ ਬੰਦ ਹੋਣੀ ਚਾਹੀਦੀ। ਮਤਲਬ ਕਿ ਪਾਕਿਸਤਾਨ ਵਿੱਚ ਅਜੇ ਵੀ ਮਾਸ਼ਾਅੱਲਾ ਅੱਛੇ ਲੋਕ ਹੈ ਨੇ ਜਿਹੜੇ ਅੱਛਾ ਕੰਮ ਕਰ ਸਕਦੇ ਨੇ, ਔਰ ਮੈਂ ਸਮਝਣਾ ਕਿ ਸਿਸਟਮ ਨਾਲ ਰਹਿ ਕੇ ਤੁਹਾਨੂੰ ਉਹਨਾਂ ਲੋਕਾਂ ਨੂੰ ਇਤਮਾਦ ਵੀ ਦੇਣਾ ਚਾਹੀਦਾ, ਕਿਉਂਕਿ ਇਹ ਜ਼ਰੂਰੀ ਨਹੀਂ ਹੈ ਤੁਸੀਂ ਬੰਦਾ ਤੋਂ ਬਾਹਰੋਂ ਇੰਪੋਰਟ ਕਰ ਲਿਆ, ਠੀਕ ਹੈ, ਤੇ ਜਦੋਂ ਕੰਮ ਕਰਨ ਦੀ ਵਾਰੀ ਆਈ ਤੁਸੀਂ ਕਹੇ ਯਾਰ ਇਹਨੂੰ ਇੰਜ ਕਰਦੇ, ਇਹਨੂੰ ਇੰਜ ਕਰਦੇ, ਇਹਦੇ ਵਿੱਚ ਬਚ ਗਿਆ ਉਹ ਮੇਰੇ ਵੱਲ ਕਰਦੇ। ਇਹ ਜਿਹੜਾ ਨਾ ਇੱਕ ਟੋਟੇ ਬੰਦ ਹੋਣੇ ਚਾਹੀਦੇ ਨੇ, ਕਿਉਂਕਿ ਵਜ੍ਹਾ ਹੈ ਕਿ ਜੇ ਤੁਸੀਂ ਆਵਾਮ ਦਾ ਸੋਚੋਗੇ ਤੁਸੀਂ ਚੀਜ਼ਾਂ ਸਾਰੀਆਂ ਪਹਿਲਾਂ ਕੇਕ ਬਣਾਓ, ਠੀਕ ਹੈ ਜੀ, ਉਸ ਤੋਂ ਬਾਅਦ ਡਿਸਟ੍ਰੀਬਿਊਸ਼ਨ ਦੀ ਗੱਲ ਹੋਏਗੀ। ਤੇ ਸਾਡੇ ਹਾਂ ਕੇਕ ਜੇ ਬਣ ਹੀ ਨਹੀਂ ਰਿਹਾ ਨਾ, ਤਾਂ ਕੇਕ ਬਣਨ ਤੋਂ ਬਗੈਰ ਸਾਰੀਆਂ ਗੱਲਾਂ ਵੀ ਹਵਾ 'ਚ ਹੋ ਰਹੀਆਂ ਨੇ, ਹਵਾ 'ਚ ਕੇਕ ਡਿਸਟ੍ਰੀਬਿਊਟ ਹੋ ਰਿਹਾ, ਹਵਾ 'ਚ ਕੇਕ ਜਦ ਤੁਹਾਡੇ ਲਈ ਜਾ ਰਿਹਾ, ਮੇਰੇ ਲਈ ਜਾ ਰਿਹਾ, ਪਿੱਛੇ ਰਹਿ ਗਈ ਆਵਾਮ ਜਿਹਦੇ ਕੋਲ ਕੁਝ ਨਹੀਂ, ਉਹਨੂੰ ਵਿਚਾਰੀ ਆਵਾਮ ਨੂੰ ਆ ਜਾ ਕੋਈ ਤੇਲ ਦੀਆਂ ਕੀਮਤਾਂ ਦੀ ਫਾਰਮ ਵਿੱਚ ਕੋਈ ਇਨਫਲੇਸ਼ਨ, ਕਦੇ ਬਿਜਲੀ ਮਹਿੰਗੀ, ਕਦੇ ਗੈਸ ਮਹਿੰਗੀ, ਕਦੇ ਤੇਲ ਮਹਿੰਗਾ, ਤਾਂ ਉਹ ਵਿਚਾਰੀ ਰੋਲਣ ਡਈ ਆਵਾਮ। ਅੱਲਾ ਕਰੇ ਇਹਨਾਂ ਨੂੰ ਕੋਈ ਹਦਾਇਤ ਆ ਜਾਏ। ਚਲੋ ਇਜਤਮਾਈ ਦੁਆ ਕਰਨੇ ਆ, ਜਿਸ ਮੌਲਾਨਾ ਤਾਰਿਕ ਜਮੀਲ ਸਾਹਿਬ ਦੁਆ ਕਰਦੇ ਹੁੰਦੇ ਨੇ, ਤੇ ਅਸੀਂ ਤਿੰਨੇ ਭਰਾ ਦੇ ਬਾਕੀ ਜਿਹੜੇ ਸਾਡੇ ਹੈ ਨੇ ਆਪਣਾ ਸਾਨੂੰ ਦੇਖ ਰਹੇ ਨੇ ਲਾਈਵ, ਉਹ ਵੀ ਦੁਆ ਕਰਨ ਕਿ ਅੱਲਾਹ ਤਾਲਾ ਇਹਨਾਂ ਨੂੰ ਹਦਾਇਤ ਦੇ। ਬਸ ਮੈਂ ਹੋਰ ਕੁਝ ਨਹੀਂ ਕਹਿਣਾ ਚਾਹ ਰਿਹਾ। ਆਮੀਨ। ਬਹੁਤ ਜ਼ਿਆਦਾ ਆਵਾਮ ਵੇਖ ਰਹੀ ਹੈ। ਚੌਧਰੀ ਅਮਾਨੁੱਲਾ ਵੜੈਚ ਸਾਹਿਬ ਵੀ ਆ ਗਏ ਨੇ, ਪੀਟੀਆਈ ਦਾ ਝੰਡਾ ਲਾਇਆ ਉਹਨਾਂ ਨੇ ਆਪਣੀ ਪ੍ਰੋਫਾਈਲ ਪਿਕਚਰ ਤੇ। ਔਰ ਡਾਕਟਰ ਮੁਹੰਮਦ ਅਲੀ ਸਾਹਿਬ ਤੁਸੀਂ ਵੀ ਔਰ ਮੁਹੰਮਦ ਸ਼ਹਬਾਜ਼ ਸਾਹਿਬ ਤੁਸੀਂ ਵੀ ਕਲੋਜ਼ਿੰਗ ਪੈਗਾਮ ਦੇਣਾ ਹੈ ਕਿ ਜਿਨ੍ਹਾਂ ਦੇ ਘਰ ਦਾਣੇ ਉਹਨਾਂ ਦੇ ਕਮਲੇ ਵੀ ਸਿਆਣੇ। ਜਿੰਨੇ ਕਰ ਦਾਣੇ ਹੈ ਨੇ ਇਸ ਟਾਈਮ ਪਾਕਿਸਤਾਨੀ ਕੌਮੀ ਖਜ਼ਾਨੇ ਦੇ ਵਿੱਚ, ਉਹਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਸਾਡੇ ਮੁਇਸ਼ਤਦਾਨ ਨੇ ਜਿਹੜੇ ਸਾਡੇ ਇਕਨੋਮਿਸਟ ਨੇ ਜਿਹੜੇ ਪਾਲਿਸੀਆਂ ਬਣਾਉਂਦੇ ਨੇ, ਮੁਜ਼ਾਕਰਾਤ ਕਰਦੇ ਨੇ, ਉਹ ਕਿੰਨੇ ਕੁ ਸਿਆਣੇ ਹੋਣਗੇ ਔਰ ਕਿਦੋਂ ਉਹਨਾਂ ਦੀਆਂ ਪਾਲਿਸੀਆਂ ਲੋਹਾ ਤਰੋੜ ਤੇ ਲੌਂਗ ਟਰਮ ਬਣਨ ਦੀਆਂ। ਇਹ ਲਾਸਟ ਕੁਐਸਚਨ ਹੈ, ਉਸ ਤੋਂ ਬਾਅਦ ਇਜਾਜ਼ਤ ਚਾਹਣੀ। ਸ਼ਹਬਾਜ਼ ਸਾਹਿਬ ਤੁਸੀਂ ਸ਼ੁਰੂ ਕਰ ਲਓ, ਉਸ ਤੋਂ ਬਾਅਦ ਮੁਹੰਮਦ ਅਲੀ ਸਾਹਿਬ। ਹਾਂਜੀ ਮੇਰਾ ਖਿਆਲ ਹੈ ਕਿ ਜਿਹੜੇ ਜਿੰਨੇ ਕੋ ਦਾਣੇ ਹਨ ਸਾਨੂੰ ਉਹਦੇ ਤੇ ਵੀ ਇਕਤਫਾ ਕਰਨਾ ਚਾਹੀਦਾ। ਜੇ ਏਡੇ ਬੁਰੇ ਹਾਲਾਤ ਨਹੀਂ ਹੈਗੇ ਕੋਈ, ਜਿਹੜੇ ਬਾਕੀ ਪ੍ਰੋਪਗੰਡੇ ਨੇ ਇਹ ਸਾਰੇ ਬੰਦ ਕਰਨੇ ਚਾਹੀਦੇ ਨੇ। ਉਹ ਸਿਆਣੇ ਗੱਲ ਕਰਦੇ ਆ ਕਿ ਜਿੰਨੀ ਤੁਹਾਡੀ ਚਾਦਰ ਉਹ ਚਾਦਰ ਨੂੰ ਵੇਖ ਤੁਸੀਂ ਪੈਰ ਫੈਲਾਓ ਤੇ ਉਹਦੇ ਮੁਤਾਬਕ ਤੁਸੀਂ ਪਾਲਿਸੀ ਬਣਾਓ, ਠੀਕ ਹੈ। ਹਾਂ ਅਗਰ ਤੁਸੀਂ ਕਰਜ਼ਾ ਲੈ ਰਹੇ ਹੋ ਤਾਂ ਉਸ ਕਰਜ਼ੇ ਨੂੰ ਕਿਸੇ ਪ੍ਰੋਡਕਟਿਵ ਵੇ 'ਚ ਇਸਤੇਮਾਲ ਕਰੋ। ਇਹ ਤਾਂ ਕੋਈ ਗੱਲ ਨਾ ਹੋਈ ਕਿ ਕਰਜ਼ਾ ਲੈ ਕੇ ਤੁਸੀਂ ਆਪਣਾ ਲਸ਼ਪਸ਼ ਜ਼ਿੰਦਗੀ ਗੁਜ਼ਾਰਨ ਡਏ ਹੋ, ਠੀਕ, ਕੱਲ ਨੂੰ ਜ਼ਾਰੀ ਬਦੋ ਦਾ ਬੋਝ ਆਵਾਮ ਤੇ ਪੈਣਾ। ਤਾਂ ਮੇਰਾ ਖਿਆਲ ਹੈ ਕਿ ਸਾਨੂੰ ਜਿਹੜੇ ਗੈਰ ਜ਼ਰੂਰੀ ਅਖਰਾਜਾਤ ਨੇ ਉਹ ਘੱਟ ਕਰਨੇ ਚਾਹੀਦੇ ਨੇ। ਸਾਨੂੰ ਪ੍ਰਾਇੋਰਟੀ ਬਣਾਉਣੀ ਚਾਹੀਦੀ ਹੈ ਕਿ ਠੀਕ ਹੈ ਆਉਣ ਵਾਲੇ 4-5 ਸਾਲ ਦੇ ਵਿੱਚ ਜਿਹੜੇ ਸਾਡੇ ਇਕਨੋਮਿਕ ਟਾਰਗੇਟਸ ਨੇ ਉਹਦੇ 'ਚ ਇਹ ਚੀਜ਼ਾਂ ਬੜੀਆਂ ਜ਼ਰੂਰੀ ਹੈ ਤੇ ਇਹਨਾਂ ਨੂੰ ਫੋਕਸ ਕਰੋ। ਜਿਹੜੀਆਂ ਗੈਰ ਜ਼ਰੂਰੀ ਚੀਜ਼ਾਂ ਉਹਨਾਂ ਨੂੰ ਵਕਤੀ ਥੋੜਾ ਜਿਹਾ ਬੈਨ ਕਰ ਦਿਓ। ਸਹੀ ਹੈ ਜੀ। ਮੁਹੰਮਦ ਅਲੀ ਸਾਹਿਬ ਤੁਸੀਂ ਕੀ ਕਹੋਗੇ? ਔਰ ਕਰਪਸ਼ਨ ਵੀ ਜਿਹੜੀ ਹੈ ਉਹਦੇ ਵਾਸਤੇ ਵੀ ਸਾਡੇ ਮੁਲਕ 'ਚ ਹੁਣ ਇੰਨਾ ਪੈਸਾ ਕੋਈ ਨਹੀਂ ਰਹਿ ਗਿਆ, ਉਹ ਵੀ ਕਰਜ਼ਾ ਲੈ ਕੇ, ਬੈਰੂਨੀ ਕਰਜ਼ੇ ਲੈ ਕੇ ਤੇ ਉਹਨਾਂ ਦੇ ਵਿੱਚੋਂ ਮਜਬੂਰਨ ਕਰਪਸ਼ਨ ਕਰਨੀ ਪੈਂਦੀ। ਜੀ ਮੁਹੰਮਦ ਅਲੀ ਸਾਹਿਬ। ਜੀ ਕਰਜ਼ੇ ਨਾ ਕਿਸੇ ਮੁਲਕ ਵੀ ਤਰੱਕੀ ਨਹੀਂ ਕੀਤੀ ਨਾ, ਜਿਹੜੇ ਅਸੀਂ ਵੇਖ ਸਕਦੇ ਨਾ, ਜਿੰਨੇ ਵੀ ਮਿਸਾਲਾਂ ਨੇ ਸਾਡੇ ਸਾਹਮਣੇ, ਉਹ ਕਰਜ਼ੇ ਲੈ ਕੇ ਤੇ IMF ਕੋ ਕਰਜ਼ੇ ਲੈ ਕੇ ਕਿਸੇ ਮੁਲਕ ਤਰੱਕੀ ਨਹੀਂ ਕੀਤੀ ਨਾ। IMF ਜਿਹੜਾ ਐਡਵਾਈਜ਼ ਕੀਤਾ ਸੀ ਜਾਂ ਜਿਹੜੇ ਮਸ਼ਵਰੇ ਦਿੱਤੇ ਸਨ ਸਾਊਥ ਕੋਰੀਆ ਨੂੰ ਕਿ ਉਹ ਉਹਨਾਂ ਬਿਲਕੁਲ ਇਗਨੋਰ ਕਰ ਦਿੱਤੇ ਨਾ ਸਾਊਥ ਕੋਰੀਅਨ ਨੇ। ਉਹਨਾਂ ਦੇ ਮਸ਼ਵਰੇ ਸਨ ਕਿ ਸਾਊਥ ਕੋਰੀਅਨ ਜਿਹੜੇ ਨਾ ਉਹ ਚਾਵਲ ਕਾਫੀ ਉੱਤੇ ਹੁੰਦੇ ਨੇ ਤੇ ਉਹ ਫੋਕਸ ਕਰਨ ਐਗਰੀਕਲਚਰ ਤੇ ਨਾ, ਤੇ ਉਹਨਾਂ ਦੇ ਮਸ਼ਵਰੇ ਨਹੀਂ ਮੰਨੇ। ਤੇ ਇਹ ਆਪ ਸੋਚਣਾ ਪੈਂਦਾ ਹੈ ਮੁਲਕਾਂ ਨੂੰ। ਪਾਕਿਸਤਾਨ ਵਿੱਚ ਮੇਰੇ ਖਿਆਲ ਵਿੱਚ ਜਿਹੜੇ ਪਾਕਿਸਤਾਨ ਦੇ ਤਾਕਤਵਰ ਹਲਕੇ ਨੇ ਨਾ, ਜਾਂ ਜਿਹੜੀ ਪਾਕਿਸਤਾਨ ਦੀ ਇਸਟੈਬਲਿਸ਼ਮੈਂਟ ਹੈ, ਇਹ ਫੈਸਲਾ ਉਹਨੂੰ ਕਰਨਾ ਹੈ ਕਿ ਉਹ ਪਾਕਿਸਤਾਨ ਨੂੰ ਕਿਸ ਤਰਫ ਲੈ ਕੇ ਜਾ ਸਕਦੀ ਹੈ ਨਾ। ਜਿੰਨੀਆਂ ਸਿਆਸੀ ਜਮਾਤਾਂ ਨੇ ਤੇ ਜਿੰਨੇ ਸਿਆਸੀ ਲੀਡਰ ਨੇ, ਉਹ ਉਹਨਾਂ ਦਾ ਜਿਹੜਾ ਵਿਜ਼ਨ ਹੈ, ਉਹਨਾਂ ਦੇ ਜਿਹੜੇ ਮਫਾਦ ਹਨ, ਜਿੰਨਾ ਉਹਨਾਂ ਦੀ ਜਿਹੜੀ ਉਹਨਾਂ ਦੀ ਹਸਤੀ ਤੇ ਜਿਹੜੀ ਉਹਨਾਂ ਦੀ ਔਕਾਤ ਹੈ, ਉਹਦੇ ਮੁਤਾਬਿਕ ਮੈਂ ਨਹੀਂ ਸਮਝਦਾ ਕਿ ਕੋਈ ਵੀ ਇਹ ਜੀ ਪਾਰਟੀ ਜਾਂ ਕੋਈ ਵੀ ਇਦਾਂ ਦੀ ਪਾਰਟੀ ਹੈ ਜਿਹੜੀ ਕਿ ਕੋਈ ਇਦਾਂ ਦਾ ਕੋਈ ਲਾਇਆ ਅਮਲ ਲੈ ਆਵੇ ਜਾਂ ਕੋਈ ਜਿਹਾ ਕੋਈ ਪਲਾਨ ਹੋਵੇ ਕਿ ਪਾਕਿਸਤਾਨ 20-25 ਸਾਲ ਦੇ ਵਿੱਚ ਮਾਸ਼ੀ ਤੌਰ ਤੇ ਬਹੁਤ ਜ਼ਿਆਦਾ ਤਰੱਕੀ ਕਰ ਜਾਏ। ਜਿੰਨੀਆਂ ਵੀ ਤੁਸੀਂ ਮਿਸਾਲਾਂ ਵੇਖ ਰਹੇ ਹੋ, ਚਾਹੇ ਵੀਅਤਨਾਮ ਹੋਵੇ, ਚਾਈਨਾ ਹੋਵੇ, ਕੋਰੀਆ ਹੋਵੇ, ਉਹਦੇ ਕੋਈ ਇਦਾਂ ਦਾ ਨਹੀਂ ਸੀ ਕਿ ਮੁਖਤਲਿਫ ਸਿਆਸੀ ਪਾਰਟੀਆਂ, ਕਿਸੇ ਵੀ ਸਿਆਸੀ ਪਾਰਟੀ ਕੋਈ ਨਹੀਂ ਕੀਤਾ।
ਉਸ ਮੁਲਕ ਦੀ ਉਹਨਾਂ ਮੁਲਕਾਂ 'ਚ ਜ਼ਿਆਦਾਤਰ ਇੱਕੋ ਹੀ ਪਾਰਟੀ ਸੀ। ਇਹ ਹੈ ਕਿ ਉਹ ਐਸਟੈਬਲਿਸ਼ਮੈਂਟ ਸੀ। ਪਾਕਿਸਤਾਨ ਵਿੱਚ ਵੀ ਇੱਕ ਪਾਰਟੀ ਹੈ ਜਿਹੜੀ ਸਿਆਸੀ ਪਾਰਟੀ ਨਹੀਂ ਹੈ ਲੇਕਿਨ ਉਹ ਐਸਟੈਬਲਿਸ਼ਮੈਂਟ ਹੈ। ਤੇ ਜਦੋਂ ਉਹ ਪਾਰਟੀ ਫੈਸਲਾ ਕਰ ਲਏਗੀ ਨਾ ਕਿ ਲੌਂਗ ਟਰਮ ਕਿ ਹੋਵੇਗਾ ਨਾ ਸਾਡਾ ਲਾਏ ਅਮਲ ਤੇ ਪਲਾਨ ਮਾਸ਼ੀ ਲਿਹਾਜ਼ ਦੇ ਨਾਲ, ਠੀਕ ਹੈ, ਤੇ ਫਿਰ ਤੁਹਾਡਾ ਪਾਕਿਸਤਾਨ ਤਰੱਕੀ ਕਰੇਗਾ। ਨਿਊਕਲੀਅਰ ਤੇ ਉਹਨਾਂ ਫੈਸਲਾ ਕੀਤਾ ਸੀ ਕਿ ਇਹ ਸਾਡਾ ਇਹ ਅਸਾਂ ਅਚੀਵ ਕਰਨਾ ਨਾ ਟਾਰਗੇਟ। ਤੇ ਉਸ ਤੋਂ ਬਾਅਦ ਫਿਰ ਫੌਜੀ ਹਕੂਮਤਾਂ ਵੀ ਆਉਂਦੀਆਂ ਰਹੀਆਂ ਤੇ ਸਿਆਸੀ ਵੀ ਆਉਂਦੇ ਰਹੇ। ਤੇ ਸਿਆਸੀਆਂ ਦਾ ਤੁਹਾਨੂੰ ਪਤਾ ਹੈ ਕਿ ਜਦੋਂ ਜ਼ਰੂਰਤ ਹੁੰਦੀ ਔਰ ਫਿਰ ਉਹ ਫੌਜੀ ਹਕੂਮਤਾਂ ਨਾਲ ਹੀ ਮਿਲ ਜਾਂਦੇ ਨੇ ਸਾਰੇ, ਠੀਕ ਹੈ। ਤਾਂ ਮੇਨ ਪਾਰਟੀ ਪਾਕਿਸਤਾਨ ਜਿਹੜੇ ਨਾ ਉਹ ਐਸਟੈਬਲਿਸ਼ਮੈਂਟ ਹੈ ਜਿਹੜੀ ਹਮੇਸ਼ਾ ਰਹਿੰਦੀ ਹੈ ਤੇ ਰਵੇ ਵੀ ਗਈ। ਤੇ ਉਹਨੇ ਫੈਸਲਾ ਕਰਨਾ ਹੈ ਨਾ ਕਿ ਉਹ ਕੀ ਚਾਹੁੰਦੀ ਹੈ। ਤੇ ਫਿਰ ਉਹਦੇ ਹਿਸਾਬ ਦੇ ਨਾਲ ਇੱਦਾਂ ਦੀ ਕੋਈ ਪਾਰਟੀ ਹੋਵੇ ਜਿਹੜੀ ਪੋਲੀਟੀਕਲੀ ਐਜ਼ ਅ ਫਰੰਟ ਮੈਨ ਹੋਵੇ ਜਾਂ ਕੁਝ ਵੀ ਹੋਵੇ ਤੇ ਉਹਦੀ ਐਸਟੈਬਲਿਸ਼ਮੈਂਟ ਦੀ ਸੁਣ ਕੇ ਕੰਮ ਕਰੇ, ਲੇਕਿਨ ਆਬਜੈਕਟਿਵ ਇਹ ਹੋਵੇ ਉਹਨਾਂ ਦਾ ਕਿ ਮੁਲਕ ਦੀ ਡਿਵੈਲਪਮੈਂਟ ਕਰਨੀ ਹੈ ਤੇ ਫਿਰ ਹੋ ਜਾਏਗੀ। ਅਦਰਵਾਈਜ਼ ਅਗਰ ਤੁਸੀਂ ਕਹਿੰਦੇ ਹੋ ਕਿ ਕੋਈ ਵੀ ਸਿਆਸੀ ਪਾਰਟੀ ABC ਉਹਦਾ ਮਨਸ਼ੂਰ ਪੜ੍ਹ ਕੇ ਜਾਂ ਉਹਦੇ ਅਮਲ ਕਰਕੇ ਕੋਈ ਤਰੱਕੀ ਹੋ ਜਾਏਗੀ ਤੇ ਉਹ ਨਹੀਂ ਹੋਵੇਗੀ। ਤੇ ਫਿਰ ਇਹ ਗੱਲ ਹੈ ਕਿ ਉਹਨਾਂ ਫੈਸਲਾ ਕਰਨਾ ਹੈ ਜਿਹੜੇ ਮੁਲਕ ਦੀ ਮੇਨ ਪਾਵਰ ਹਾਊਸ ਹੈ ਜੀ। ਹਾਂ, ਉਹਦੇ 'ਚ ਬਲਕਿ ਮੈਂ ਇੱਕ ਹੋਰ ਗੱਲ ਇਮਰਾਨ ਸਾਹਿਬ ਐਡ ਕਰਾਂਗਾ ਜਿਹੜੀ ਅਲੀ ਨਾਸਰ ਸਾਹਿਬ ਗੱਲ ਕੋਰੀਆ ਦੀ ਗੱਲ ਕਰ ਰਹੇ ਹਨ। ਦੇਖੋ IMF ਉਹਦਾ ਨੇ ਕਿਹਾ ਕਿ ਜਨਾਬ ਤੁਸੀਂ ਚਾਵਲ ਅੱਛਾ ਤੁਸੀਂ ਪੈਦਾ ਕਰਦੇ, ਤੁਸੀਂ ਆਪਣੇ ਐਗਰੀਕਲਚਰ ਪਾਲਿਸੀ ਤੇ ਫੋਕਸ ਕਰੋ। ਤਾਂ ਉਸ ਵਕਤ ਦੀ ਹਕੂਮਤ ਦੀ ਉਹਦਾ ਲੀਡਰ ਨੇ ਜਵਾਬ ਦਿੱਤਾ ਕਿ ਤੁਸੀਂ ਸਾਨੂੰ ਚਾਹ ਰਹੇ ਹੋ ਕਿ ਸਾਡੀ ਪਰ ਕੈਪੀਟਲ ਇਨਕਮ ਜਿਹੜੀ ਬਿਲੋ $1000 ਇਹ ਅਸੀਂ ਤੇ ਚਾਹ ਰਹੇ ਹਾਂ ਕਿ ਅਸੀਂ ਇਸ ਪਰ ਕੈਪੀਟਲ ਨੂੰ ਕੋਈ ਹਜ਼ਾਰਾਂ ਦਾ ਲੈ ਕੇ ਜਾਈਏ। ਤੁਸੀਂ 1971 ਜਨਾਬੇ ਵਾਲਾ ਜਾਂ ਉਸ ਤੋਂ ਬਾਅਦ ਕੋਰੀਆ ਤੁਸੀਂ ਦੇਖੋ ਪਰ ਕੈਪੀਟਲ ਇਨਕਮ ਦੇਖੋ, ਤੁਸੀਂ ਅੱਜ ਕੋਰੀਆ ਦੇਖੋ। ਬਲਕਿ ਉਹਨਾਂ ਨਾਲ ਇਹ ਵੀ ਕਿਹਾ ਸੀ ਕਿ ਅਸੀਂ ਐਗਰੀਕਲਚਰ ਵਿੱਚ ਤਰੱਕੀ ਕਰਾਂਗੇ, ਅਸੀਂ ਇੰਡਸਟਰੀ ਵਿੱਚ ਵੀ ਤਰੱਕੀ ਕਰਾਂਗੇ, ਅਸੀਂ ਸਬਸਿਡੀ ਸੈਕਟਰ ਵਿੱਚ ਤਰੱਕੀ ਕਰਾਂਗੇ। ਤੁਸੀਂ ਦੇਖੋ ਅੱਜ ਤੁਸੀਂ ਸਬਸਿਡੀ ਸੈਕਟਰ ਦਾ ਕੰਟਰੀਬਿਊਸ਼ਨ ਤੁਸੀਂ ਚੈੱਕ ਕਰੋ ਕੋਰੀਆ ਦਾ, ਤੁਸੀਂ ਉਹਨਾਂ ਦਾ ਇੰਡਸਟਰੀ ਦਾ ਕੰਟਰੀਬਿਊਸ਼ਨ ਤੁਸੀਂ ਚੈੱਕ ਕਰੋ ਕੋਰੀਆ ਦਾ, ਸਾਰਾ ਤੁਹਾਨੂੰ ਹਾਈ ਟੈਕ ਤੁਹਾਨੂੰ ਇੰਡਸਟਰੀ 'ਚ ਦੇਖੋ ਉਹ ਅੱਛਾ ਕਮਾ ਰਹੇ ਨੇ, ਉਹ ਮਿਡਲ ਟੈਕ ਇੰਡਸਟਰੀ 'ਚ ਅੱਛਾ ਕਮਾ ਰਹੇ ਨੇ, ਇਨੀਸ਼ੀਅਲ ਟੈਕ ਇੰਡਸਟਰੀ 'ਚ ਅੱਛਾ ਕਮਾ ਰਹੇ ਨੇ। तो गल करना मकसद है कि एक लफ्ज बड़ा अच्छा जा इंग्लिश विच विल होनी चाहिए काम करने दी। Where there is a will there is a way। अगर जहां चाह वहां राह। अगर जिन्ना चिर साडी नीयत अमलां दा दारोमदार नीयत ते जिन्ना चिर ਅਸੀਂ ਨੀਅਤ ਨਹੀਂ ਕਰਨੀ ਆਪਣੀ ਇਕਨੋਮੀ ਨੂੰ। ਹਾਂ, ਕਿਉਂਕਿ ਸਾਡੀ ਹੁਣ ਤੱਕ ਨੀਅਤ ਜਿਹੜੀ ਨੇ ਇਮਰਾਨ ਸਾਹਿਬ ਉਹ ਇਹ ਹੀ ਸੀ ਕਿ ਮੈਂ 5 ਸਾਲ ਪੂਰੇ ਕਰਨੇ, ਮੈਂ 5 ਸਾਲ ਪੂਰੇ ਕਰਨੇ, ਮੈਂ 5 ਸਾਲ, ਕਿਉਂਕਿ ਜੀ ਉਹ 5 ਸਾਲ ਦੇ ਖੇਡ 'ਚ ਬਾਹਰ ਨਿਕਲਾਂਗੇ ਤੇ ਚੀਜ਼ਾਂ ਹੋਣਗੀਆਂ ਸਾਡੀ। ਮੈਂ ਨੂੰ ਛੱਡ ਕੇ ਹਮ ਦੇ ਨਾਲ ਰਿਪਲੇਸ ਕਰਨਾ ਚਾਹੀਦਾ ਹੈ ਔਰ ਹਮਾਰਾ ਮੁਲਕ। ਵੇਖੋ ਜੀ ਉਹ ਮੈਂ ਤੇ ਹਮ ਦੇ ਦਰਮਿਆਨ ਇੱਕ ਗੈਪ ਹੈ ਔਰ ਉਹ ਮੈਂ ਤੋਂ ਹਮ ਤੇ ਜਾਣ ਦਾ ਟਾਈਮ ਚਾਹੀਦਾ ਔਰ ਉਹ ਹਜੇ ਤੁਹਾਨੂੰ ਦੱਸਿਆ ਕਿ ਅਲੀ ਨਾਸਰ ਸਾਹਿਬ ਨੇ ਗੱਲ ਕੀਤੀ ਕਿ ਸਾਡੇ ਸਮਾਜੀ ਮਸਾਇਲ ਮਤਲਬ ਕਿ ਮੈਂ ਸਮਝਦਾ ਕਿ ਸਾਡੇ ਬਿਹੇਵੀਅਰ ਮਸਾਇਲ ਨੇ ਔਰ ਸਾਨੂੰ ਮੈਂ ਤੋਂ ਹਮ ਤੱਕ ਜਾਣ ਵਾਸਤੇ ਵੀ ਤਕਰੀਬਨ 30-40 ਸਾਲ ਚਾਹੀਦਾ। ਮਾਸ਼ਾਅੱਲਾ बेहतरीन और हाईली एजुकेटेड और हाईली रिस्पैक्टेबल पैनल साढ़े नाल मौजूद सी। प्रोफैसर मुहम्मद शहबाज साहब, डॉक्टर मुहम्मद अली साहब डस्का तो, मुहम्मद अली साहब लीड्स इंग्लैंड तो और शहबाज साहब डस्का तो ज्वाइन किया सी। उम्मीद करांगे कि इन्हां पढ़िया लिखिया प्रोफैसरां दियां डॉक्टरां दियां गल्लां सुन के साडे इलम 'च इजाफा होवेगा, किसी ना किसी दे कोई ना कोई गल काम आवे दी और साडा मुल्क है जिहड़ा तरक्की करेगा। वसीम इकबाल नकीबी साहब, दिलदार गुज्जर साहब चौधरी, अमानुल्लाह वड़ैच साहब चौधरी, जाहिर नंबरदार बटाला साहब, बहुत सारे दोस्त वेख रहे ने, सारे अपना ख्याल रखियो। और मैं परौणियां दा भी बहुत ज़्यादा दिल तो शुक्रिया अदा करना है। सारे अपना ख्याल रखियो। अल्लाह सोने दे वाले। थैंक यू वेरी मच सर। अल्लाह हाफिज। अल्लाह हाफिज। थैंक यू जी। ਪੰਜਾਬੀ ਰॉकेट ਸਾਇੰਸ ਚੈਨਲ ਦੇ ਜ਼ਰੀਏ ਡਾਇਰੈਕਟ ਦੇਖ ਰਹੇ ਨੇ ਕਿ ਸਾਨੂੰ ਮਖਲੂਕੇ ਖੁਦਾ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ, ਜਿਹੜੇ ਪਿੱਛੇ ਰਹਿ ਗਏ ਨੇ ਉਹਨਾਂ ਦਾ ਹੱਥ ਫੜ ਕੇ ਖਿੱਚਣਾ ਚਾਹੀਦਾ। ਮਾਸ਼ਾਅੱਲਾ ਤੁਸੀਂ ਬਹੁਤ ਹੀ ਅੱਛਾ ਪ੍ਰੋਗਰਾਮ ਕੰਡਕਟ ਕੀਤਾ ਹੈ। ਇਲੈਕਟ੍ਰੋਨਿਕ ਮੀਡੀਆ ਤੇ ਜਾਣ ਦਾ ਅਕਸਰ ਇਤਫਾਕ ਹੁੰਦਾ ਰਹਿੰਦਾ ਹੈ, ਲੇਕਿਨ ਜਿਹੜਾ ਅੱਜ ਮਜ਼ਾ ਆਉਂਦਾ ਹੈ ਇਹ ਬੜੀ ਖਿਦਮਤ ਹੈ ਸਾਰੀ ਦੁਨੀਆ ਉੱਤੇ। ਅੱਜ ਮੈਂ ਸੁਣਿਆ ਗਿਆ, ਮੈਂ ਤੁਹਾਨੂੰ ਦੇ ਜਵਾਬ ਨਹੀਂ ਦੇ ਕਿਧਰੇ ਮੈਂ ਅੜਕਿਆ ਵੀ ਨਹੀਂ, ਮੈਂ ਸੋਚਿਆ ਵੀ ਨਹੀਂ। और प्रदेशों में बैठ के तुसी अपनी ज़बान नाल, अपने सूबे नाल, अपने मुल्क नाल तुसी मोहब्बत करते हो। ਤੁਹਾਡੀ ਪੰਜਾਬੀ ਰॉकेट ਸਾਇੰਸ, ਤੁਹਾਡੀ ਡੇਰੇਦਾਰੀ, ਤੁਹਾਡੀ ਵਜ਼ਰਦਾਰੀ ਇਸ ਮੁਲਕ ਦੇ ਵਿੱਚ ਮਜ਼ਹਬ, ਇਸ ਮੁਲਕ ਵਿੱਚ ਸਿਆਸਤ
ਚੁਟਕਲਿਆਂ ਦਾ ਨਾਲ ਸਿਰਫ ਵਫਾਦਾਰ ਦੀ ਸਿਆਸਤ ਫੰਡ ਆਉਂਦੇ ਨੇ ਉਹਨਾਂ ਦੀ ਪਰਸੈਂਟੇਜ ਨਿਕਲੀ ਏ ਆਵੇ ਦਾ ਆਵਾ ਵਿਗੜੇ ਆ ਤੇ ਅੱਜ ਕੱਲ ਦੇ ਫਿਰ ਖੁਸਰੇ ਵੀ ਤੇ ਉਸੇ ਹਿਸਾਬ ਨਾਲ ਚਾਵਾ ਬਰੇਡ ਵਾਲਾ ਖੁਸਰਿਆ ਕੀ ਨਸਣਾ ਥੋੜਾ ਮੁਸ਼ਕਿਲ ਜਿਹਾ ਕਰ ਦਿੱਤਾ ਜੇ ਲੋਕੀ ਤੁਹਾਡਾ ਸਟੇਟਸ ਦੇਖ ਕੇ ਤੁਹਾਡੀ ਇੱਜ਼ਤ ਸਿਆਸਤਦਾਨ ਆਪਣਾ ਕੰਮ ਕਰਨ ਤੇ ਅਦਾਰੇ ਆਪਣਾ ਕੰਮ ਕਰਨ ਅੱਜ ਮੁਕਾਬਲਾ ਭਾਵੇਂ ਕੋਈ ਵੀ ਹੋ ਮੁਕਾਬਲਾ ਹੁੰਦਾ ਕਿ ਐਮਪਟੀ ਵੈਜ਼ਲਸ ਮੇਕ ਮਚ ਨਾਈਜ਼ਸ ਇਹ ਉਦੋਂ ਹੀ ਮਰਹੂਮੀ ਜਿਹੜੀ ਹਲਕੇ ਦੀ ਆਵਾਮ ਦੀ ਦੂਰ ਹੋਣੀ ਹੈ ਜਦੋਂ ਹਕੀਕੀ ਨੁਮਾਇੰਦਾ ਉਹਨਾਂ ਦੇ ਵਿੱਚੋਂ ਉੱਠ ਕੇ ਆਵੇਗਾ ਬਦਮਾਸ਼ ਲੁੱਚੇ ਲਫੰਗੇ ਵਡੇਰੇ ਨੂੰ ਸਪੋਰਟ ਕੀਤਾ ਤੇ ਮੈਂ ਕੋਸ਼ਿਸ਼ ਕਰਨਾ ਉਹਨਾਂ ਦੇ ਮਸਾਇਲ ਹੱਲ ਕਰ ਪਾਕਿਸਤਾਨ ਦੀ ਤਾਲਮੀਅਤ ਹੀ ਸਾਡੀ ਬਕਾ ਹੈ ਬਾਬੂ ਰੋਕਨ ਮੇਰੇ ਕੋਲ ਉਹਨਾਂ ਦੀ ਸ਼ਾਂਤ ਨਹੀਂ ਹੈ ਮੁਸ਼ਾਵਰਤ ਕਰਨੀ ਚਾਹੀਦੀ ਹੈ ਵੈਸੇ ਦਾ ਪਕਾਣਾ ਵਿੱਚ ਕੋਈ ਜਾਣਦਾ ਭਿੰਡੀਆਂ ਬਣਾਉਣਾ ਵਿੱਚ ਕੋਈ ਜਾਣਦਾ ਪੜ੍ਹ ਕੇ ਆਪਣੀ ਜਗ੍ਹਾ ਆਪਣੇ ਮੁਲਕ ਦੇ ਵਿੱਚ ਬਣਾਣੀ ਉਹਨਾਂ ਟਾਣਾ ਸਾਹਿਬ ਦੇ ਨਾਲ ਅਸੀਂ ਜਨਾਬ ਕੰਦੇ ਦਾ ਬੰਦਾ ਬਣਾ ਕੇ ਅੱਗੇ ਵੀ ਟੁਰੇ ਆ ਕਾਮਯਾਬੀ ਦਾ ਰਾਹ ਦੇ ਕੇ ਬੰਦੇ ਨੂੰ ਆਪਣਾ ਆਪ ਮਾਰਨਾ ਪੈਂਦਾ ਕਿ ਰਾਜੇ ਕੇ ਪੈਸੇ ਕਮਾਓ ਤੇ ਆਪਣੇ ਪਿਛਲਿਆਂ ਨੂੰ ਤਗੜਿਆ ਕਰੋ ਸਿਸਟਮ ਬਿਹਤਰ ਬਣਾਉਣ ਦੇ ਕੋਈ ਕਿਤੇ ਸਿੱਧੀ ਵੀ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਇਹ ਬਦਤਮੀਜ਼ੀ ਨਹੀਂ ਹੋਣੀ ਚਾਹੀਦੀ ਉਹਨੂੰ ਅੱਜ ਬੜੀ ਖੁਸ਼ੀ ਹੋਈ ਹੈ ਕਿ ਮੈਂ ਸਾਰੀਆਂ ਗੱਲਾਂ ਪੰਜਾਬੀ 'ਚ ਵੀ ਕਰਨਾ ਈਦ ਵਾਲਾ ਦਿਨ ਤੇ ਪੇਚਾਂ ਦੇ ਹੁੰਦਾ ਲੇਕਿਨ ਅਗਲਾ ਦਿਨ ਹੋ ਜਾਣਾ ਅਸੀਂ ਕਿਉਂ ਸਾਰੇ ਬੰਦੇ ਨੂੰ ਰਾਜ਼ੀ ਕਰੀਏ ਅਸੀਂ ਕੋਈ ਵੋਟ ਲੈਣੇ ਨੇ ਸਾਰਾ ਦਾ ਖਵਾ ਬਣਾ ਸਕਦੇ ਸਭ ਦੇ ਪੈਨਸ਼ਨਾਂ ਵੀ ਲੋਕਾਂ ਦੀਆਂ ਵਧੀਆਂ ਨੇ ਅੱਖਾਂ ਜਦੋਂ ਮੀਡੀਆ ਜ਼ਮਾਨਾ ਸਾਨੂੰ ਰੋਏਗਾ ਆਪਣਾ ਤੇ ਆਪਣਾ ਬਗਾਨਾ ਸਾਨੂੰ ਰੋਏਗਾ ਜਿਹਨੇ ਵੀ ਪੀਐਚਡੀ ਜਾਂ ਮਾਸਟਰਸ ਕਰਨਾ ਮੈਨੂੰ ਬੜੇ ਵਾਇ ਨਾਲ ਥ੍ਰੈਟ ਕੀਤਾ ਗਿਆ ਬਤੌਰ ਅਮੀਰ ਸੂਬਾ ਮੇਰੀ ਮਨਜ਼ੂਰੀ ਦਿੱਤੀ ਸਾਡੇ ਨਵਾਬਜ਼ਾਦੇ ਨਾਲ ਉਸ ਵਕਤ ਵੀ ਕੋਈ ਤਲਕ ਨਹੀਂ ਸੀ ਹੁਣ ਵੀ ਕੋਈ ਤਲਕ ਨਹੀਂ ਈਦ ਵਿੱਚ ਖਾਣੇ ਨਹੀਂ ਇੰਪੋਰਟੈਂਟ ਨਹੀਂ ਹੈ ਮੈਂ ਕਿਸੇ ਐਸੇ ਬੰਦੇ ਨਾਲ ਕੰਪੀਟੀਸ਼ਨ ਸ਼ੁਰੂ ਕਰ ਦਵਾਂ ਜਿਹੜਾ ਮੇਰੇ ਤੋਂ 10 ਟਾਈਮਸ ਹਾਇਰ ਹੈ ਜੀ ਮੱਛੀ ਚੌਕ ਬਾਰਿਸ਼ ਹੁੰਦੀ ਤੇ ਤਰਾ ਦਿਨ ਪਾਣੀ ਖਲੋਤਾ ਰਹਿੰਦਾ ਕੋਈ ਇਹਨਾਂ ਮਨਸੂਬਿਆਂ ਨੂੰ ਮੁਕੰਮਲ ਕਰਨ ਗੱਲਬਾਤ ਤੇ ਅਲਹਮਦੁਲਿਲਾ ਅਸੀਂ ਵੀ ਬਿਹਤਰੀਨ ਕਰ ਸਕਦੇ ਆ ਪਰ ਸਾਨੂੰ ਇਹਨਾਂ ਗੱਲਾਂ ਦਾ ਖਿਆਲ ਕਰਨਾ ਚਾਹੀਦਾ ਹੋ ਸਕਦਾ ਯਾਰ ਜਿਹੜੇ ਨੇ ਉਹ ਭਾਰ ਵੀ ਚੁੱਕ ਜਾਣ ਦਾ ਕਹਿੰਦੇ ਠੀਕ ਹੈ ਘਰ ਨਾਲ ਕੋਈ ਸਲਾਹ ਤੋਂ ਤੱਕ ਅੰਦਰ ਰਹਿਣ ਦੇ ਕਿ ਇਹ ਝੂਠ ਦੀ ਸੱਚ ਹੈ ਆਪ ਇਹ ਤੁਸੀਂ ਇੱਕ ਨਵੀਂ ਪਰਸਨੈਲਿਟੀ ਸ਼ੋਅ ਕਰਾਉਣੀ ਚਾਹੀਦੀ ਹੈ ਲੋਕ ਯੰਗਸਟਰ ਚਿਹਰੇ ਵੇਖਣਾ ਚਾਹੁੰਦੇ ਨੇ ਤੁਸੀਂ ਵਿੱਚ ਉਹ ਕਮੈਂਟ ਪੜਿਆ ਕਰੋ ਜਿਹੜਾ ਪੜਨ ਵਾਲਾ ਹੁੰਦਾ ਰਾਜਾ ਸਾਹਿਬ ਤੁਸੀਂ ਵੀ ਮੇਰੇ ਜਿਹੜਾ ਖਿਲਾਫ ਕਮੈਂਟ ਹੁੰਦਾ ਉਹਨੂੰ ਚੁੱਕ ਉੱਤੇ ਲਾ ਸਕਦੇ ਹੋ ਅਸਲ ਕਰਨਾ ਚਾਹੀਦਾ ਸੜਨਾ ਵੀ ਚਾਹੀਦਾ ਲੇਕਿਨ ਚੰਗੇ ਕੰਮ ਦੇ ਸਿੱਖਿਆ ਕਾਂ ਦੀ ਪਰਿਆ ਮੁਕਾਣੀ ਅਹਲੇ ਇਲਮ ਹੀ ਜਾਣਦੇ ਨੇ ਕਿ ਇਲਮ ਦੀ ਹਕੀਕਤ ਕੀ ਹੈ ਪੁਆਇੰਟ ਆਫ ਵਿਊ ਦੇਣ ਵਾਸਤੇ ਤਾਂ ਤੁਹਾਡੇ ਚੈਨਲ ਦਾ ਮੁੱਖ ਕਾਰਨ ਤੇ ਇਹ ਸ਼ਾਮਲਾਟਾਂ ਦੇ ਉੱਤੇ ਕਬਜ਼ੇ ਨੇ ਕਿ ਪੰਜਾਬੀ ਰਾਕਟ ਸਾਇੰਸ ਪੰਜਾਬੀ ਰਾਕਟ ਸਾਇੰਸ ਦੇ ਪੰਜਾਬੀ ਰਾਕਟ ਸਾਇੰਸ 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 ਪੰਜਾਬੀ ਰਾਕਟ ਸਾਇੰਸ